ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਆਪਣੇ ਸਮੇਂ ਮੁਤਾਬਕ ਅਸੀਂ ਹਾਜ਼ਰ ਹਾਂ ਇਸ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਗੱਲਬਾਤਾਂ ਕਰਨ ਦੇ ਲਈ। ਇੱਕ ਤੇ ਖਬਰਾਂ 'ਤੇ ਗੱਲਾਂ ਬਾਤਾਂ ਹੋ ਜਾਂਦੀਆਂ, ਬਾਕੀ ਕੁਛ ਇੱਧਰ ਉੱਧਰ ਦੀਆਂ ਜਿਹੜੀਆਂ ਆਪਣੇ ਪਰਿਵਾਰ 'ਚ ਬਹਿ ਕੇ ਕਰਨ ਵਾਲੀਆਂ ਹੁੰਦੀਆਂ ਉਹ ਵੀ ਆਪਾਂ ਕਰ ਲੈਂਦੇ ਹਾਂ। ਤੁਸੀਂ ਪਸੰਦ ਕਰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਅਤੇ ਤਾਰ ਬੜੀ ਦੂਰ ਤੱਕ ਫੇਰ ਅੱਜ ਵਿਛਾਈ ਹੈ। ਜਿੱਦਾਂ ਜੇ ਤੁਸੀਂ ਕਿਤੇ ਦੇਖਿਆ ਹੋਵੇ ਤਾਂ ਕਿਤੇ ਫੌਜ ਵਾਲੇ ਜਦੋਂ ਆਰਜੀ ਜਿਹਾ ਕਰਦੇ ਉਹ ਆਪਣਾ ਚੌਂਕੀ ਜਿਹੀ ਬਣਾਉਂਦੇ ਨੇ ਕਿਤੇ, ਉਦੋਂ ਤਾਰ ਜਿਹੀ ਵਿਛਾਉਂਦੇ ਹੁੰਦੇ, ਇੱਦਾਂ ਤਾਰ ਦੂਰ ਤੱਕ ਵਿਛਾਈ ਆ ਅਤੇ ਫਿਰ ਅਗਲੇ ਪਾਸੇ ਬੰਦੇ 'ਤੇ ਜਾ ਕੇ ਕੰਨ 'ਚ ਲਾਈ ਆ ਅਤੇ ਵੇਖੋ ਆਵਾਜ਼ ਜਾਂਦੀ ਕਿ ਨਹੀਂ ਜਾਂਦੀ। ਸਤਿ ਸ਼੍ਰੀ ਅਕਾਲ ਮਹਾਰਾਜ, ਕੀ ਹਾਲ ਨੇ? ਵਧੀਆ ਜੀ ਵਧੀਆ। ਤੁਸੀਂ ਦੇਖੋ ਤਾਰਾਂ ਜਦੋਂ ਤੁਸੀਂ ਵਿਛਾਉਂਦੇ ਹੋ, ਜੇ ਤਾਂ ਲੋਕਾਂ ਲਈ ਵਿਛਾਓ ਤਾਂ ਨਹੀਂ ਚੱਲਦੀਆਂ, ਜਦੋਂ ਘਰ ਲਈ ਵਿਛਾਉਂਦੇ ਹੋ ਫਿਰ ਚੱਲਦੀਆਂ ਹੁੰਦੀਆਂ। ਲੀਡਰ ਲੋਕ ਹੋ ਤੁਸੀਂ। ਨਹੀਂ ਅਸੀਂ ਤਾਂ ਹਰ ਵਾਰ ਤਾਰ ਵਿਛਾਈ ਦੀ, ਅੱਛੀ ਤਾਰ ਵਿਛਾਈ ਦੀ। ਦੇਖੋ ਸਾਡੀ ਕੋਸ਼ਿਸ਼ ਹੁੰਦੀ ਵੀ ਤਾਰ 'ਚ ਕੋਈ ਕਮੀ ਨਹੀਂ ਚਾਹੀਦੀ। ਸਹੀ ਗੱਲ ਹੈ। ਮੋਹਰੇ ਭਾਵੇਂ ਜੋੜ ਲਾਈਏ ਨਾ ਲਾਈਏ, ਹਾਂ ਫਿਰ ਇੱਜ਼ਤ ਤਾਰ ਹੋ ਜਾਂਦੀ ਹੈ। ਇਸ ਕਰਕੇ ਤਾਰ ਜ਼ਰੂਰੀ ਅੱਛੀ। ਨਹੀਂ ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਠੀਕ ਹੈ। ਬਾਕੀ ਮੈਨੂੰ ਇੱਕ ਗੱਲ ਸੰਧਾਲੀਆ ਸਾਹਿਬ ਲੱਗਦੀ ਸੀ ਕਿ ਲਿਮਿਟ ਹੁੰਦੀ ਨਾ, ਇੱਕ ਲਿਮਿਟ ਕ੍ਰੋਸ ਕਰਨੀ, ਸੀਮਾ ਉਲੰਘਣੀ, ਇੱਕ ਰੇਖਾ, ਇੱਕ ਲਾਈਨ ਲਕੀਰ ਜਿਹੜੀ ਬਾਈ ਹੁੰਦੀ ਹੈ। ਜਦੋਂ ਤੁਸੀਂ ਲਿਮਟ ਕਿਹਾ ਨਾ, ਹਾਂਜੀ, ਉਦੋਂ ਮੇਰੇ ਦਿਮਾਗ 'ਚ ਲਿਮਟ ਆ ਗਈ। ਮੈਂ ਕਿਹਾ ਵੀ ਯਾਰ ਹੁਣ ਵੀ ਲਿਮਟ ਨਹੀਂ ਖੜਾ ਛੱਡਣ ਲਈ, ਪੰਜਾਬ 'ਤੇ ਛੱਡਿਆ ਨਹੀਂ ਖੜਾ। ਇੱਥੇ ਤਾਂ ਬਿਲਕੁਲ ਨਹੀਂ ਛੱਡਣਾ ਜੀ ਲਿਮਟ ਨੇ ਖੜਾ, ਕਿਉਂਕਿ ਹਰ ਇੱਕ ਚੀਜ਼ ਜਿਹੜੀ ਆ ਉਹ ਫਿਰ ਆਪਾਂ ਨੂੰ ਪਤਾ ਕਿ ਲੋਨ ਦੇ ਉੱਤੇ ਹੁੰਦੀ ਆ। 20-25 ਸਾਲ ਘਰ ਦੀਆਂ ਕਿਸ਼ਤਾਂ ਦਿਓ, ਇਹਦੀਆਂ ਦਿਓ, ਫਿਰ ਪਤਾ ਲੱਗਦਾ ਯਾਰ ਉਹ ਪੰਜਾਬ ਦੇ ਵਿੱਚ ਘਰ ਸੀ, ਇੰਡੀਆ 'ਚ ਘਰ ਸੀ, ਛੋਟਾ ਸੀ, ਵੱਡਾ ਸੀ, ਫ੍ਰੀ ਸੀ, ਪੈਸਾ ਟਕਾ ਨਹੀਂ ਸੀ ਉਹਦਾ ਦੇਣ ਵਾਲਾ, ਘਰਦਿਆਂ ਨੇ ਬਣਾ ਕੇ ਦਿੱਤਾ ਸੀ। ਇੱਥੇ ਫਿਰ ਹੱਡ ਤੜਾਉਣੇ ਪੈਣੇ 20-25 ਸਾਲ। ਜਦੋਂ ਤੱਕ ਜਾ ਕੇ ਫ੍ਰੀ ਹੋਣਾ ਉਦੋਂ ਤੱਕ ਬੰਦੇ ਦੇ ਆਪ ਭੇਚ ਪੂਚ, ਨੱਟ ਨੁੱਟ, ਚੂੜੀਆਂ ਚਾੜੀਆਂ ਕਈ ਤਰ੍ਹਾਂ ਦੀਆਂ ਫ੍ਰੀ ਹੋ ਜਾਂਦੀਆਂ। ਹਾਂ, ਮਤਲਬ ਘਰ ਫ੍ਰੀ ਕਰਾਉਂਦਾ ਬੰਦਾ ਆਪ ਫ੍ਰੀ ਹੋ ਜਾਂਦਾ ਹੈ ਨਾ। ਚਲੋ ਲਿਮਟ ਦੀ ਗੱਲ ਤਾਂ ਕਰਨ ਲੱਗੇ ਕੋਈ, ਮੈਂ ਸਿਰਫ ਇਹ ਕਰਨ ਲੱਗਾ ਸੀ ਕਿ ਲਕੀਰ ਨਹੀਂ ਟੱਪਣੀ ਚਾਹੀਦੀ। ਜਦੋਂ ਲਕੀਰ ਟੱਪਦੇ ਆ ਕਈ ਵਾਰੀ ਤਾਂ ਪ੍ਰਾਪਤੀਆਂ ਹੁੰਦੀਆਂ ਅਤੇ ਕਈ ਵਾਰੀ ਬਹੁਤ ਸਾਰੇ ਨੁਕਸਾਨ ਵੀ ਹੋ ਜਾਂਦੇ ਆ। ਆਪਾਂ ਬਾਕੀ ਸਾਰੀਆਂ ਗੱਲਾਂ ਜਿਹੜੀਆਂ ਉਹ ਬਾਅਦ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਪੰਜਾਬ ਦੇ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ, ਉਹਨਾਂ ਦੇ ਮੁੱਦੇ ਤੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ, ਕਿਉਂਕਿ ਪੰਜਾਬ ਤੋਂ ਬਾਹਰ ਤੱਕ ਗੱਲ ਚਲੇਗੀ। ਪਹਿਲਾਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇੱਕ ਤੋਂ ਵੱਧ ਵਾਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਬਾਰੇ ਟਿੱਪਣੀ ਕੀਤੀ ਸੀ ਅਤੇ ਸ਼ਬਦ ਅੱਤਵਾਦੀ ਵਰਤਿਆ ਸੀ। ਹੁਣ ਮੈਂਬਰ ਪਾਰਲੀਮੈਂਟ ਚੁਣੇ ਗਿਆ ਸੰਗਰੂਰ ਤੋਂ, ਕਹਿੰਦੀਆਂ ਕਹਾਉਂਦੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾਇਆ, ਲਹਿਰ ਜੀ ਚੱਲ ਗਈ। ਉਹਦੇ ਤੋਂ ਤੁਰੰਤ ਬਾਅਦ ਦਿਨ ਅਜੇ ਥੋੜ੍ਹੇ ਜਿਹਾ ਬੀਤੇ ਸੀ, ਇੱਕ ਵਾਰ ਫਿਰ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਨਾਲ ਸੰਬੰਧਿਤ ਗੱਲਬਾਤ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਅੱਤਵਾਦੀ ਬੇਦੋਸ਼ੇ ਲੋਕਾਂ ਨੂੰ ਕਤਲ ਕੀਤਾ। ਭਾਂਬੜ ਜਿਹਾ ਮਚ ਗਿਆ। ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਹੇਰ ਹੋਰਾਂ ਨੇ ਕਿਹਾ ਸੀ ਕਿ ਅਸੀਂ ਨਿਖੇਧੀ ਕਰਦੇ ਹਾਂ, ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਸਾਡੇ ਆਦਰਸ਼ ਨੇ, ਕ੍ਰਾਂਤੀਕਾਰੀ ਸਨ, ਦੇਸ਼ ਦੀ ਆਜ਼ਾਦੀ ਦੇ ਲਈ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਅਤੇ ਤੁਸੀਂ ਅੱਤਵਾਦੀ ਆਖੀ ਜਾਂਦੇ ਹੋ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮਾफ़ੀ ਮੰਗਣੀ ਚਾਹੀਦੀ ਹੈ, ਸ਼ਬਦ ਵਾਪਸ ਲੈਣੇ ਚਾਹੀਦੇ ਹੈ। ਅਤੇ ਪੰਜਾਬ ਸਰਕਾਰ ਵੱਲੋਂ ਤਾਂ ਹੁਣ ਇੱਥੋਂ ਤੱਕ ਵੀ ਚਰਚਾ ਚੱਲਦੀ ਹੈ ਕਿ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਉਹਨਾਂ ਦੀਆਂ ਤਸਵੀਰਾਂ ਤੱਕ ਲਾਈਆਂ ਜਾਂਦੀਆਂ। ਖਟਕੜ ਕਲਾਂ ਦੇ ਵਿੱਚ ਉਹਨਾਂ ਨੇ ਸਹੁੰ ਚੁੱਕੀ ਸੀ। ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੁਝ ਇੱਕ ਲੀਡਰਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਭਾਈ ਸਾਡੇ ਸੂਬੇ ਦੇ ਵਿੱਚ ਆ ਕੇ ਇੱਦਾਂ ਦੇ ਸ਼ਬਦ ਵਰਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ, ਅਤੇ ਭਗਤ ਸਿੰਘ ਹੋਰੀ ਤਾਂ ਸਾਡੇ ਆਦਰਸ਼ ਨੇ, ਸ਼ਹੀਦ ਆਜ਼ਮ ਨੇ, ਅਤੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ, ਗ੍ਰਹਿ ਮੰਤਰੀ ਸਾਹਿਬ ਨੂੰ, ਰਾਸ਼ਟਰਪਤੀ ਸਾਹਿਬ ਨੂੰ ਅਤੇ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖਣੀ ਆ ਕਿ ਦੇਸ਼ ਧਰੋਹ ਦਾ ਪਰਚਾ ਕੀਤਾ ਜਾਵੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਉੱਤੇ, ਕਿ ਉਹਨਾਂ ਨੇ ਏਡੇ ਵੱਡੇ ਆਜ਼ਾਦੀ ਘੁਲਾਟੀਏ ਦੇ ਲਈ, ਜਿਨ੍ਹਾਂ ਨੇ ਮਨੁੱਖਤਾ ਦੇ ਲਈ ਜਿਹੜਾ ਕੰਮ ਕੀਤਾ, ਤੁਸੀਂ ਉਹਨਾਂ ਨੂੰ ਅੱਤਵਾਦੀ ਦੱਸੀ ਜਾਂਦੇ ਹੋ। ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੱਕਦਮ, ਹੁਣ ਰਵਨੀਤ ਸਿੰਘ ਬਿੱਟੂ ਹੋਰੀ ਵੀ ਅੱਗੇ ਆਏ, ਰਾਜਾ ਵੜਿੰਗ ਹੋਰੀ ਵੀ ਆਏ, ਸਾਰਿਆਂ ਨੇ ਨਿਖੇਧੀ ਕੀਤੀ ਕਿ ਭਾਈ ਇਹ ਗਲਤ ਗੱਲ ਹੈ। ਕੋਈ ਲੀਡਰ ਇੱਦਾਂ ਦਾ ਨਜ਼ਰ ਨਹੀਂ ਆਇਆ, ਕੋਈ ਸਮਾਜ ਸੇਵੀ, ਕੋਈ ਕਹਿੰਦਾ ਕਹਾਉਂਦਾ ਵਿਅਕਤੀ, ਕੋਈ ਸ਼ਖਸੀਅਤ ਜਿਹਨੇ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਬਿਆਨ ਦੀ ਪ੍ਰੋੜਤਾ ਜਿਹੜੀ ਉਹ ਕੀਤੀ ਹੋਵੇ। ਹੁਣ ਚਰਚਾ ਚੱਲ ਪਈ, ਵਿਵਾਦ ਖੜਾ ਹੋ ਗਿਆ। ਬਾਕੀ ਸੰਧਾਲੀਆ ਸਾਹਿਬ ਵਿਚਾਰ ਆਪੋ ਆਪਣੇ ਹੁੰਦੇ ਆ, ਪਰ ਇੱਕ ਗੱਲ ਤਾਂ ਮੰਨਣੀ ਪਊ ਨਾ ਕਿ ਜਿਸ ਤਰੀਕੇ ਦੇ ਵਿਚਾਰ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਪ੍ਰਗਟ ਕੀਤੇ, ਜਿਸ ਤਰੀਕੇ ਉਹਨਾਂ ਨੇ ਸ਼ਹਾਦਤ ਦਿੱਤੀ, ਜਿਸ ਤਰੀਕੇ ਧਰਮਾਂ ਤੋਂ, ਮਜ਼ਹਬਾਂ ਤੋਂ, ਦੇਸ਼ ਤੋਂ, ਰੰਗ ਤੋਂ, ਜ਼ਾਤ ਤੋਂ ਉੱਪਰ ਉੱਠ ਕੇ ਉਹਨਾਂ ਨੇ ਗੱਲ ਕੀਤੀ, ਉਸ ਗੱਲ ਦੇ ਵਿੱਚ ਜਿਸ ਤਰੀਕੇ ਦਾ ਸ਼ਬਦ ਵਰਤਿਆ ਗਿਆ ਮਾਨ ਸਾਹਿਬ ਵੱਲੋਂ,
ਰੌਲਾ ਤਾਂ ਪੈਣਾ ਸੀ ਤੇ ਉਹ ਹੁਣ ਮੈਨੂੰ ਲੱਗਦਾ ਕਿ ਇੰਨੀ ਛੇਤੀ ਨਿਬੜਨਾ ਨਹੀਂ। ਨਹੀਂ, ਕੁਛ ਜਾਪਦੀ ਤੇ ਗੱਲ ਇੱਦਾਂ ਦੀ ਹੈ, ਕਿਉਂਕਿ ਜਦੋਂ ਇਹ ਚੀਜ਼ ਸ਼ੁਰੂ ਹੋਈ ਸੀ ਉਦੋਂ ਇਸ ਚੀਜ਼ ਦੀ ਸਪੋਰਟ ਦੇ ਵਿੱਚ ਵੀ ਕਾਫੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੋਰ ਵੀ ਲੀਡਰ ਸਾਹਿਬਾਨ ਹੈਗੇ ਆ, ਜਿੱਥੇ ਕਿਤੇ ਵੀ ਉਹਨਾਂ ਵੱਲੋਂ ਗੱਲ ਪੁੱਛੀ ਗਈ ਤਾਂ ਪੱਤਰਕਾਰ ਭਾਈਚਾਰੇ ਨੇ ਪੁੱਛਿਆ ਤੇ ਉਹ ਵੀ ਇਸ ਗੱਲ ਦੀ ਪ੍ਰੋੜਤਾ ਕਰਦੇ ਨਜ਼ਰ ਆਏ ਵੀ ਮਾਨ ਸਾਹਿਬ ਜੋ ਕਹਿੰਦੇ ਠੀਕ ਕਹਿੰਦੇ ਆ। ਤੇ ਇਹਦੀ ਬੈਕਗਰਾਊਂਡ ਦੇ ਵਿੱਚ ਉਹ ਇਹ ਵੀ ਤਰਕ ਦਿੰਦੇ ਆ ਕਿ ਸ਼ਾਇਦ 2005 ਦੇ ਵਿੱਚ ਵੀ ਇਹੋ ਜਿਹਾ ਕੋਈ ਗੱਲ ਹੋਈ ਸੀ, ਉਦੋਂ ਇੱਕ ਕੇਸ ਹੋ ਗਿਆ ਸੀ ਤੇ ਉਹ ਕੇਸ ਲੜ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਉਹ ਕੇਸ ਜਿੱਤਿਆ ਕਿ ਹਾਂਜੀ ਉਹਨਾਂ ਨੇ ਜੋ ਕਿਹਾ ਸੀ ਉਹਦੇ ਵਿੱਚ ਕੋਈ ਵੀ ਅਤਕਥਨੀ ਨਹੀਂ ਆ, ਤੇ ਇਸ ਕਰਕੇ ਅਸੀਂ ਤਾਂ ਬਹੁਤ ਦੇਰ ਪਹਿਲਾਂ ਇਹ ਕੇਸ ਜਿੱਤ ਚੁੱਕੇ ਹਾਂ, ਹੁਣ ਇਸ ਚੀਜ਼ ਦਾ ਰੌਲਾ ਕੋਈ ਨਹੀਂ। ਹੁਣ ਕਾਨੂੰਨੀ ਤੌਰ 'ਤੇ ਜੇ ਉਹ ਇਸ ਗੱਲ ਨੂੰ ਪਹਿਲਾਂ ਕਹਿ ਚੁੱਕੇ ਆ, ਉਸ ਤੋਂ ਬਾਅਦ ਅਦਾਲਤ 'ਚ ਕੇਸ ਗਿਆ ਤੇ ਉਸ ਕੇਸ ਨੂੰ ਜਿੱਤ ਚੁੱਕੇ ਆ, ਤੇ ਫਿਰ ਹੋ ਸਕਦਾ ਵੀ ਉਸੇ ਕੇਸ ਦੀ ਰੌਸ਼ਨੀ 'ਚ ਹੁਣ ਵੀ 2022 'ਚ ਆ ਕੇ ਦੁਬਾਰਾ ਉਹਨਾਂ ਨੇ ਇਹ ਗੱਲ ਕੀਤੀ ਹੋਵੇ। ਪਰ ਦੇਖੋ, ਇੱਕ ਘਟਨਾ ਜਿਹੜੀ ਆ ਉਸ ਘਟਨਾ ਦਾ ਜ਼ਿਕਰ ਉਹ ਵਾਰ-ਵਾਰ ਕਰਦੇ ਨੇ, ਤੇ ਉਹ ਘਟਨਾ ਉਹੀ ਹੈ ਕਿ ਵੀ ਲਾਲਾ ਲਾਜਪਤ ਰਾਏ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਉਹ ਬਦਲਾ ਲੈਣ ਦੀ ਗੱਲ ਚੱਲੀ ਸੀਗੀ, ਤੇ ਉਸ ਤੋਂ ਬਾਅਦ ਉਹ ਜਿਸ ਤਰ੍ਹਾਂ ਕਹਿੰਦੇ ਇੱਕ ਗੋਰੇ ਅਫਸਰ ਨੂੰ ਮਾਰਿਆ ਗਿਆ ਜਾਂ ਨਾਲ ਇੱਕ ਹੋਰ ਜਿਹੜਾ ਉਹ ਪੰਜਾਬੀ ਹੌਲਦਾਰ ਸੀਗਾ ਜੀ ਉਹਦੀ ਮੌਤ ਹੋਈ, ਉਸ ਚੱਕਰ ਦੇ ਵਿੱਚ ਉਹ ਵਾਰ-ਵਾਰ ਸ਼ਬਦ ਵਰਤਦੇ ਆ ਵੀ ਫਿਰ ਆਪਾਂ ਉਹਨੂੰ ਹੋਰ ਕੀ ਕਹਾਂਗੇ। ਹੁਣ ਜਿਹੜੇ ਦੂਸਰੇ ਪਾਸੇ ਇਹਦਾ ਵਿਰੋਧ ਕਰਨ ਵਾਲੇ ਲੋਕ ਨੇ ਉਹ ਕਹਿੰਦੇ ਨੇ ਕਿ ਸਿਰਫ ਇੱਕ ਘਟਨਾ ਨੂੰ ਲੈ ਕੇ ਤੁਸੀਂ ਇਹ ਸਾਰਾ ਕੁਝ ਕਹਿ ਰਹੇ ਹੋ, ਬਾਕੀ ਉਹ ਕਦੋਂ ਤੋਂ ਇਸ ਚੀਜ਼ ਦੀ ਲੜਾਈ ਲੜ ਰਹੇ ਸੀ, ਹੋਰ ਉਹਨਾਂ ਨੇ ਕੀ ਕੁਛ ਕਿੱਥੇ ਕਿੱਥੇ ਕੀਤਾ, ਉਹ ਸਾਰੇ ਕੁਛ ਨੂੰ ਆਪਾਂ ਅੱਖੋਂ ਪਰੋਖੇ ਕਿੱਦਾਂ ਕਰ ਸਕਦੇ ਹਾਂ। ਸੋ ਡਿਬੇਟ ਤਾਂ ਹੈਗੀ, ਪਰ ਮੈਨੂੰ ਲੱਗਦਾ ਵੀ ਹੁਣ ਜਿਹੜੀ ਚੀਜ਼ ਮਾੜੀ ਇਹਦੇ ਵਿੱਚ ਐਡ ਹੋ ਗਈ ਉਹ ਇਹ ਹੋ ਗਈ ਕਿ ਵੀ ਹੌਲੀ ਹੌਲੀ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਪਿਛੋਕੜ ਵਾਲੇ ਪਾਸੇ ਨੂੰ ਗੱਲਾਂ ਨਿਕਲ ਕੇ ਸਾਹਮਣੇ ਆਉਣ ਲੱਗ ਪੈਣ। ਉਹ ਜਿਹੜੀਆਂ ਗੱਲਾਂ ਨੇ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਵੀ ਕਾਫੀ ਮਾੜਾ ਰੂਪ ਧਾਰਨ ਕਰ ਲੈਣ, ਕਿਉਂਕਿ ਇੱਕ ਵਾਰ ਕੋਈ ਚੀਜ਼ ਉਛਲ ਆਵੇ ਜਿਹਨੂੰ ਨਹੀਂ ਵੀ ਪਤਾ ਹੁੰਦੀ ਉਹਨੂੰ ਵੀ ਪਤਾ ਲੱਗਦੀ ਹੈ, ਨਾ ਹੁੰਦੀ ਇਹ ਗੱਲ ਤਾਂ ਚੰਗੀ ਗੱਲ ਹੈ ਸਰ। ਬਿਲਕੁਲ ਸੰਧਾਲੀਆ ਸਾਹਿਬ, ਨਾ ਹੁੰਦੀ ਤਾਂ ਚੰਗਾ ਸੀ, ਕਿਉਂਕਿ ਮਸਲੇ ਹੋਰ ਬਹੁਤ ਨੇ ਵਿਚਾਰਨ ਵਾਲੇ। ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਸਤਿਕਾਰਯੋਗ ਨੇ, ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਉਹਨਾਂ ਦੇ ਹੱਕ 'ਚ ਵੋਟਾਂ ਪਾ ਕੇ ਉਹਨਾਂ ਦੀ ਲੀਡਰਸ਼ਿਪ ਦੇ ਹੱਕ 'ਚ ਫਤਵਾ ਦਿੱਤਾ ਕਿ ਮਾਨ ਸਾਹਿਬ ਅਸੀਂ ਤੁਹਾਨੂੰ ਬਾਕੀਆਂ ਤੋਂ ਚੰਗੇ ਮੰਨਦੇ ਹਾਂ, ਤੇ ਇੱਕ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਸਵਾਲ ਚੁੱਕਣੇ, ਲੋਕਾਂ ਦੇ ਮੁੱਦੇ ਚੁੱਕਣੇ, ਕੋਈ ਕਾਨੂੰਨ ਰੱਦ ਕਰਾਉਣਾ, ਕਿਸੇ ਕਾਨੂੰਨ 'ਚ ਸੋਧ ਕਰਾਉਣੀ, ਕੋਈ ਨਵਾਂ ਕਾਨੂੰਨ ਬਣਾਉਣਾ, ਕਿਸੇ ਬਹਿਸ ਦੇ ਵਿੱਚ ਜਾ ਕੇ ਹਿੱਸਾ ਲੈਣਾ, ਕੋਈ ਸਵਾਲ ਲਿਖਤੀ ਦੇਣਾ, ਕੋਈ ਸਵਾਲ ਉੱਥੇ ਪੁੱਛਣਾ, ਕਾਊਂਟਰ ਕੋਈ ਕੁਐਸਚਨ ਕਰਨਾ, ਉਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਤੇ ਮਾਨ ਸਾਹਿਬ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਸੰਗਰੂਰ ਲੋਕ ਸਭਾ ਹਲਕੇ ਦੇ ਲੋਕ ਜਿਹੜੇ ਨੇ ਉਹਨਾਂ ਤੋਂ ਇਸ ਗੱਲ ਦੀ ਆਸ ਰੱਖਦੇ ਹੋਣਗੇ, ਤੇ ਜਦੋਂ ਸੈਸ਼ਨ ਚੱਲੂ ਅਸੀਂ ਉਮੀਦ ਕਰਦੇ ਹਾਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਚੀਜ਼ਾਂ ਤੇ ਪੂਰੇ ਉਤਰਨਗੇ। ਪਰ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜਦੋਂ ਬਹੁਤ ਸਾਰੇ ਮੁੱਦੇ ਇਸ ਵੇਲੇ ਸਾਹਮਣੇ ਨੇ ਜਿਨ੍ਹਾਂ ਦਾ ਲੋਕਾਂ ਦੇ ਨਾਲ ਸਿੱਧਾ ਸੰਬੰਧ ਹੈ, ਉਦੋਂ ਐਸੀਆਂ ਚੀਜ਼ਾਂ ਉਛਲ ਕੇ ਸਾਹਮਣੇ ਲਿਆਂਦੀਆਂ ਜਾ ਰਹੀਆਂ ਜਾਂ ਆ ਰਹੀਆਂ ਨੇ ਜਿਹੜੀਆਂ ਕਿ ਬਾਕੀ ਮੁੱਦਿਆਂ ਨੂੰ ਪਿਛਾਂਹ ਧੱਕਣਗੀਆਂ। ਹੁਣ ਤੁਸੀਂ ਦੇਖੋ ਕਿ ਇੱਕ ਜਗ੍ਹਾ ਦੇ ਉੱਤੇ ਕੁਝ ਨੌਜਵਾਨ ਇਕੱਠੇ ਹੋਏ, ਵੀਡੀਓ ਹੈ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਬਾਰੇ ਬੋਲੇ ਗਏ ਸ਼ਬਦਾਂ ਦਾ ਵਿਰੋਧ ਕਰਦਿਆਂ ਉਹਨਾਂ ਦੇ ਨਾਨਾ ਜੀ ਤੱਕ ਦਾ ਜ਼ਿਕਰ ਕਰ ਦਿੱਤਾ, ਅਰੂੜ ਸਿੰਘ ਹੋਰਾਂ ਦਾ। ਉਹ ਕਹਿੰਦੇ ਜੀ ਜਦੋਂ ਜਨਰਲ ਡਾਇਰ ਹੋਰਾਂ ਨੇ ਏਡਾ ਵੱਡਾ ਕਾਂਡ ਕਰ ਦਿੱਤਾ ਸੀ ਤੇ ਭਾਈ ਤੁਹਾਡੇ ਰਿਸ਼ਤੇਦਾਰ ਤੁਹਾਡੇ ਨਾਨਾ ਜੀ ਅਰੂੜ ਸਿੰਘ ਹੋਰਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਸੀ, ਉਹਨਾਂ ਦੇ ਨਾਲ ਉਹ ਜਿਹੜਾ ਉਹਨਾਂ ਨੂੰ ਬੁਲਾਇਆ ਗਿਆ ਸੀ ਕਈ ਤਰ੍ਹਾਂ ਦੇ, ਕਿਉਂਕਿ ਇਤਿਹਾਸ ਹੈ। ਉਹਦੇ ਤੋਂ ਬਾਅਦ ਇਹ ਵੀ ਪਤਾ ਲੱਗਾ ਕਿ ਮਾਨ ਸਾਹਿਬ ਨੇ ਸ਼ਾਇਦ ਕਿਸੇ ਪੱਤਰਕਾਰ ਦੇ ਨਾਲ ਗੱਲਬਾਤ ਕਰਦਿਆਂ ਇਹ ਵੀ ਗੱਲ ਆਖੀ ਕਿ ਭਾਈ ਜੇ ਉਹ ਇੱਦਾਂ ਨਾ ਕਰਦੇ, ਉਹਨਾਂ ਨੇ ਡਾਇਰ ਹੋਰਾਂ ਦਾ ਗੁੱਸਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਨਹੀਂ ਤਾਂ ਹਵਾਈ ਬੰਬਾਰੀ ਹੋ ਸਕਦੀ ਸੀ ਅੰਮ੍ਰਿਤਸਰ ਦੇ ਉੱਤੇ, ਕਿ ਉਹ ਚਾਹੁੰਦੇ ਨਹੀਂ ਸੀ ਕਿ ਨੁਕਸਾਨ ਹੋਵੇ। ਪਰ ਉਹ ਜਿਹੜੇ ਨੌਜਵਾਨ ਕਹਿੰਦੇ ਸੀ ਕਿ ਅਸੀਂ ਪਰਚਾ ਕਰਾਉਣਾ ਹੈ, ਅਸੀਂ ਵਿਰੋਧ ਕਰਦੇ ਹਾਂ, ਉਹਨਾਂ ਨੂੰ ਬਿਆਨ ਵਾਪਸ ਲੈਣਾ ਚਾਹੀਦਾ, ਉਹ ਆਪਣੇ ਨਾਨਾ ਜੀ ਦੇ ਕਦਮਾਂ ਦੇ ਉੱਤੇ ਨਾ ਤੁਰਨ। ਹੁਣ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ, ਉਹ ਕਹਿੰਦੇ ਜੀ ਇਤਿਹਾਸ ਆ, ਲੱਗਦਾ ਕਿ ਇਹਨਾਂ ਨੇ ਇਤਿਹਾਸ ਦੁਹਰਾ ਦੇਣਾ। ਰਵਨੀਤ ਸਿੰਘ ਬਿੱਟੂ ਹੋਰੀ ਕਹਿੰਦੇ ਕਿ ਪੰਜਾਬ ਦੇ ਹਰ ਇੱਕ ਥਾਣੇ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਖਿਲਾਫ ਜਿਹੜਾ ਉਹ ਅਸੀਂ ਪਰਚੇ ਦਰਜ ਕਰਾਉਣ ਦੀ ਕੋਸ਼ਿਸ਼ ਕਰਨੀ ਹੈ। ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਹੈਗੀ ਆ, ਮਾਨ ਸਾਹਿਬ ਕਿਉਂਕਿ ਬਜ਼ੁਰਗ ਨੇ, ਪੁਰਾਣੇ ਨੇ ਲੀਡਰਸ਼ਿਪ ਦੇ ਵਿੱਚ, 3 ਵਾਰ MP ਚੁਣੇ ਗਏ, ਕੋਈ ਛੋਟੀ ਗੱਲ ਨਹੀਂ ਹੁੰਦੀ। ਪਰ ਦੂਸਰੇ ਪਾਸੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦਾ ਜਿਹੜਾ ਦਰਜਾ ਹੈ, ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਜੋ ਕੁਝ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਲਈ ਬਹੁਤ ਛੋਟੀ ਉਮਰ ਦੇ ਵਿੱਚ ਕਰ ਦਿੱਤਾ, ਜਿਸ ਤਰੀਕੇ ਦੇ ਉਹਨਾਂ ਦੇ ਵਿਚਾਰ ਨੇ, ਝੁਠਲਾਏ ਨਹੀਂ ਜਾ ਸਕਦੇ, ਬਿਲਕੁਲ ਝੁਠਲਾਏ ਨਹੀਂ ਜਾ ਸਕਦੇ। ਤੇ ਹੁਣ ਇੱਥੋਂ ਤੱਕ ਵੀ ਗੱਲਾਂ ਬਾਤਾਂ ਆ ਗਈਆਂ, ਕਿਉਂਕਿ ਜਿਹੜੇ ਬੰਦੇ ਹੋਰਨਾਂ ਸੂਬਿਆਂ ਦੇ ਵਿੱਚ ਵਸਦੇ ਆ, ਕਿਉਂਕਿ ਉਹਨਾਂ ਨੇ ਵੀ ਵਿਰੋਧ ਕਰਨਾ ਸ਼ੁਰੂ ਕਰਤਾ। ਹੁਣ ਜਿਹੜੀ ਗੱਲ ਕੇਸ ਜਿੱਤਣ ਦੀ ਹੈ,
ਸੰਧਾਲੀਆ ਸਾਹਿਬ ਕਿੰਨਾ ਲੰਬਾ ਸਮਾਂ ਹੋ ਗਿਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼ਹੀਦਾਂ ਦਾ ਦਰਜਾ ਹੀ ਕਿਹਨਾਂ ਨੂੰ ਦਿੱਤਾ ਗਿਆ? ਜੇ ਅਜੇ ਤੱਕ ਵੀ ਕੋਈ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਸਾਡੀਆਂ ਸਰਕਾਰਾਂ ਤੋਂ ਪੁੱਛਦਾ ਨਾ ਕਿ ਭਾਈ ਜਿਨ੍ਹਾਂ ਨੇ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ, ਜਿਨ੍ਹਾਂ ਦੇ ਕਰਕੇ ਲੋਕਤੰਤਰ ਬਣਿਆ, ਜਿਨ੍ਹਾਂ ਦੇ ਕਰਕੇ ਵੋਟਾਂ ਪੈਂਦੀਆਂ, ਜਿਨ੍ਹਾਂ ਦੇ ਕਰਕੇ ਤੁਸੀਂ MP MLA ਬਣਦੇ ਹੋ ਤੇ ਮੁੜ ਕੇ ਸਰਕਾਰਾਂ ਦੇ ਵਿੱਚ ਆਉਂਦੇ ਹੋ, ਕੈਬਨਿਟ ਮੰਤਰੀ, ਪ੍ਰਧਾਨ ਮੰਤਰੀ ਤੇ ਹੋਰ ਰਾਜ ਮੰਤਰੀ ਬਣਦੇ ਹੋ, ਭਾਈ ਆਜ਼ਾਦੀ ਲੈ ਕੇ ਦੇਣ ਵਾਲੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ। ਹੁਣ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਕਿਹੜਾ ਇਕੱਲੇ, ਉਹਨਾਂ ਦੇ ਪਿਤਾ ਜੀ, ਉਹਨਾਂ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਹੋਰੀ, ਕਿੱਡੀਆਂ ਕੁਰਬਾਨੀਆਂ ਦਾ ਸਿਲਸਿਲਾ। ਉਹ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਇੱਕਦਮ ਐ ਲੀਕ ਖਿੱਚ ਕੇ ਝੁਠਲਾ ਦੇਾਂਗੇ ਫਿਰ ਤਾਂ ਵੀ ਕਿਆ ਬਾਤ ਹੈ, ਕਿਉਂਕਿ ਜਦੋਂ ਪਗੜੀ ਸੰਭਾਲ ਜੱਟਾ ਲਹਿਰ ਚੱਲੀ ਸੀ ਤੇ ਸਰਦਾਰ ਅਜੀਤ ਸਿੰਘ ਹੋਰਾਂ ਦੀ ਕੁਰਬਾਨੀ ਨੂੰ ਕੌਣ ਚੇਤੇ ਭੁਲਾ ਸਕਦਾ ਹੈ? ਜਿਸ ਤਰੀਕੇ ਪ੍ਰਾਪਰਟੀਆਂ ਜ਼ਬਤ ਹੋ ਗਈਆਂ, ਜਾਇਦਾਦਾਂ ਜ਼ਬਤ ਹੋ ਗਈਆਂ, ਕਿੱਡਾ ਵੱਡਾ ਤਸ਼ੱਦਦ ਜਿਹੜਾ ਸਹਿਣ ਕੀਤਾ ਸੀ। ਲੋਕ ਇਸ ਵੇਲੇ ਵੀ ਹੱਥਾਂ ਤੇ ਚੱਕੀ ਫਿਰਦੇ ਆ, ਸਰਕਾਰਾਂ ਭਾਵੇਂ ਸ਼ਹੀਦਾਂ ਦਾ ਦਰਜਾ ਦੇਣ ਨਾ ਦੇਣ, ਪਰ ਜਦੋਂ ਇਦਾਂ ਦਾ ਕੋਈ ਬਿਆਨ ਆਉਂਦਾ ਤੇ ਆਮ ਲੋਕ ਜਿਹੜੇ ਨੇ ਦੁੱਖ ਪਹੁੰਚਦਾ ਜ਼ਰੂਰ ਹੈ ਕਿ ਭਾਈ ਕਿਸੇ ਹੋਰ ਰਾਹ ਦੇ ਉੱਤੇ ਤੁਰਨਾ ਸੀ, ਆਪਣਾ ਟਰੈਕ ਕੋਈ ਹੋਰ ਹੋ ਗਿਆ। ਚਲੋ ਆਪਾਂ ਤਾਂ ਇਹ ਆਸ ਕਰਦੇ ਹਾਂ ਵੀ ਇਹ ਜਿਹੜਾ ਵਿਵਾਦ ਆ ਉਹ ਜਿੰਨੀ ਛੇਤੀ ਹੋਵੇ ਉਨੀ ਛੇਤੀ ਇਹ ਸੁਲਝ ਜਾਵੇ। ਇਹ ਡਿਬੇਟ ਦਾ ਵਿਸ਼ਾ ਨਹੀਂ ਹੈ, ਕਿਉਂਕਿ ਹੁਣ ਗਾਂ ਮੌਨਸੂਨ ਸੈਸ਼ਨ ਆ ਰਿਹਾ। ਉਸ ਮੌਨਸੂਨ ਸੈਸ਼ਨ ਦੇ ਵਿੱਚ ਦੁਬਾਰਾ ਤੋਂ ਪੰਜਾਬ ਦੇ ਵਿੱਚ ਇੱਕ ਨਵੇਂ MP ਨੇ ਚੁਣ ਕੇ ਉੱਥੇ ਪਹੁੰਚਣਾ, ਅਤੇ ਉਹ ਚੁਣੇ ਹੋਏ MP ਸਰਦਾਰ ਸਿਮਰਜੀਤ ਸਿੰਘ ਮਾਨ ਨੇ ਪੰਜਾਬ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਨੇ, ਬਹੁਤ ਸਾਰੇ ਲੋਕ ਆਸਾਂ ਉਮੀਦਾਂ ਲਾ ਕੇ ਬੈਠੇ ਹੋਣਗੇ ਉਹਨਾਂ ਕੋਲੋਂ। ਸੋ ਆਸ ਕਰਦੇ ਹਾਂ ਵੀ ਇਸ ਵਿਵਾਦ ਨੂੰ ਹੁਣ ਅੱਗੇ ਨਾ ਵਧਾਉਂਦਿਆਂ ਉਹ ਆਪਣੀ ਜਿਹੜੀ ਡਿਊਟੀ ਹੈ ਉੱਥੇ ਉਹ ਵਧੀਆ ਤਨਦੇਹੀ ਦੇ ਨਾਲ ਨਿਭਾਉਣਗੇ। ਅਤੇ ਚਲੋ ਇੱਕ ਚੰਗੀ ਚੀਜ਼ ਜਿਹੜੀ ਹੈ ਜੀ ਉਹਦੀ ਆਪਾਂ ਆਸ ਕਰਦੇ ਹਾਂ। ਬਾਕੀ WhatsApp ਗੱਲ ਇਹ ਆ ਕਿ ਆਸ ਹੀ ਕੀਤੀ ਜਾ ਸਕਦੀ ਆ, ਕਿਉਂਕਿ ਜੇ ਟ੍ਰੈਫਿਕ ਦੀ ਗੱਲ ਕਰੀਏ ਆਪਣੇ ਇੰਡੀਆ ਦੇ ਵਿੱਚ ਤੇ ਉਹਦੇ ਹਾਲਾਤ ਤੇ ਆਪਾਂ ਨੂੰ ਪਤਾ ਹੀ ਹੈ ਵੀ ਕਿੱਦਾਂ ਦੇ ਆ। ਜੇ ਮੈਂ ਗਲਤ ਨਹੀਂ ਤੇ ਪਹਿਲਾਂ ਵੀ ਇੱਕ ਵਾਰ ਵਧਾਏ ਗਏ ਸੀ ਜੁਰਮਾਨੇ ਕਿ ਮਹਾਰਾਜ ਜੁਰਮਾਨੇ ਘੱਟ ਹੈ, ਇਸ ਕਰਕੇ ਲੋਕ ਪਰਵਾਹ ਨਹੀਂ ਕਰਦੇ, ਅਤੇ ਜਦੋਂ ਜੁਰਮਾਨਾ ਹੀ ਜ਼ਿਆਦਾ ਹੋਊਗਾ ਤਾਂ ਫਿਰ ਲੋਕ ਆਪੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਿਆ ਕਰਨਗੇ। ਤੁਹਾਨੂੰ ਲੱਗਦਾ ਵੀ ਜੇ ਜੁਰਮਾਨਾ ਥੋੜ੍ਹਾ ਜਿਹਾ ਵਧੇਰੇ ਲੱਗੂਗਾ ਤਾਂ ਉਹਦੇ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਲੋਕ ਕਰਨ ਲੱਗ ਪੈਣਗੇ? ਸੰਧਾਲੀਆ ਸਾਹਿਬ ਦੇਖੋ, ਇੱਕ ਗੱਲ ਤਾਂ ਹੈਗੀ ਆ, ਆਪਾਂ ਬਹੁਤ ਸਾਰੀਆਂ ਚੀਜ਼ਾਂ ਦੀ ਤੁਲਨਾ ਕਰਦੇ ਹਾਂ, ਕੰਪੈਰੀਜ਼ਨ ਕਰਦੇ ਹਾਂ। ਜਿਹੜੇ ਦੇਸ਼ ਦੇ ਵਿੱਚ ਤੁਸੀਂ ਬੈਠੇ ਹੋ, ਜਿਸ ਧਰਤੀ 'ਤੇ ਤੁਸੀਂ ਬੈਠੇ ਹੋ, ਆਪਾਂ ਬੜੀ ਵਾਰੀ ਸੁਣਦੇ ਹੁੰਦੇ ਹਾਂ ਕਿ ਭਾਈ ਕੋਈ ਬੰਦਾ ਪਾਰਟੀ ਦੇ ਉੱਤੇ ਆਇਆ, ਭਾਜੀ ਕਿੱਦਾਂ ਆਏ ਹੋ? ਕੋਈ ਕਹਿੰਦਾ ਮੈਂ ਨਾ ਫਿਰ ਟੈਕਸੀ ਲੈ ਕੇ ਆ ਗਿਆ ਸੀ ਵਿਆਹ ਦੇ ਉੱਤੇ, ਪਾਰਟੀ ਦੇ ਉੱਤੇ। ਗੱਡੀ ਕਾਹਤੋਂ ਨਹੀਂ ਲਿਆ? ਗੱਡੀ ਘਰੇ ਖੜੀ ਆ, ਫਿਰ ਸ਼ਾਮ ਨੂੰ ਜਾਣਾ, ਗੱਡੀ ਸ਼ਾਮ ਨੂੰ ਲੈ ਜਾਂਦੇ। ਨਹੀਂ, ਫਿਰ ਪੈਗ ਲੱਗ ਜਾਣੇ ਆ, ਦੋ ਹਾੜੇ ਲੱਗ ਜਾਣੇ ਆ। ਤੁਹਾਨੂੰ ਪਤਾ ਫਿਰ ਭਾਈ ਜੇ ਸ਼ਰਾਬ ਪੀ ਕੇ ਗੱਡੀ ਚਲਾ ਤਾਂ ਲਵਾਂਗੇ, ਪਰ ਜੇ ਕਿਤੇ ਟ੍ਰੈਫਿਕ ਪੁਲਿਸ ਦੇ ਕਾਬੂ ਆ ਗਏ, ਟਿਕਟ ਬਹੁਤ ਵੱਡੀ ਮਿਲਦੀ ਹੈ, ਲਾਇਸੈਂਸ ਕੈਂਸਲ ਹੋ ਜਾਂਦਾ। ਜੇ ਲਾਇਸੈਂਸ ਨਾ ਹੋਇਆ ਕੱਲ੍ਹ ਨੂੰ ਕੰਮਾਂ ਕਾਰਾਂ ਦੇ ਉੱਤੇ ਕਿੱਦਾਂ ਜਾਣਾ? ਬੀਬੀਆਂ ਦੀ ਮੁੱਕਤ ਬੜੀ ਵੱਧਦੀ ਹੈ ਸੰਧਾਲੀਆ ਸਾਹਿਬ। ਜੇ ਸ਼ਨੀਵਾਰ ਸ਼ਾਮ ਨੂੰ ਪਾਰਟੀ ਹੋਵੇ, ਬੁੱਧਵਾਰ ਨੂੰ ਕਹਿਣ ਆਪਣਾ ਕਿਹੜੀ ਗੱਲ ਹੈ, ਆ ਪਤੀਲਾ ਮੈਂ ਮਾਂਜ ਦਿੰਨਾ, ਕਿੱਡੀ ਗੱਲ ਹੈ, ਕੋਈ ਗੱਲ ਨਹੀਂ, ਤੁਸੀਂ ਥੱਕੇ ਹੋਣੇ, ਚਾਹ ਮੈਂ ਬਣਾ ਲੈਣਾ। ਬੀਬੀਆਂ ਨੂੰ ਪਤਾ ਲੱਗ ਜਾਂਦਾ ਇਹਦਾ ਮਤਲਬ ਹੈ ਕਿ ਐਤਕੀ ਸ਼ੁੱਕਰਵਾਰ ਜਾਂ ਸ਼ਨੀਵਾਰ ਇਹਨਾਂ ਨੇ ਸ਼ਾਮ ਨੂੰ ਕਿਤੇ ਜਾਣਾ ਹੈ, ਅਤੇ ਫਿਰ ਮੈਨੂੰ ਨਾਲ ਤਾਂ ਲੈ ਕੇ ਜਾਣਾ ਕਿ ਭਾਈ ਮੈਂ ਮੁੜ ਕੇ ਆਉਂਦੀ ਹੋਈ ਗੱਡੀ ਚਲਾ ਲੂੰ ਅਤੇ ਇਹ ਪਿਛਲੀ ਸੀਟ ਦੇ ਉੱਤੇ ਭਾਵੇਂ ਸਿਰ ਸਿੱਟ ਕੇ ਬੈਠੇ ਹੋਣ। ਜਾਣੀ ਲਾਇਸੈਂਸ ਜਦੋਂ ਟ੍ਰੈਫਿਕ ਪੁਲਿਸ ਰੱਖ ਲੈਂਦੀ ਹੈ, ਜੁਰਮਾਨਾ ਜਦੋਂ ਮੋਟਾ ਲੱਗਦਾ ਹੈ, ਜਦੋਂ ਪੁਆਇੰਟ ਕੱਟੇ ਜਾਂਦੇ ਆ, ਬੰਦੇ ਨੂੰ ਐਂ ਲੱਗਦਾ ਹੁੰਦਾ ਕਿ ਭਾਈ ਹੈਂਡੀਕੈਪਟ ਮੈਂ ਹੋ ਜਾਣਾ। ਇੱਥੇ ਤਾਂ ਉਹ ਡਰ ਕੰਮ ਕਰਦਾ ਹੈ। ਅਤੇ ਸੰਧਾਲੀਆ ਸਾਹਿਬ ਜੇ ਸਿਫਾਰਿਸ਼ ਨਾ ਚੱਲੇ, ਮੈਂ ਕਹਿੰਦਾ ਕਿ ਪੋਸਟਰ ਲਾ ਕੇ ਦੇਖ ਲਏ। NSS ਦੇ ਵਿੱਚ ਮੈਂ ਹੁੰਦਾ ਸੀ ਜਦੋਂ ਕਾਲਜ ਦੇ ਵਿੱਚ ਪੜ੍ਹਦਾ ਸੀ, ਤਾਂ ਉਹਨਾਂ ਨੇ ਨਾ ਸਾਲ ਦੇ ਵਿੱਚ 2 ਵਾਰੀ ਸੰਧਾਲੀਆ ਸਾਹਿਬ NSS ਦਾ ਕੈਂਪ ਲਾਉਣਾ। ਸਾਡੇ ਇੰਚਾਰਜ ਹੁੰਦੇ ਸੀ ਕੁਲਦੀਪ ਸਿੰਘ ਸਰ ਹੋਣੀ। ਉਹਨਾਂ ਨੇ ਕਹਿਣਾ ਜੀ ਅੱਜ ਨਾ ਆਪਾਂ ਇੱਕ ਤਾਂ ਆਹ ਰਿਫਲੈਕਟਰ ਲਾਉਣੇ ਆ, ਜਿਹੜੇ ਵਹੀਕਲ ਜਾਂਦੇ ਆ, ਇੱਕ ਉਹਨਾਂ ਨੂੰ ਆਪਾਂ ਸਮਝਾਉਣਾ ਹੈ ਕਿ ਭਾਈ ਸ਼ਰਾਬ ਪੀ ਕੇ ਨਹੀਂ ਗੱਡੀ ਚਲਾਉਣੀ, ਮੋਬਾਈਲ ਦੀ ਵਰਤੋਂ ਨਹੀਂ ਕਰਨੀ, ਆਹ ਨਹੀਂ ਕਰਨਾ, ਇਹਦੇ ਨਾਲ ਹਾਦਸੇ ਹੁੰਦੇ ਆ। ਮੈਂ ਇਹ ਕਹਿ ਰਿਹਾ ਕਿ ਮੈਂ ਇੱਕ ਛੋਟਾ ਜਿਹਾ ਹਿੱਸਾ ਸੀ। ਇੱਦਾਂ ਹੀ ਸਰਕਾਰਾਂ ਬਹੁਤ ਉੱਦਮ ਕਰਦੀਆਂ, ਸਮਾਜ ਸੇਵੀ ਜਥੇਬੰਦੀਆਂ ਬਹੁਤ ਉੱਦਮ ਕਰਦੀਆਂ ਕਿ ਲੋਕਾਂ ਨੂੰ ਜਾਗਰੂਕ ਕਰਨਾ, ਪਰ ਗੱਲ ਨਹੀਂ ਬਣਦੀ। ਐਕਸੀਡੈਂਟ ਹੁੰਦੇ ਆ, ਲੋਕ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਆ, ਮੋਬਾਈਲ ਫੋਨ ਦੀ ਠੋਕ ਵਜਾ ਕੇ ਵਰਤੋਂ ਕਰਦੇ ਆ, ਤਾਂ ਖੜਕ ਕੋਈ ਮਾਰਿਆ ਜਾਂਦਾ, ਕੋਈ ਅੰਗਹੀਣ ਹੋ ਜਾਂਦਾ। ਸਾਰੀ ਉਮਰ ਦੇ ਲਈ ਲੋਕ ਮੰਜਿਆਂ 'ਤੇ ਪੈ ਜਾਂਦੇ ਆ, ਜਵਾਕ ਮਗਰੋਂ ਬਿਲਕਦੇ ਰੋਂਦੇ ਰਹਿੰਦੇ ਆ। ਜੇ ਹੁਣ ਆਪਾਂ ਜਾਗਰੂਕ ਕਰਨ 'ਤੇ ਨਹੀਂ ਮੰਨਦੇ, ਥੋੜ੍ਹਾ ਜਿਹਾ ਜੁਰਮਾਨਾ ਵਧਾਉਣ 'ਤੇ ਨਹੀਂ ਮੰਨਦੇ, ਹੁਣ ਜੋ ਟਰਾਂਸਪੋਰਟ ਵਿਭਾਗ ਕਹਿੰਦਾ ਕਿ 5000 ਰੁਪਈਏ ਦਾ ਜੁਰਮਾਨਾ ਜੇ ਸ਼ਰਾਬ ਪੀ ਕੇ ਗੱਡੀ ਚਲਾਉਂਦੇ, ਸਕੂਟਰ ਮੋਟਰਸਾਈਕਲ ਚਲਾਉਂਦੇ ਫੜੇ ਗਏ, ਤਾਂ 3 ਮਹੀਨੇ ਦੇ ਲਈ ਤੁਹਾਡਾ ਲਾਇਸੈਂਸ ਲੈ ਲੈਣਾ। ਅਤੇ ਜੇ ਦੂਸਰੀ ਵਾਰੀ ਵੀ ਇਹ ਕੰਮ ਕੀਤਾ ਤੇ ਜੁਰਮਾਨਾ ਵਧਾ ਕੇ 10,000 ਰੁਪਈਆ ਕਰ ਦੇਣਾ, ਤੇ 3 ਮਹੀਨੇ ਦੇ ਲਈ ਲਾਇਸੈਂਸ ਤੁਹਾਡਾ ਫੇਰ ਸਾਡੇ ਕੋਲ ਹੋਊਗਾ। ਸੰਧਾਲੀਆ ਸਾਹਿਬ ਜੇ ਸਿਫਾਰਿਸ਼ਾਂ ਨਾ ਚੱਲਣ,
ਜੇ ਪੁਲਿਸ ਨੇ ਚੰਗੇ ਤਰੀਕੇ ਕੰਮ ਕੀਤਾ 5000 ਰੁਪਏ ਦਾ ਟੀਕਾ ਵੱਡਾ ਹੈ। ਕੁਝ ਨਾ ਕੁਝ ਹੱਦ ਤੱਕ ਤਾਂ ਲੋਕ ਜਿਹੜੇ ਉਹ ਸੁਧਰ ਸਕਦੇ ਆ। ਚੰਡੀਗੜ੍ਹ 'ਚ ਇਹੀ ਗੱਲ ਆ ਨਾ ਯਾਰ, ਉਹਨਾਂ ਨੇ ਚਲਾਨ ਕਰ ਦੇਣਾ ਹੈ, ਉਹ ਫਿਰ ਸਿਫਾਰਿਸ਼ ਨਹੀਂ ਮੰਨਦੇ, ਉਹ ਲਾਇਸੈਂਸ ਵੀ ਲੈ ਲੈਂਦੇ ਆ, ਮੁੜ ਕੇ ਕਿਹੜਾ ਬੰਦਾ ਭੁਗਤਣ ਆਉਂਦਾ ਰਹੂਗਾ। ਸਖਤੀਆਂ ਤਾਂ ਕਰਨੀਆਂ ਪੈਣਗੀਆਂ। ਹਾਂ, ਮੈਂ ਕਹਿੰਦਾ ਕਿ ਕੋਈ ਬੰਦਾ ਇਹ ਕਹਿ ਸਕਦਾ ਜੀ ਸਾਡੇ ਘਰ ਦੇ 3 ਜੀ ਆ, ਸਕੂਟਰ ਇੱਕੋ ਹੀ ਆ, ਫਿਰ ਦੂਜੇ ਬੰਦੇ ਨੂੰ ਮੁੜ ਕੇ ਲੈਣ ਜਾਈਏ। ਮੈਂ ਨਹੀਂ ਕਹਿੰਦਾ ਕਿ 2 ਬੰਦਿਆਂ ਤੋਂ ਵੱਧ ਸਕੂਟਰ ਮੋਟਰਸਾਈਕਲ ਤੇ ਬੈਠੋ, ਪਰ ਉਹ ਚੀਜ਼ ਕੁਛ ਹੋਰ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣੀ, ਮੋਬਾਈਲ ਦੇ ਉੱਤੇ ਮੈਸੇਜ ਦੇਖੀ ਜਾਣੇ, ਗੱਲਾਂ ਕਰੀ ਜਾਣੀਆਂ, ਨੰਬਰ ਡਾਇਲ ਕਰੀ ਜਾਣੇ। ਯਾਰ ਜੇ ਬਹੁਤ ਜ਼ਰੂਰੀ ਤੁਹਾਨੂੰ ਲੱਗਦਾ ਸਾਈਡ ਤੇ ਲਾ ਲਓ ਗੱਡੀ, ਕਿੱਡੀ ਕੁ ਵੱਡੀ ਕਿਤੇ ਗੱਲ ਹੈ। ਆਪ ਤਾਂ ਮਰਨਿਆ ਛੱਡਣੇ, ਦੂਜੇ ਵੀ ਨਹੀਂ। ਇਸ ਗੱਲ ਦਾ ਧਿਆਨ ਰੱਖਿਆ ਜਾਵੇ। ਕੋਈ ਇਹ ਵਧੀਆ ਤੁਸੀਂ ਗਿਆਨ ਦੀਆਂ ਗੱਲਾਂ ਕੀਤੀਆਂ ਵਾਰ ਸਾਹਿਬ, ਪਰ ਚਲੋ ਆਸ ਕਰਦੇ ਹਾਂ ਤੁਹਾਡੇ ਇਸ ਗਿਆਨ ਦਾ ਕੋਈ ਫਾਇਦਾ ਹੋਵੇ ਕਿਤੇ ਦੂਰ ਤੱਕ, ਕਿਉਂਕਿ ਮੈਨੂੰ ਆਸ ਥੋੜ੍ਹੀ ਜਿਹੀ ਘੱਟ ਆ। ਤੁਸੀਂ ਦੇਖੋ ਜੁਰਮਾਨੇ ਵਧੇ ਤੇ ਤੁਸੀਂ ਇੱਦਾਂ ਦੇਖਦੇ ਹੋ ਵੀ ਸ਼ਾਇਦ ਜੁਰਮਾਨਾ ਵੱਧ ਗਿਆ ਤੇ ਇਹਦੇ ਨਾਲ ਆਪਾਂ ਨੂੰ ਲੋਕ ਟ੍ਰੈਫਿਕ ਨਿਯਮ ਪਾਲਣ ਕਰਨ ਲੱਗ ਪਣਗੇ। ਇੱਦਾਂ ਨਹੀਂ, ਮੈਨੂੰ ਤਾਂ ਲੱਗਦਾ ਜਦੋਂ ਜੁਰਮਾਨੇ ਵੱਧ ਗਏ ਇਹਦਾ ਮਤਲਬ ਜਿਹੜਾ ਬੰਦਾ ਕੋਈ ਮਿਰਗਾ ਹੈ, ਮੈਂ ਨਹੀਂ ਕਹਿੰਦਾ ਵੀ ਹੁਣ ਸਾਰੇ ਬੰਦੇ ਨਾਕੇ ਦੇ ਕਹਿੰਦੇ ਨੇ ਵੀ ਲਿਆ ਵੀ ਮੁੱਠੀ ਗਰਮ ਕਰ, ਕਿਉਂਕਿ ਹੋਣ ਵਾਲੀ ਸਰਕਾਰ ਕਹਿੰਦੀ ਅਸੀਂ ਸਖਤੀ ਬੜੀ ਕੀਤੀ, ਪਰ ਫਿਰ ਵੀ ਚਲੋ ਜੇ ਮੰਨ ਲਓ ਮੈਂ ਪਹਿਲਾਂ ਸੀ ਤੇ ਮੈਨੂੰ ਇਹ ਸੀ ਵੀ ਯਾਰ ਓਕੇ 500 ਆ ਤੇ 500 'ਚੋਂ ਚਲੋ 100 ਦੇ ਕੇ ਖਹਿੜਾ ਛੁੱਟ ਜੂ। ਹੁਣ ਜੇ ਮੈਨੂੰ ਇਹ ਆ ਵੀ 5000 ਹੈ ਤੇ 5000 'ਚੋਂ ਫਿਰ ਕਿੰਨਾ ਦੇ ਕੇ ਖਹਿੜਾ ਛੁੱਟੂਗਾ। ਤੇ ਗੱਲ ਤਾਂ ਤੁਹਾਡੀ ਸੰਧਾਲੀਆ ਸਾਹਿਬ ਠੀਕ ਹੈ। ਹੁਣ ਮੈਂ ਭਾ ਮੇਰਾ ਇਸ ਗੱਲ ਦਾ ਹੁਣ ਮੈਂ ਦੱਸ ਕੀ ਜਵਾਬ ਦਿਆਂ, ਮੈਨੂੰ ਆਪ ਹੀ ਦੱਸ ਦਿਓ। ਜਾਣੀ ਵੀ ਹੁਣ ਇਸ ਗੱਲ ਦਾ ਦਿਓ ਜਵਾਬ। ਦੇਖੋ ਗੱਲ ਇਹ ਆ, ਦੇਖੋ ਮੈਂ ਬੇਨਤੀ ਤਾਂ ਕਰਦਾ ਜੀ, ਜਿਹੜਾ ਤੇ ਨਾ ਜੁਰਮਾਨਾ ਮਤਲਬ ਆਪਾਂ ਬਾਹਰਲਿਆਂ ਵੱਲ ਵੇਖ ਕੇ ਜੁਰਮਾਨਾ ਲਾ ਦੇਵਾਂਗੇ ਤੇ ਉਹ ਜਿਹੜਾ ਜੁਰਮਾਨੇ ਦੇ ਹਿਸਾਬ ਨਾਲ ਕਾਨੂੰਨ ਦੇ ਹਿਸਾਬ ਨਾਲ ਕੰਮ ਚੱਲਣ ਲੱਗ ਪਊ, ਇੱਦਾਂ ਚੱਲਣਾ ਨਹੀਂ। ਇਹ ਗੱਲ ਉਲਟੀ ਹੈ। ਜਦ ਤੱਕ ਅੰਦਰੋਂ ਆਵਾਜ਼ ਨਹੀਂ ਨਾ ਆਉਂਦੀ ਬੰਦੇ ਦੇ ਵੀ ਯਾਰ ਨਹੀਂ ਮੈਂ ਟ੍ਰੈਫਿਕ ਨਿਯਮ ਦੀ ਪਾਲਣਾ ਕਰਨੀ ਹੈ, ਉਨੀ ਦੇਰ ਤੱਕ ਇਸ ਚੀਜ਼ ਦਾ ਕੋਈ ਹੱਲ ਨਹੀਂ ਕੀਤਾ ਜਾ ਸਕਦਾ। ਮੈਨੂੰ ਲੱਗਦਾ 5000 ਦੀ ਬਜਾਏ ਤੁਸੀਂ 10000 ਜੁਰਮਾਨਾ ਕਰ ਦਿਓ। ਉਸ 10000 ਜੁਰਮਾਨੇ ਦੇ ਵਿੱਚੋਂ ਜੇ ਮੰਨ ਲਓ ਅਗਲਾ ਬੰਦਾ ਇਮਾਨਦਾਰ ਆ ਵੀ ਨਹੀਂ ਵੀ ਮੈਂ ਚਲਾਨ ਕੱਟਣਾ ਹੀ, ਮੈਂ ਤੇਰਾ ਸਕੂਟਰ ਮੋਟਰਸਾਈਕਲ ਵੀ ਜ਼ਬਤ ਕਰਨਾ ਹੀ, ਮੈਂ ਤੈਨੂੰ ਡਰਾਈਵਿੰਗ ਵੀ ਨਹੀਂ ਕਰਨ ਦੇਣੀ, ਹੋਊਗਾ ਕਿ ਕੁਛ ਬੰਦਿਆਂ ਦੇ ਚਲਾਨ ਹੋ ਜਾਣਗੇ, ਕੁਛ ਨੂੰ ਉਹ ਦੂਜਾ ਮੌਕਾ ਮਿਲ ਜੂਗਾ ਵੀ ਓਕੇ 10000 ਦੇ ਵਿੱਚੋਂ ਤੂੰ ਦੇਖ ਲਾ ਫਿਰ ਵਾਧਾ ਘਾਟਾ ਕੀ ਕਰਨਾ ਤੇ ਆਪਾਂ ਕਰਾ ਲੈਂਦੇ ਹਾਂ। ਘੁੰਮਦਿਆਂ ਘੁਮਾਉਂਦਿਆਂ ਗੱਲ ਉੱਥੇ ਆਣ ਕੇ ਰੁਕ ਜਾਣੀ। ਇਹ ਤੇ ਬੰਦੇ ਦੇ ਅੰਦਰੋਂ ਆਵਾਜ਼ ਆਵੇ ਵੀ ਵੀਰ ਮੇਰਿਆ ਜੇ ਸਕੂਟਰ ਮੈਂ ਮੰਨ ਲਓ ਚਲਾਉਣਾ ਪੀ ਕੇ ਇਹ ਟਰੱਕ 'ਚ ਵੱਜਦਾ ਤੇ ਉਦੋਂ ਬਾਅਦ ਸਿਰ ਵੀ ਮੇਰਾ ਤੇ ਸਰੀਰ ਵੀ ਮੇਰਾ, ਜੇ ਇੰਨੀ ਸਮਝ ਨਹੀਂ ਆ ਰਹੀ ਕਿਸੇ ਦੇ ਦੱਸਣ ਦੇ ਨਾਲ ਵੀ, ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਦਾ ਕੋਈ ਕਾਨੂੰਨ ਵੀ ਹੈ ਵੀ ਉਹ ਦਿਮਾਗ ਦੇ ਵਿੱਚ ਚਿੱਪ ਲਾ ਦੇਵੇ ਵੀ ਹਾਂ ਵੀਰ ਇਹ ਚੀਜ਼ ਖਤਰਨਾਕ ਹੈ ਆਪਾਂ ਨਾ ਕਰੀਏ। ਤੁਹਾਡੇ ਤਰਕ ਨਾਲ ਮੈਂ ਸਹਿਮਤ ਹਾਂ। ਜੇ ਕਿਤੇ ਇਦਾਂ ਹੋ ਜਾਵੇ, ਜੇ ਕਿਤੇ ਕੋਈ ਇਦਾਂ ਦਾ ਟੀਕਾ ਲੋਕਾਂ ਦੇ ਲੱਗ ਜਾਵੇ ਅੰਦਰੋਂ ਉੱਠੇ ਨਹੀਂ ਯਾਰ, ਕਿਉਂਕਿ ਬਹੁਤ ਵੱਡੀ ਗੱਲ ਨਹੀਂ ਹੈ। ਜੇ ਅਸੀਂ ਗੱਡੀ ਨੂੰ ਉਹ ਚੱਕਿਆਂ ਦੇ ਬਾਹਰ ਟਾਇਰਾਂ ਦੇ ਬਾਹਰ ਇੱਕ ਪਵਾਉਂਦੇ ਹੁੰਦੇ ਕੁਛ, ਜੇ ਅਸੀਂ ਉਹ 'ਤੇ ਪੈਸੇ ਖਰਚ ਸਕਦੇ ਹਾਂ, ਅਸੀਂ ਹੌਰਨ 'ਤੇ ਪੈਸੇ ਖਰਚ ਸਕਦੇ ਹਾਂ, ਮਿਊਜ਼ਿਕ ਸਿਸਟਮ 'ਤੇ ਖਰਚ ਸਕਦੇ ਹਾਂ, ਸਕੂਟਰ ਮੋਟਰਸਾਈਕਲ ਦੇ ਉੱਤੇ ਵੀ ਅਸੀਂ 500-700 ਦਿਨ ਲਾ ਲੈਂਦੇ, ਹੈਲਮਟ ਵੀ 500 ਰੁਪਈਏ ਦਾ ਲਿਆ ਜਾ ਸਕਦਾ, ਕੋਈ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ ਹੈ। ਇਹਦੇ ਨਾਲ ਜੇ ਐਡੇ ਪੀਣ ਦਾ ਸ਼ੌਕ ਹੈ, ਕੋਈ ਸਵੇਰੇ ਆ ਜਾਓ ਭਾਈ, ਉੱਥੋਂ ਉੱਠ ਕੇ ਸਵੇਰੇ ਆ ਜਾਓ, ਜਿਹੜਾ ਸੱਦਦਾ ਉਹਨੂੰ ਕਹੋ ਭਾਈ ਮੈਂ ਜਾਣਾ ਤਾਂ ਆਇਆ, ਜਾਂ ਇੱਕ ਦਾ ਸੂਫੀ ਬੰਦਾ ਨਾਲ ਲੈ ਜਾਓ। ਮੋਬਾਈਲ ਮੈਂ ਕਹਿੰਦਾ ਕਿ ਕਿਸੇ ਬੰਦੇ ਦੀ ਐਡੀ ਕੋਈ ਫੈਕਟਰੀ ਨਹੀਂ ਚੱਲਦੀ ਹੁੰਦੀ। ਸੰਧਾਲੀਆ ਸਾਹਿਬ ਅੰਦਰੋਂ ਆਵਾਜ਼ ਤਾਂ ਆਉਣੀ ਹੈ, ਕਿਉਂਕਿ ਘਰੇ ਨਿਆਣੇ ਹਾਕ ਉਡੀਕਦੇ ਹੁੰਦੇ ਆ, ਘਰੋਂ ਕਿ ਭਾਈ ਪਾਪਾ ਆਊਗਾ, ਕੁਛ ਲੈ ਕੇ ਆਊਗਾ, ਕੱਲ੍ਹ ਨੂੰ ਘੁੰਮਣ ਜਾਵਾਂਗੇ, ਪਰਸੋਂ ਸਕੂਲੇ ਜਾਵਾਂਗੇ। ਜੇ ਤਾਂ ਨਿਆਣਿਆਂ ਨੂੰ ਹਾਕ ਤੁਹਾਡੀ ਅਗਲੀ ਤੁਸੀਂ ਚਾਹੁੰਦੇ ਹੋ ਕਿ ਭਾਈ ਨਹੀਂ ਸੁਣਨੀ ਚਾਹੀਦੀ, ਖਿੱਚ ਕੇ ਰੱਖੋ ਕੰਮ, 2 ਹਾੜੇ ਹੋਰ ਲਾ ਕੇ ਗੱਡੀ ਚਲਾਇਓ। ਦੂਸਰਾ, ਕਿੱਡੀ ਕੁ ਵੱਡੀ ਗੱਲ ਹੈ, ਅੱਗੇ ਆਪਾਂ ਹਫ਼ਤਾ ਪਹਿਲਾਂ ਟਾਈਮ ਦੇ ਦਿਆ ਯਾਰ ਉੱਥੇ ਮਿਲਾਂਗੇ ਉਸ ਬੱਸ ਅੱਡੇ 'ਤੇ 12 ਕੁ ਵਜੇ ਨਾਲ ਉੱਥੇ ਆ ਜੀ। ਹਫ਼ਤਾ ਪਹਿਲਾਂ ਹੀ ਦੱਸ ਦੇਣਾ ਜਿੱਦਣ ਕਿਤੇ ਮਿਲੇ ਕਿ ਬੁੱਧਵਾਰ ਨੂੰ 12 ਕੁ ਵਜੇ ਨਾਲ ਉੱਥੋਂ ਮਿਲਾਂਗੇ, ਗਾਂ ਫਿਰ ਲੁਧਿਆਣੇ ਚੱਲਾਂਗੇ। ਉਦੋਂ ਵੀ ਤਾਂ ਅਸੀਂ ਇੱਕ ਦੂਜੇ ਨੂੰ ਲੱਭਦੇ ਹੀ ਸੀ। ਉਦੋਂ ਘਰੋਂ ਖੰਡ ਚਾਹ ਦੀਆਂ ਲਿਸਟਾਂ ਬਣਾ ਕੇ ਲਿਜਾਂਦੇ ਸੀ ਕਿ ਲੂਣ ਇੰਨਾ, ਖੰਡ ਇੰਨੀ, ਕੱਪੜੇ ਧੋਣ ਵਾਲਾ ਸਾਬਣ ਇੰਨਾ, ਨਹਾਉਣ ਵਾਲਾ ਸਾਬਣ ਇੰਨਾ ਲਿਆਉਣਾ, ਲਿਸਟ ਬਣਾ ਕੇ ਲਿਜਾਈਦੀ ਸੀ। ਹੁਣ ਰਾਹ 'ਚ ਜਾਂਦੇ ਟੈਲੀਫੋਨ, ਹੁਣ ਮਾੜਾ ਜਿਹਾ ਦੱਸੀ ਫਿਰ ਕੀ ਲਿਆਉਣਾ, ਕਮਾਲ ਦੀ ਗੱਲ ਹੋ ਗਈ ਹੈ। ਮਾੜਾ ਜਿਹਾ ਟੈਲੀਫੋਨ ਨੰਬਰ ਲਿਖਾਈ, ਸੰਭਵ ਹੈ। ਪਰ ਇੱਕ ਗੱਲ ਹੋਰ ਹੈ, ਤੁਸੀਂ ਜਿੱਦਾਂ ਕਹਿੰਦੇ ਹੋ ਨਾ ਕਿ ਨਹੀਂ ਸੰਭਵ, ਮੈਂ ਤੁਹਾਡੀ ਗੱਲ ਦੇ ਨਾਲ 200% ਸਹਿਮਤ ਹਾਂ। 25-30% ਮੈਂ ਤੁਹਾਨੂੰ ਆਪਣੇ ਨਾਲ ਸਹਿਮਤ ਕਰਾਉਣਾ, 2 ਲੌਜਿਕ ਦੇ ਕੇ ਤਰਕ। ਲੌਜਿਕ ਦੇ ਨਾਲ ਤੁਹਾਡਾ ਫਰਜ਼ ਹੈ, ਸਹਿਮਤ ਹੋਣਾ ਨਾ ਸਹਿਮਤ ਹੋਣਾ ਇਹ ਸਾਡਾ ਅਧਿਕਾਰ ਹੈ। ਵਾਹ ਜੀ ਵਾਹ, ਕਿਆ ਬਾਤਾਂ। ਜਦੋਂ ਭਾ ਦੇ ਅੰਦਰੋਂ ਲੀਡਰ ਨਾ ਦਹਾੜ ਮਾਰਦਾ ਹੀ ਮੈਨੂੰ ਡਰ ਲੱਗਦਾ। ਵੇਖੋ ਕਾਰਨ ਹੈ, ਮੈਂ ਤੇ ਗੱਲ ਕਰਦਾ ਸੱਚੀ। ਅੱਛਾ, ਕਿਉਂਕਿ ਗੱਲਾਂ ਬਾਤਾਂ ਚੀਜ਼ਾਂ ਹੋਰ ਹੁੰਦੀਆਂ, ਪ੍ਰੈਕਟੀਕਲ ਜ਼ਿੰਦਗੀ ਹੋਰ ਹੈ। ਮੈਂ ਹੁਣ 2 ਤਰਕ ਦਿਨਾਂ ਤੁਹਾਨੂੰ ਸਮਝ ਆ ਜਾਣੀ ਆ, ਗੱਲਾਂ ਬਾਤਾਂ ਕੀ ਆ ਤੇ ਪ੍ਰੈਕਟੀਕਲ ਕੀ ਆ। 10 ਸਾਲ ਪਹਿਲਾਂ ਤੱਕ ਕੋਈ ਭਾਰਤ ਦਾ ਬੰਦਾ, ਪੰਜਾਬ ਦਾ ਬੰਦਾ ਇਹ ਸੋਚਦਾ ਸੀ ਕਿ ਅਸੀਂ ਬਿਜਲੀ ਦੇ ਬਿੱਲ ਘਰੋਂ ਆਨਲਾਈਨ ਭਰ ਦਿਆ ਕਰਾਂਗੇ।
10 ਸਾਲ ਪਹਿਲਾਂ ਤੱਕ ਕੋਈ ਬੰਦਾ ਇਹ ਸੋਚਦਾ ਸੀ ਕਿ ਭਾਈ ਅਸੀਂ ਜਿਹੜਾ ਗੈਸ ਦਾ ਸਿਲੰਡਰ ਲੈਣਾ ਉਹਦੀ ਫੋਨ ਦੇ ਉੱਤੇ ਬੁਕਿੰਗ ਕਰਾ ਲਿਆ ਕਰਾਂਗੇ। 10 ਸਾਲ ਪਹਿਲਾਂ ਤੱਕ ਕੋਈ ਬੰਦਾ ਸੋਚਦਾ ਸੀ ਕਿ ਭਾਈ ਇੱਕ ਆਧਾਰ ਕਾਰਡ ਨਾਂ ਦੀ ਚੀਜ਼ ਹੋਇਆ ਕਰੂਗੀ, ਫੋਨ ਦੇ ਉੱਤੇ ਮੈਸੇਜ ਆਇਆ ਕਰਨਾ ਕਿ ਭਾਈ ਬੈਂਕ ਦੇ ਵਿੱਚ ਜਾ ਕੇ ਪੈਸੇ ਕਢਵਾਉਣੇ ਆ ਜਾਂ ਕੁਝ ਕਰਨਾ। 10 ਸਾਲ ਪਹਿਲਾਂ ਤੱਕ ਗੁਰਪ੍ਰੀਤ ਸੰਧਾਲੀਆ ਇਹ ਸੋਚਦਾ ਸੀ ਕਿ ਭਾਰਤ ਦੇ ਜਾਂ ਪੰਜਾਬ ਦੇ ਬਹੁਤ ਸਾਰੇ ਲੋਕ ਜਿਹੜੇ ਗੱਡੀਆਂ ਚਲਾਉਂਦੇ ਆ ਅੱਜ, ਕਿ ਉਹ ਘਰੋਂ ਹੀ ਪੈਸੇ ਜਿਹੜੇ ਆ ਟਰਾਂਸਫਰ ਕਰ ਦਿਆ ਕਰਨਗੇ। 10 ਸਾਲ ਪਹਿਲਾਂ ਤੱਕ ਕਦੇ ਇਹ ਗੱਲ ਸੋਚੀ ਜਾਂਦੀ ਸੀ ਕਿ ਪੰਜਾਬ ਦੇ ਵਿੱਚੋਂ ਆਮ ਪਰਿਵਾਰਾਂ ਦੇ ਬੱਚੇ ਜਿਹੜੇ ਪਰਿਵਾਰਾਂ ਨੇ ਕਦੇ ਲੁਧਿਆਣਾ ਜਾਂ ਚੰਡੀਗੜ੍ਹ ਜਾਂ ਦਿੱਲੀ ਨਹੀਂ ਦੇਖਿਆ ਹੁੰਦਾ, ਕਿ ਉਹ ਸਟੱਡੀ ਬੇਸ ਦੇ ਉੱਤੇ ਕੈਨੇਡਾ ਚਲੇ ਜਾਇਆ ਕਰਨਗੇ। ਆਪਾਂ ਉਦਮੀ ਆ ਪੰਜਾਬ ਵਾਲੇ। ਮੈਂ ਇੱਕ ਗੱਲ ਦੱਸ ਦਿੰਦਾ ਕਿ ਆਉਣ ਵਾਲੇ ਦਿਨਾਂ 'ਚ, ਕਿਉਂਕਿ ਪਿੱਛੇ ਹੋਇਆ ਸੀ ਨਾ ਕਿ ਕੈਮਰੇ ਲੱਗਣਗੇ ਟ੍ਰੈਫਿਕ ਪੁਲਿਸ ਵਾਲਿਆਂ ਦੇ, ਉਹ ਰਿਕਾਰਡਿੰਗ ਹੋਇਆ ਕਰੂਗੀ ਲਗਾਤਾਰ। ਹੁਣ ਸੁੱਖ ਨਾਲ ਸੋਸ਼ਲ ਮੀਡੀਆ ਦੇ ਉੱਤੇ ਬਥੇਰੇ ਲੋਕ ਐਕਟਿਵ ਨੇ। ਸੋਸ਼ਲ ਮੀਡੀਆ ਦੇ ਉੱਤੇ ਅਸੀਂ ਇਕੱਲਾ ਛੱਜ 'ਚ ਪਾ ਕੇ ਲੋਕਾਂ ਨੂੰ ਛੱਟਣਾ ਹੀ ਥੋੜ੍ਹੀ ਹੈ। ਜੇ ਕੋਈ ਪੈਸਾ ਟਕਾ ਮੰਗੂਗਾ, 2-4 ਟੰਗੇ ਗਏ ਨਾ ਸੰਧਾਲੀਆ ਸਾਹਿਬ, ਦਰੁਸਤ ਹੋ ਜਾਣਾ ਬਹੁਤ ਕੁਛ। ਮੈਂ ਤੁਹਾਨੂੰ ਦੱਸ ਦੇਣਾ, ਹੁਣ ਪੰਜਾਬ ਦੇ ਲੋਕ ਪਹਿਲਾਂ ਵਰਗੇ ਨਹੀਂ। ਕਿਸਾਨ ਅੰਦੋਲਨ ਚੱਲਿਆ ਸੀ, ਪਹਿਲੇ 4 ਮਹੀਨੇ ਕਿਸੇ ਨੂੰ ਲੱਗਦਾ ਸੀ ਕਿ ਭਾਈ ਗੱਲ ਉੱਥੇ ਤੱਕ ਆਜੂ। ਜਦੋਂ ਬਹੁਤ ਥੋੜੇ ਲੋਕ ਉੱਥੇ ਰਹਿ ਗਿਆ ਸੀ, ਜਦੋਂ ਬਹੁਤ ਕੁਝ ਘਟਿਆ ਵਾਪਰਿਆ ਸੀ, ਉਦੋਂ ਕਿਸੇ ਨੂੰ ਲੱਗਦਾ ਸੀ ਕਿ ਕਾਨੂੰਨ ਵਾਪਸ ਹੋ ਜਾਣਗੇ। ਕਦੋਂ ਕੀ ਕਿਸੇ ਬੰਦੇ ਨੇ ਇਸ ਗੱਲ ਦੀ ਆਸ ਉਮੀਦ ਕੀਤੀ ਸੀ ਕਿ ਭਾਈ ਪੰਜਾਬ ਦੇ ਲੋਕ ਪਿੰਡਾਂ ਦੇ ਵਿੱਚ ਆ ਦੇਖੋ ਤਾਂ ਤੁਸੀਂ ਕਿਆ ਕੰਮ ਕੀਤੇ ਨੇ ਲੋਕਾਂ ਨੇ ਪਿੰਡਾਂ 'ਚ। ਨਿਆਣੇ ਪੜ੍ਹਾਉਣ ਦਾ ਕੰਮ ਸ਼ੁਰੂ ਕਰ ਦਿੱਤਾ, ਕੋਈ ਬੰਦਾ ਸੀ ਇੱਕ ਦੂਜੇ ਦੇ ਪੱਠੇ ਵੱਢਣੇ ਸ਼ੁਰੂ ਕਰ ਦਿੱਤੇ, ਭਾਈ ਕਣਕ ਤੇਰੀ ਮੈਂ ਬੀਜ ਦਿੰਨਾ। ਇਹ ਪੰਜਾਬ ਦੇ ਲੋਕ ਹੀ ਆ। ਇੱਕ ਵਾਰੀ ਕੰਮ ਸ਼ੁਰੂ ਹੋਣ ਦੀ ਦੇਰ ਆ ਸੰਧਾਲੀਆ ਸਾਹਿਬ, ਬਹੁਤ ਕੁਝ ਸੰਭਵ ਆ, ਪੰਜਾਬੀਆਂ ਨੇ ਕਰ ਦੇਣਾ। ਨਹੀਂ ਤਾਂ ਤੁਸੀਂ ਟਿੱਪਣੀਆਂ ਲੈ ਲਓ। ਨਹੀਂ ਠੀਕ ਹੈ, ਚਲੋ ਦੇਖੋ ਕਾਰਨ ਇਹ ਆ ਵੀ ਸੁਪਨੇ ਵੇਖਣ ਦਾ ਹਰੇਕ ਨੂੰ ਅਧਿਕਾਰ ਹੈ ਮਹਾਰਾਜ। ਕੋਈ ਭਾਵੇਂ ਸੌਂ ਕੇ ਦੇਖੇ, ਕੋਈ ਭਾਵੇਂ ਖੁੱਲੀਆਂ ਅੱਖਾਂ ਨਾਲ ਦੇਖੇ। ਹੁਣ ਤੁਸੀਂ ਤੇ ਆਨੇ ਆ ਵੀ ਜੇ ਖਾਲ ਇੱਕ ਪਾਸੇ ਉੱਚਾ ਤੇ ਪਾਣੀ ਉਧਰ ਨੂੰ ਚੜ੍ਹ ਜੂਗਾ, ਮੇਰੀ ਲੌਜਿਕ 'ਚ ਇਹ ਗੱਲ ਨਹੀਂ ਆਉਂਦੀ ਵੀ ਪਾਣੀ ਉਧਰ ਨੂੰ ਚੜ੍ਹ ਜੂਗਾ। ਇਹ ਤੇ ਅੰਦਰੋਂ ਆਵਾਜ਼ ਆਊਗੀ ਤੇ ਠੀਕ ਆ, ਤੇ ਬਾਕੀ ਚਲੋ ਜੇ ਹੋ ਜਵੇ ਤੇ ਚੰਗੀ ਗੱਲ ਆ। ਕਾਰਨ ਇਹ ਆ ਵੀ ਨਾ ਤੇ ਇਹਦੇ 'ਚੋਂ WhatsApp ਦੇਖੋ ਤੁਹਾਨੂੰ ਰੁਪਈਆ ਬਚਣਾ ਤੇ ਨਾ ਮੈਨੂੰ ਬਚਣਾ। ਇਹ ਰੁਪਈਆ ਤੇ ਉਹਦਾ ਬਚਣਾ ਜਿਹੜਾ ਬੰਦਾ ਰੂਲ ਫੋਲੋ ਕਰੂਗਾ, ਤੇ ਬਚਾਅ ਦੇ ਨਾਲ ਨਾਲ ਜੇ ਟ੍ਰੈਫਿਕ ਸਹੀ ਹੋ ਜਾਊਗਾ ਤੇ ਉਹਦੇ ਨਾਲ ਜਾਨਾਂ ਵੀ ਉਹਨਾਂ ਦੀਆਂ ਬਚਣੀਆਂ ਨੇ, ਜਿਹੜਾ ਬੰਦਾ ਟ੍ਰੈਫਿਕ ਰੂਲ ਉੱਥੇ ਫੋਲੋ ਕਰ ਲੂਗਾ। ਜੇ ਨਹੀਂ ਆਪਾਂ ਕਰਾਂਗੇ ਤੇ ਫਿਰ ਰੋਜ਼ ਆਪਾਂ ਮਾੜੀਆਂ ਖਬਰਾਂ ਸੁਣ ਲੈਂਦੇ ਹਾਂ। ਚਲੋ ਆਸ ਕਰਦੇ ਹਾਂ ਵੀ ਸਰਕਾਰ ਆਪਣੇ ਲਈ ਇੰਨਾ ਕੁਝ ਜੇ ਕਰਦੀ ਹੈ ਵੀ ਯਾਰ ਨਹੀਂ ਆਪਾਂ ਬੰਦੇ ਦੇ ਪੁੱਤ ਬਣਦੇ ਤੇ ਆਪਾਂ ਡੰਡਾ ਹੋਰ ਸਖਤ ਕਰ ਲੈਣਾ। ਇਸ ਕਰਕੇ ਆਸ ਕਰੀਏ ਵੀ ਉਸ ਡੰਡੇ ਸਖਤ ਦੀ ਹੋਰ ਲੋੜ ਨਾ ਪਵੇ। ਆਪਾਂ ਆਪਣੇ ਆਪ ਹੀ ਥੋੜ੍ਹਾ ਜਿਹਾ ਆਪਣੇ ਆਪ ਨੂੰ ਦਰੁਸਤ ਕਰ ਲਈਏ ਤੇ ਉਹ ਜਾਣੇ ਲੰਮੀ ਜ਼ਿੰਦਗੀ ਭੋਗੀਏ, ਤੰਦਰੁਸਤ ਰਹੀਏ ਤੇ ਮੌਜਾਂ ਮਾਣੀਏ। ਤੇ ਅਗਲੀ ਗੱਲ ਬਾਟ ਸਾਹਿਬ ਇਹ ਆ ਵੀ 51 ਲੱਖ ਪਰਿਵਾਰ ਹੋਣੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਕਹਿੰਦੇ ਜ਼ੀਰੋ ਬਿੱਲ ਆਉਣਾ ਸਤੰਬਰ ਮਹੀਨੇ ਤੱਕ। ਇਹ ਮੈਂ ਨਹੀਂ ਕਹਿੰਦਾ, ਇਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰੀ ਕਹਿੰਦੇ ਨੇ। ਉਹ ਕਹਿੰਦੇ ਵੀ ਦੇਖੋ ਜੁਲਾਈ ਤੋਂ ਅਸੀਂ ਕੰਮ ਸ਼ੁਰੂ ਕਰਤਾ, ਜੁਲਾਈ ਤੇ ਅਗਸਤ 2 ਮਹੀਨੇ ਉਹ ਗਿਣਦੇ ਨੇ ਤੇ ਸਤੰਬਰ 'ਚ 2 ਮਹੀਨਿਆਂ ਦਾ ਬਿੱਲ ਆਉਣਾ, ਜਿਸ ਬਿੱਲ ਨੂੰ ਉਹ ਕਹਿੰਦੇ ਨੇ ਕਿ ਜ਼ੀਰੋ ਬਿੱਲ ਆਊਗਾ ਜੀ 51 ਲੱਖ ਪਰਿਵਾਰਾਂ ਦਾ। ਸੰਧਾਲੀਆ ਸਾਹਿਬ ਇਹਦਾ ਮਤਲਬ ਜੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਹੋਰਾਂ ਦਾ ਇਹ ਦਾਅਵਾ ਠੀਕ ਨਿਕਲਿਆ, ਬਹੁਤ ਥੋੜ੍ਹੇ ਜਿਹੇ ਪਰਿਵਾਰ ਰਹਿ ਜਾਣੇ ਆ ਜਿਨ੍ਹਾਂ ਦਾ ਬਿੱਲ ਆਊਗਾ। ਥੋੜ੍ਹੇ ਜਾਣੀ ਕਹਿਣ ਦਾ ਭਾਵ 20% ਹੋਣਗੇ, 15% ਹੋਣਗੇ। 51 ਲੱਖ ਤੋਂ ਭਾਵ ਇਹ ਹੈ ਕਿ ਜੇ 5 ਪਰਿਵਾਰ ਇੱਕ ਪਰਿਵਾਰ ਦੇ ਵਿੱਚ 5 ਜੀਅ ਵੀ ਨੇ ਤਾਂ ਫਿਰ 2.5 ਕਰੋੜ ਤੋਂ ਵੱਧ ਲੋਕ ਜਿਹੜੇ ਨੇ ਉਹ ਫਿਰ ਮੁਫਤ ਬਿਜਲੀ ਦੀ ਸਹੂਲਤ ਦਾ ਆਨੰਦ ਮਾਣਨਗੇ ਜੇ ਆਪਾਂ 5 ਜੀਅ ਮੰਨ ਲਈਏ। ਤੇ ਜੇ ਆਪਾਂ 4 ਜੀਅ ਮੰਨਦੇ ਹਾਂ ਇੱਕ ਪਰਿਵਾਰ ਦੇ ਵਿੱਚ, ਫਿਰ 2 ਕਰੋੜ ਤੋਂ ਥੋੜ੍ਹੇ ਜਿਹਾ ਵੱਧ ਤੇ 2.25-3 ਕਰੋੜ ਦੀ ਆਬਾਦੀ ਹੈ ਪੰਜਾਬ ਦੀ। ਤੇ ਜੇ 2.5 ਕਰੋੜ ਦੇ ਉੱਪਰ ਚਲੇ ਗਈ ਫਿਰ ਤਾਂ 25 ਲੱਖ ਬਚੂਗਾ। 25 ਲੱਖ ਦਾ ਮਤਲਬ ਹੈ ਕਿ 5-7 ਲੱਖ 10 ਲੱਖ ਪਰਿਵਾਰ ਹੋਊਗਾ। ਚਲੋ ਵਾਅਦਾ ਕੀਤਾ ਸੀ ਉਹਨਾਂ ਨੇ, ਗਰੰਟੀ ਦਿੱਤੀ ਸੀ। ਅਰਵਿੰਦ ਕੇਜਰੀਵਾਲ ਹੋਰੀ ਖੁਦ ਪੰਜਾਬ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਆਉਂਦੇ ਹੁੰਦੇ ਸੀ ਤੇ ਆ ਕੇ ਕਹਿੰਦੇ ਸੀ ਕਿ ਆਹ ਦੇਖੋ, ਇੱਕ ਮੈਨੂੰ ਪ੍ਰੈਸ ਕਾਨਫਰੰਸ ਦਾ ਚੇਤਾ ਹੈ, 4-5 ਜਣੇ ਬੈਠੇ ਸੀ ਆਮ ਆਦਮੀ ਪਾਰਟੀ ਦੇ ਲੀਡਰ, ਉਦੋਂ ਸਰਕਾਰ ਤਾਂ ਨਹੀਂ ਸੀ ਬਣੀ। 1 ਲੱਖ ਬਿਜਲੀ ਦੇ ਬਿੱਲ ਦੀਆਂ ਕਾਪੀਆਂ, ਫੋਟੋ ਸਟੇਟ ਪ੍ਰਿੰਟ ਇੱਦਾਂ ਲਿਆ ਕੇ ਸਟੇਜ ਦੇ ਉੱਤੇ ਰੱਖ ਦਿੱਤੇ ਸੀ ਤੇ ਅਰਵਿੰਦ ਕੇਜਰੀਵਾਲ ਹੋਰੀ ਕਹਿੰਦੇ ਸੀ ਕਿ ਅਸੀਂ ਪ੍ਰੈਸ ਕਾਨਫਰੰਸ ਕਰਕੇ ਚੱਲ ਜਾਣਾ। ਆਹ ਬੈਠੇ ਨੇ ਪੱਤਰਕਾਰ, ਆਹ ਦਿੱਲੀ ਦੇ 1 ਲੱਖ ਘਰਾਂ ਦੇ ਬਿਜਲੀ ਦੇ ਬਿੱਲ ਨੇ ਜਿਹੜਾ ਜ਼ੀਰੋ ਬਿੱਲ ਹੈ, 0 ਸ਼ੂਨਯ, ਕਿ ਕੋਈ ਬਿੱਲ ਨਹੀਂ ਆਉਂਦਾ ਤੇ ਅਸੀਂ ਜੋ ਕਿਹਾ ਉਹ ਕਰਕੇ ਦਿਖਾਉਂਦੇ ਆ। ਤੇ ਜਿੱਦਾਂ ਹੀ ਫਿਰ ਸਰਕਾਰ ਬਣੀ ਸੀ, ਕਿਉਂਕਿ ਬਿਜਲੀ ਦੇ ਬਿੱਲ ਦਾ ਸੰਧਾਲੀਆ ਸਾਹਿਬ ਖਰਚਾ ਹੈ। ਜੇ ਕਿਸੇ ਦੇ ਘਰ ਦਾ 1000 ਰੁਪਈਆ ਬਿੱਲ ਆਉਂਦਾ ਨਾ, 10,000 ਰੁਪਈਆ ਉਹਦੀ ਆਮਦਨ ਹੈ, ਤਾਂ 10% ਆਮਦਨ ਬਿਜਲੀ ਦੇ ਖਪਤ ਦੇ ਵਿੱਚ ਚਲੇ ਜਾਂਦੀ ਹੈ। ਹੁਣ ਉਹਨਾਂ ਨੇ ਕਹਿ ਦਿੱਤਾ ਸੀ ਜੀ 1 ਜੁਲਾਈ ਤੋਂ ਆਪਾਂ ਕੁਝ ਸ਼ਰਤਾਂ ਦੇ ਤਹਿਤ ਬਿਜਲੀ ਦੇ ਇੰਨੇ ਯੂਨਿਟ ਮਾਫ ਕਰ ਦਿਆਂਗੇ। ਉਹਦਾ 70% ਦੀ ਪਿਛਲੀ ਸਰਕਾਰ ਨੇ ਵੀ ਕੀਤਾ ਸੀਗਾ, 30% ਚਲੋ ਵਧਾਤਾ, 200 ਤੋਂ 300 ਹੋ ਗਈ। ਹੁਣ ਜੇ ਉਹ ਦਾਅਵਾ ਕਰਦੇ ਆ ਕਿ
ਇਹ ਬਿਜਲੀ ਦੀਆਂ ਯੂਨਿਟਾਂ ਅਸੀਂ ਪਿਛਲੀ ਜੇ ਰੇਸ਼ੋ ਕੱਢੀਏ ਤਾਂ 51 ਲੱਖ ਪਰਿਵਾਰਾਂ ਦਾ ਬਿਜਲੀ ਦਾ ਬਿੱਲ ਹੀ ਨਹੀਂ ਆਉਣਾ। ਉਹਨਾਂ ਪਰਿਵਾਰਾਂ ਨੂੰ ਬਹੁਤ ਵੱਡੀ ਸਹੂਲਤ ਹੋਏਗੀ। ਜੇ ਭਗਵੰਤ ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਬਣੇ ਹੋ, ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ, ਤੁਸੀਂ ਗਰੰਟੀ ਦਿੱਤੀ ਸੀ ਪੂਰੀ ਕਰੋਗੇ ਤਾਂ ਲੋਕਾਂ ਨੂੰ ਖੁਸ਼ੀ ਹੋਏਗੀ। ਪਰ ਇੱਕ ਬੇਨਤੀ ਮੁੱਖ ਮੰਤਰੀ ਸਾਹਿਬ ਨੂੰ ਆਪਾਂ ਨਾਲ ਲੱਗਦੀ ਕਰ ਦੇਣੀ ਹੈ। ਬਹੁਤ ਸਾਰੀਆਂ ਸਰਕਾਰਾਂ ਪੰਜਾਬ 'ਚ ਆਈਆਂ, ਇਹ ਕੋਈ ਪਹਿਲੀ ਸਰਕਾਰ ਨਹੀਂ ਹੈ ਜਿਹਨੇ ਪੰਜਾਬ ਦੇ ਲੋਕਾਂ ਨੂੰ ਸੰਧਾਲੀਆ ਸਭ ਕੁਝ ਮੁਫਤ ਦੇਣਾ। ਇੱਥੇ ਜਿਹੜੇ ਬੱਸਾਂ ਦੇ ਕਿਰਾਏ ਕਦੇ ਅੱਧੇ ਮਾਫ, ਕਦੇ ਪੂਰੇ ਮਾਫ, ਕਦੇ ਬੀਬੀਆਂ ਲਈ ਮਾਫ ਹੋਏ ਪਿਛਲੇ ਸਮੇਂ 'ਚ। ਇੱਥੇ ਕਿਸਾਨਾਂ ਦੇ ਲਈ ਬਿਜਲੀ ਦੀ ਮਾਫੀ ਪਿਛਲੀਆਂ ਸਰਕਾਰਾਂ ਨੇ ਕੀਤੀ। ਇੱਥੇ ਬਹੁਤ ਕੁਝ ਹੋਰ ਵੀ, ਕਦੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਹੋਈ, ਕਦੇ ਅਨਾਜ ਦੀ ਗੱਲ ਹੋਈ, ਬੜਾ ਕੁਝ ਹੋਇਆ। ਪਰ ਉੱਥੇ ਸਭ ਤੋਂ ਵੱਡੀ ਘਾਟ ਜਿਹੜੀ ਅੱਜ ਤੱਕ ਰੜਕਦੀ ਰਹੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਕਮਜ਼ੋਰੀ ਮੌਜੂਦਾ ਸਰਕਾਰ ਜੇ ਦੂਰ ਕਰਦਾ ਹੈ, ਜੜ੍ਹਾਂ ਮਜ਼ਬੂਤ ਫਿਰ ਹੋਣਗੀਆਂ। ਸੰਧਾਲੀਆ ਸਾਹਿਬ, ਪੈਪਸੂ ਤੇ ਪੰਜਾਬ ਰੋਡਵੇਜ਼ ਦਾ ਪੱਠਾ ਕਿਉਂ ਬੈਠਾ? ਕਿਸੇ ਨੂੰ ਪਾਸ ਬਣਾਤੇ ਜ਼ਰੂਰੀ ਨੇ, ਕਿਸੇ ਨੂੰ ਮੁਫਤ ਸਫ਼ਰ ਦੀ ਆਗਿਆ ਦੇਤੀ, ਠੀਕ ਹੈ, ਪਰ ਉਸ ਡਿਪਾਰਟਮੈਂਟ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਜਿਹੜੀਆਂ ਬੀਬੀਆਂ ਪਹਿਲਾਂ ਟਿਕਟ ਲੈ ਕੇ ਬੱਸ ਚੜ੍ਹਦੀਆਂ ਸੀ ਉਹਨਾਂ ਦਾ ਸਫ਼ਰ ਮੁਫਤ ਹੋ ਗਿਆ, ਕਾਗਜ਼ੀ ਕਾਰਵਾਈ ਵੱਧ ਗਈ, ਰੁਪਈਏ ਜਾਣੋਂ ਹਟ ਗਏ। ਜਾਂ ਤਾਂ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਸੰਬੰਧਿਤ ਵਿਭਾਗ ਨੂੰ ਉਨੇ ਰੁਪਈਏ ਦਿਓ ਕਿ ਭਾਈ ਡਿਪਾਰਟਮੈਂਟ ਮਜ਼ਬੂਤ ਰਹੂਗਾ, ਡਿਪਾਰਟਮੈਂਟ ਦੀ ਆਮਦਨ ਨਹੀਂ ਘਟੂਗੀ, ਸਰਕਾਰ ਇਹਦਾ ਖਰਚ ਆਪਣੇ ਸਿਰ ਦੇ ਉੱਤੇ ਕਰੂਗੀ, ਫਿਰ ਤਾਂ ਹੈਗਾ ਚੰਗਾ। ਬਿਜਲੀ ਬੋਰਡ ਹੈ, ਕਿਸਾਨਾਂ ਨੂੰ ਮੁਫਤ ਸਬਸਿਡੀ ਦਿੱਤੀ, ਕੁਝ ਉਦਯੋਗਾਂ ਨੂੰ ਦਿੱਤੀ, ਕੁਝ ਵਿਸ਼ੇਸ਼ ਭਾਈਚਾਰਿਆਂ ਨੂੰ ਸਬਸਿਡੀ ਦਿੱਤੀ, ਬਿਜਲੀ ਬੋਰਡ ਦਾ ਭੱਠਾ ਬਹਿ ਗਿਆ, ਅਗਲੇ ਕਰਜ਼ੇ ਦੇ ਵਿੱਚ ਚਲੇ ਗਏ, ਤਾਰਾਂ ਢਿੱਲੀਆਂ ਦੀਆਂ ਢਿੱਲੀਆਂ ਰਹਿ ਗਈਆਂ, ਟਰਾਂਸਫਾਰਮਰ ਦੇ ਪੈਸੇ ਲੋਕਾਂ ਤੋਂ ਲੈਣੇ ਸ਼ੁਰੂ ਕਰਤੇ। ਆਪਾਂ ਮਜ਼ਬੂਤ ਵੀ ਰੱਖਣਾ ਨਾ ਡਿਪਾਰਟਮੈਂਟ। ਹੁਣ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਆਪਣਾ ਵਾਅਦਾ ਪੂਰਾ ਕਰ ਰਹੇ ਹੋ, 51 ਲੱਖ ਪਰਿਵਾਰਾਂ ਦਾ ਬਿਜਲੀ ਦਾ ਬਿੱਲ ਨਹੀਂ ਆਊਗਾ, ਪਰ ਇਧਰੋਂ ਉਧਰੋਂ ਕਿਸੇ ਨਾ ਕਿਸੇ ਤਰੀਕੇ ਉਹ ਪਾਵਰ ਕਾਮ ਨੂੰ ਜਿਹੜਾ ਇਹਦੇ ਨਾਲ ਘਾਟਾ ਪੈਣਾ ਸਰਕਾਰ ਨਾਲੋਂ ਨਾਲ ਪੂਰਾ ਕਰੇ ਤਾਂ ਵਧੀਆ। ਢਿੱਲੀਆਂ ਤਾਰਾਂ ਵੀ ਕੱਸਣੀਆਂ ਜ਼ਰੂਰੀ ਨੇ। ਵੈਸੇ ਤੇ ਇਹ ਡਿਬੇਟ ਦਾ ਵਿਸ਼ਾ ਬਣ ਗਿਆ ਕਿਉਂਕਿ ਜਿੰਨੀ ਵਾਰ ਵੀ ਇਸ ਚੀਜ਼ ਬਾਰੇ ਕਿਹਾ ਜਾਂਦਾ ਵੀ ਲੈ ਵੀ ਹਰ ਚੀਜ਼ ਮੁਫਤ, ਹਰ ਚੀਜ਼ ਮੁਫਤ, ਇੱਦਾਂ ਮੁਫਤ ਵੰਡ ਕੇ ਤਾਂ ਕਿੱਦਾਂ ਚੱਲੂਗਾ ਜੀ, ਪੰਜਾਬ ਦੇ ਸਿਰ ਤੱਕ ਇੱਕ ਕਰਜ਼ਾ ਬੜਾ। ਫਿਰ ਜਦੋਂ ਆਮ ਆਦਮੀ ਪਾਰਟੀ ਨੂੰ ਪੁੱਛੀਦਾ ਉਹ ਜਵਾਬ ਇਹਦਾ ਇਹ ਦਿੰਦੇ ਆ ਵੀ ਦੇਖੋ ਜੀ, ਕਾਰਨ ਹੈ ਵੀ ਸਰਕਾਰਾਂ ਕੋਲੇ ਬਥੇਰਾ ਪੈਸਾ ਹੁੰਦਾ, ਜੇ ਟੈਕਸ ਦੇ ਰੂਪ 'ਚ ਅਸੀਂ ਟੈਕਸ ਕਰਾਉਂਦੇ ਹਾਂ, ਉਸ ਟੈਕਸ ਦਾ ਕੁਛ ਹਿੱਸਾ ਜਿਹੜਾ ਇਮਾਨਦਾਰੀ ਨਾਲ ਅਸੀਂ ਉਹਨਾਂ ਲੋਕਾਂ ਦੇ ਉੱਪਰ ਖਰਚ ਕਰ ਲੈਂਦੇ ਹਾਂ, ਅਤੇ ਫਿਰ ਇਹਦੇ 'ਚ ਫ੍ਰੀ ਕੀ ਹੋ ਗਿਆ? ਚੰਗੀ ਗੱਲ ਹੈ। ਫਰਕ ਸਿਰਫ ਇੰਨਾ ਵੀ ਜੇ ਤੇ ਉਹ ਇਮਾਨਦਾਰੀ ਦੇ ਨਾਲ ਖਰਚ ਹੋ ਜਾਵੇ ਅਤੇ ਉਹਦੀ ਜਿਹੜੀ ਬਚਤ ਆ ਉਹ ਕੁਛ ਨਾ ਕੁਛ ਖਜ਼ਾਨੇ 'ਚ ਵੀ ਜਾਵੇ, ਅਤੇ ਜਿਹੜਾ ਖਜ਼ਾਨਾ ਇਸ ਵਕਤ ਜਮ੍ਹਾਂ ਲੀਰਾਂ ਹੋਇਆ ਪਿਆ ਉਹਦੇ ਵਿੱਚ ਵੀ ਕੁਛ ਨਾ ਕੁਛ ਹਰਿਆਲੀ ਹੋਣੀ ਸ਼ੁਰੂ ਹੋ ਜਾਵੇ, ਅਤੇ ਫਿਰ ਲੋਕਾਂ ਨੂੰ ਇਤਰਾਜ਼ ਕੋਈ ਨਹੀਂ। ਪਰ ਹਾਂ, ਜੇ ਹੁਣ ਆਪਾਂ ਪੰਜਾਬ ਦੇ ਵਿੱਚ ਹੀ ਝਾਤੀ ਮਾਰ ਲਈਏ ਤਾਂ ਬਹੁਤ ਸਾਰੇ ਫੈਕਟਰ ਨੇ ਜਿਨ੍ਹਾਂ ਫੈਕਟਰਸ ਦੇ ਵਿੱਚ ਸਬਸਿਡੀ ਦੇ ਰੂਪ ਦੇ ਵਿੱਚ ਪੈਸਾ ਜਾਂਦਾ। ਹੁਣ ਚਾਹੇ ਆਪਾਂ ਬੱਸਾਂ ਦੀ ਤੁਸੀਂ ਗੱਲ ਕਰਤੀ ਸੀ, ਇਸ ਤੋਂ ਪਹਿਲਾਂ ਖੇਤੀ ਦੇ ਲਈ ਬਿਜਲੀ ਫ੍ਰੀ ਸੀ, ਹੁਣ ਘਰਾਂ ਦੇ ਲਈ ਬਿਜਲੀ ਫ੍ਰੀ ਹੋ ਜਾਣੀ ਆ। ਹੋਰ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਸਰਕਾਰ ਕਹਿੰਦੀ ਵੀ ਅਸੀਂ ਇੱਥੇ ਸਬਸਿਡੀ ਦਿੱਤੀ ਹੈ, ਇੱਥੇ ਅਸੀਂ ਪੈਸਾ ਨਹੀਂ ਲੈਣਾ, ਆਹ ਲਓ ਜੀ ਇੱਥੇ ਅਸੀਂ ਆਪਣੇ ਕੋਲੋਂ ਇੰਨਾ ਦਿੰਦੇ। ਚੰਗੀ ਗੱਲ ਹੈ, ਲੋਕਾਂ ਦਾ ਕੋਈ ਨਾ ਕੋਈ ਇਹਦੇ ਨਾਲ ਕਹਿ ਲਓ ਕਿ ਵੀ ਹੱਥ ਫੜਿਆ ਜਾਂਦਾ, ਉਹਨਾਂ ਨੂੰ ਥੋੜ੍ਹੀ ਜਿਹੀ ਸਪੋਰਟ ਹੋ ਜਾਂਦੀ ਆ। ਪਰ ਇਹ ਸਾਰੇ ਕੁਛ ਦੇ ਚੱਕਰ ਦੇ ਵਿੱਚ ਜਦੋਂ 4-5 ਸਾਲ ਲੰਘਦੇ ਆ ਅਤੇ ਐਂਡ 'ਤੇ ਜਦੋਂ ਇੱਕ ਬਜਟ ਆਉਂਦਾ ਅਤੇ ਉਸ ਬਜਟ ਦੇ ਵਿੱਚ ਕਿਹਾ ਜਾਂਦਾ ਇਸ ਵਾਰ ਫਿਰ ਇੰਨੇ ਹਜ਼ਾਰ ਕਰੋੜ ਕਰਜ਼ਾ ਪੰਜਾਬ ਦੇ ਸਿਰ ਹੋਰ ਵੱਧ ਗਿਆ। ਦੇਖੋ, ਜਿਹੜਾ ਪੰਜਾਬ ਦੇ ਸਿਰ ਕਰਜ਼ਾ ਨਹੀਂ ਵਧਿਆ, ਪੰਜਾਬ ਦੇ ਲੋਕਾਂ ਦੇ ਸਿਰ ਵਧਿਆ। ਜੇ ਤੇ ਸਰਕਾਰ 51 ਲੱਖ ਪਰਿਵਾਰਾਂ ਨੂੰ ਫ੍ਰੀ ਬਿਜਲੀ ਦੇਣ ਤੋਂ ਬਾਅਦ ਸਤੰਬਰ ਮਹੀਨੇ ਤੋਂ ਬਾਅਦ ਆਉਂਦਾ ਜਿਹੜਾ ਅਗਲਾ ਬਿੱਲ ਹੋਊਗਾ, ਜਿਹੜਾ ਵੀ ਉਸ ਤੋਂ ਬਾਅਦ ਅਗਲੇ ਸਾਲ 2023 ਦੇ ਵਿੱਚ ਪੇਸ਼ ਕੀਤਾ ਜਾਣਾ, ਉਹਦੇ ਵਿੱਚ ਚੀਮਾ ਸਾਹਿਬ ਕਹਿਣਗੇ ਵੀ ਇੰਨੇ ਲੋਕਾਂ ਨੂੰ ਫ੍ਰੀ ਸਹੂਲਤਾਂ ਦੇਣ ਤੋਂ ਬਾਅਦ ਅਸੀਂ ਇੰਨਾ ਕਰਜ਼ਾ ਵੀ ਹੋਰ ਘਟਾ ਲਿਆ, ਫਿਰ ਤਾਂ ਚੰਗੀ ਗੱਲ ਹੈ। ਅਤੇ ਜੇ ਉਹਦੇ ਵਿੱਚ ਕਰਜ਼ਾ ਵਧਣ ਵਾਲਾ ਕੰਮ ਤੁਰ ਪਿਆ ਤਾਂ ਫਿਰ ਜ਼ਰੂਰ ਸਿਰ ਜੋੜ ਕੇ ਬੈਠਣ ਵੀ ਆਪਾਂ ਲੋਕ ਖੁਸ਼ ਕਰਨੇ ਆ ਜਾਂ ਫਿਰ ਪੰਜਾਬ ਬਚਾਉਣਾ। ਵਿਚਾਰ ਹੈ ਮੇਰਾ ਇੱਕ, ਬਾਕੀ ਸਹਿਮਤੀ ਆਪੋ ਆਪਣੀ। ਵਿਚਾਰ ਤੁਹਾਡਾ ਚੰਗਾ ਸੰਧਾਲੀਆ ਸਾਹਿਬ। ਮੈਂ ਤਾਂ ਕਹਿੰਦਾ ਕਿ ਬਿਜਲੀ ਮੁਫਤ ਦੇਣੀ ਆ, ਲੋੜਵੰਦ ਨੂੰ ਦਿਓ, ਸਬਸਿਡੀ ਦਿਓ, ਕਿਸਾਨ ਨੂੰ ਦਿਓ, ਉਦਯੋਗਪਤੀ ਨੂੰ ਵੀ ਦਿਓ, ਪਰ ਜਿਹਨੂੰ ਲੋੜ ਹੈ। ਜੇ ਆਪਾਂ ਇੱਦਾਂ ਲੀਕ ਖਿੱਚ ਦਿੰਦੇ ਹਾਂ ਕਿ ਭਾਈ ਕੋਈ ਗੱਲ ਨਹੀਂ, ਜੇ ਤੁਹਾਡੀ ਇੱਦੋਂ ਵੱਧ ਉਮਰ ਹੈ ਤੁਸੀਂ ਮੁਫਤ ਤੀਰਥ ਯਾਤਰਾ ਕਰਿਆ, ਚਾਹੇ ਕਿਸੇ ਦਿੱਲੀ ਸਰਕਾਰ ਨੇ ਸ਼ੁਰੂ ਕੀਤੀ, ਪੰਜਾਬ ਨੇ ਸ਼ੁਰੂ ਕੀਤੀ, ਯੂਪੀ ਨੇ ਸ਼ੁਰੂ ਕੀਤੀ, ਰਾਜਸਥਾਨ ਨੇ। ਅਗਲਾ ਬੰਦਾ 75,000 ਰੁਪਇਆ ਪੈਨਸ਼ਨ ਲੈਂਦਾ ਹੋਵੇ, ਉਸ ਬੰਦੇ ਦੇ ਕੋਲੇ 2 ਕਰੋੜ ਦੀ ਪ੍ਰਾਪਰਟੀ ਹੋਵੇ, ਉਹਨੂੰ ਤਾਂ ਸਰਕਾਰੀ ਬੱਸ ਦੇ ਵਿੱਚ ਬਿਠਾ ਕੇ ਤੀਰਥ ਯਾਤਰਾ ਕਰਾਉਣ ਦੀ ਕੋਈ ਤੁੱਕ ਨਹੀਂ ਬਣਦੀ। ਇੱਦਾਂ ਹੀ ਜੇ ਕਿਸੇ ਦੇ ਕੋਲੇ 20 ਏਕੜ ਜ਼ਮੀਨ ਹੈ, ਉਹਦੇ ਕੋਲੋਂ ਬਿਜਲੀ ਦਾ ਬਿੱਲ ਲਓ ਭਾਈ, 2 ਏਕੜ ਵਾਲੇ ਨੂੰ ਮਾਫ ਕਰੋ। ਜ਼ਮੀਨ 80 ਏਕੜ ਹੋਵੇ, ਅਸੀਂ ਉਹਨੂੰ ਬਿਜਲੀ ਦੇ ਬਿੱਲ ਮਾਫ ਕਰੀ ਜਾਈਏ, ਕੋਈ ਤੁੱਕ ਨਹੀਂ ਬਣਦੀ। ਕਿਸੇ ਵੀ ਭਾਈਚਾਰੇ ਦੇ ਨਾਲ ਕੋਈ ਬੰਦਾ ਸੰਬੰਧ ਰੱਖਦਾ ਹੋਵੇ,
ਜੇ ਉਹ ਬੰਦਾ ਚੰਗਾ ਕਮਾਉਂਦਾ ਹੈ, ਉਹਦੇ ਕੋਲੇ 2-4 ਪਲਾਟ ਨੇ, ਗੱਡੀਆਂ 2 ਘਰ ਖੜੀਆਂ ਨੇ, ਆਪਾਂ ਉਹਨੂੰ ਬਿਜਲੀ ਮੁਫਤ ਦੇਈ ਜਾਈਏ, ਕੋਈ ਸਿਆਣਪ ਨਹੀਂ। ਵੋਟਾਂ ਬਦਲੇ ਨਹੀਂ ਕਰਨਾ ਚਾਹੀਦਾ, ਇਹਦੇ ਵਿੱਚ ਕੋਈ ਦੋਰੇ। ਹਾਂ, ਲੋਕਤੰਤਰ ਹੈ, ਡੈਮੋਕ੍ਰੇਸੀ ਹੈ, ਤੇ ਲੋਕਤੰਤਰ ਦੇ ਵਿੱਚ ਜਿਹੜਾ ਬੰਦਾ ਹੇਠਾਂ ਲੱਗਿਆ ਵਿੱਤੀ ਤੌਰ ਦੇ ਉੱਤੇ, ਉਸ ਬੰਦੇ ਨੂੰ ਉੱਪਰ ਚੱਕਣਾ ਲੋਕਤੰਤਰ ਦੇ ਵਿੱਚ ਸਰਕਾਰਾਂ ਦਾ ਫਰਜ਼ ਹੈ। ਪਰ ਹਾਂ, ਆ ਜਿਹੜਾ ਤੁਸੀਂ ਬਜਟ ਸ਼ਬਦ ਵਰਤ ਲਿਆ ਨਾ ਸੰਧਾਲੀਆ ਸਾਹਿਬ, ਕਿ ਭਾਈ ਜੇ ਆਪਾਂ ਵੋਟਾਂ ਲੈ ਕੇ ਸਰਕਾਰਾਂ ਬਣਾ ਕੇ ਮੁੜ ਕੇ ਬਜਟ ਵਾਲਾ ਘਾਟਾ ਇੱਥੇ ਕਸੀ ਤਾਂ ਮੁੜ ਕੇ ਜਿੱਦਾਂ ਗੁਬਾਰੇ ਦੇ ਵਿੱਚ ਹਵਾ ਭਰ ਕੇ ਉਹਨੂੰ ਇੱਥੇ ਕਰ ਦਈਦਾ, ਉਹ ਕੰਮ ਦਰੁਸਤ ਨਹੀਂ। ਪੰਜਾਬ ਦੇ ਵਿੱਚ ਆਪਾਂ ਦੇਖਿਆ, ਸਰਕਾਰੀ ਜ਼ਮੀਨਾਂ ਗਹਿਣੇ ਪਾ ਦਿਓ ਜੀ, ਸਰਕਾਰੀ ਜ਼ਮੀਨਾਂ ਵੇਚ ਦਿਓ ਜੀ, ਮੁੜ ਕੇ ਬੰਦੇ ਠੇਕੇ ਤੇ ਭਰਤੀ, ਕਿਉਂਕਿ ਪੈਸੇ ਘਟ ਗਏ। ਸਰਕਾਰੀ ਮੁਲਾਜ਼ਮ ਭਰਤੀ ਕਰਨੇ ਆ, ਨਹੀਂ ਯਾਰ ਉੱਦਾਂ 50,000 ਦੇਣਾ ਪੈਣਾ, 5,000 ਚ ਭਰਤੀ ਕਰੋ, ਰੁਪਈਏ ਤਾਂ ਕੋਲ ਕੋਈ ਨਹੀਂ। ਇਹ ਕੰਮ ਥੋੜ੍ਹਾ ਜਿਹਾ ਔਖਾ। ਇਧਰਲੇ ਪਾਸੇ ਨੂੰ ਦੇ ਲੋਕ ਐਪਰੀਸ਼ੀਏਟ ਕਰਨਗੇ ਸੰਧਾਲੀਆ ਸਾਹਿਬ, ਲੋਕ ਸ਼ਾਬਾਸ਼ ਦੇਣਗੇ ਜੇ ਪੰਜਾਬ ਨੂੰ ਪੈਰਾਂ ਸਿਰ ਲਿਆਉਂਗੇ। ਇਹ ਪੰਜਾਬ ਦੇ ਲੋਕ ਪ੍ਰਤੱਖ ਦੱਸ ਚੁੱਕੇ ਆ ਕਿ ਭਾਈ ਚੰਗਾ ਕੰਮ ਕਰੋਗੇ ਅਸੀਂ ਨਾਲ ਖੜਾਂਗੇ। ਸੱਤਾ ਦੀ ਮਦਦ ਨਹੀਂ ਕਰਦੇ ਪੰਜਾਬ ਦੀ ਲੋਕ। ਆਮ ਆਦਮੀ ਪਾਰਟੀ ਕਿਤੇ ਸੱਤਾ 'ਚ ਥੋੜ੍ਹੀ ਸੀ ਜਿਹੜੀ ਸਰਕਾਰ ਬਣਾਤੀ। ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਕੋਲੇ ਕਿੰਨੇ ਕੁ ਫੰਡ ਸੀ, ਜਾਂ ਕਿੰਨੇ ਕੁ ਵਰਕਰ ਸੀ, ਜਾਂ ਕਿੰਨੀ ਕੁ ਉਹਨਾਂ ਦੇ ਕੋਲੋਂ ਹੋਰ ਕਿਸੇ ਤਰ੍ਹਾਂ ਦੀ ਕੋਈ ਆਸ ਉਮੀਦ ਸੀ, ਪਰ ਲੋਕਾਂ ਨੇ ਜਿਤਾਏ ਨੇ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸੱਤਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਤੁਸੀਂ ਉਹਨਾਂ ਨੂੰ ਮੜ ਜਾ ਰਾਹ ਦਿਖਾਓ, ਵਿਜ਼ਨ ਦਿਖਾਓ ਕਿ ਭਾਈ ਆ ਦੇਖੋ ਇਸ ਤਰੀਕੇ ਚੱਲਾਂਗੇ ਤੁਹਾਡੇ ਕੰਡੇ ਚੁਗ ਹੋਣਗੇ। ਮੂੰਗੀ ਦਾ ਹੋਕਾ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ, ਕਣਕ ਝੋਨੇ ਤੋਂ ਬਿਨਾਂ ਕੋਈ ਫਸਲ ਚੁੱਕੀ ਤਾਂ ਨਹੀਂ ਜਾਂਦੀ। ਲੋਕਾਂ ਬੀਜੀ ਕਿ ਨਹੀਂ ਬੀਜੀ ਮੂੰਗੀ, ਕਿਉਂਕਿ ਲੋਕਾਂ ਨੂੰ ਐਂ ਲੱਗਦਾ ਯਾਰ ਪਾਣੀ ਬਚੂਗਾ। ਅੱਛਾ, ਸਰਕਾਰ ਕਹਿੰਦੀ ਹੈ ਕਿ ਭਾਈ ਅਸੀਂ ਚੱਕ ਲਾਂਗੇ। ਐਕਸਪੈਰੀਮੈਂਟ ਕੀਤੇ ਪੰਜਾਬ ਦੇ ਲੋਕਾਂ ਨੇ। ਤੁਸੀਂ ਇੱਕ ਵਾਰੀ ਐਕਸਪੈਰੀਮੈਂਟ ਕਰਕੇ ਪੰਜਾਬ ਨੂੰ ਪੈਰਾਂ ਸਿਰ ਲਿਆਉਣ ਦੀ ਕੋਸ਼ਿਸ਼ ਤਾਂ ਕਰੋ, ਨਾਲ ਤੁਰਨਗੇ ਲੋਕ, ਕਿਉਂ ਨਹੀਂ ਤੁਰਨਗੇ। ਨਾਲੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਨਾ, ਆਪਾਂ ਅੱਗੇ ਵੀ ਬੜੀ ਵਾਰ ਬੇਨਤੀ ਕੀਤੀ ਹੈ ਵੀ ਇੱਕ ਐਸਾ ਸੈਕਟਰ ਹੈਗਾ ਜਿਸ ਸੈਕਟਰ ਦੇ ਵਿੱਚ ਨਾ ਰੁਪਈਆ ਲੱਗਦਾ ਨਾ ਧੇਲੀ ਲੱਗਦੀ ਹੈ, ਪਰ ਉਹਦਾ ਅਸਰ ਜਿਹੜਾ ਉਹ ਜ਼ਮੀਨੀ ਪੱਧਰ ਤੱਕ ਹੁੰਦਾ, ਅਤੇ ਉਹ ਸੈਕਟਰ ਹੈਗਾ ਭ੍ਰਿਸ਼ਟਾਚਾਰ ਵਾਲਾ। ਇਹ ਭ੍ਰਿਸ਼ਟਾਚਾਰ ਦੀ ਜਿਹੜੀ ਆਦਤ ਬਣ ਗਈ, ਉਹ ਅਸੀਂ ਨਹੀਂ ਆਉਂਦੇ ਵੀ ਹਰੇਕ ਕਰਦਾ, ਪਰ ਬੜੇ ਬੈਠੇ ਨੇ ਜਿਨ੍ਹਾਂ ਨੇ ਕੋਈ ਨਾ ਕੋਈ ਢੰਗ ਤਰੀਕਾ ਲੱਭ ਲਿਆ। ਜਿੱਦਾਂ ਹੁਣ ਕਾ ਟ੍ਰੈਫਿਕ ਵਾਲੀ ਆਪਾਂ ਗੱਲ ਹੀ ਕਰਦੇ ਵੀ ਅਗਲਾ ਕਹਿੰਦਾ ਉੱਦਾਂ 5,000 ਜੁਰਮਾਨਾ ਹੈ, 13,000 'ਚ ਸਾਰ ਦਿੰਦੇ। ਹਰੇਕ ਬੰਦੇ ਨੂੰ ਆਫਰ ਚੰਗੀ ਲੱਗਦੀ ਵੀ ਮੇਰਾ 4,000 ਬਚਦਾ। ਜੇ ਅਗਲਾ ਬੰਦਾ ਕੋਈ ਆਪਣਾ ਕੋਈ ਕੰਮ ਕਰਾਉਣ ਜਾਂਦਾ ਸਰਕਾਰੀ ਦਰਬਾਰੇ, ਉਹ ਕਹਿੰਦਾ ਵੀ ਵੀਰ ਮੇਰੇ ਅੱਜ ਤੇ ਦੇਖ ਟਾਈਮ ਹੈ ਨਹੀਂ, ਕੱਲ੍ਹ ਨੂੰ ਆਈ। ਕੱਲ੍ਹ ਨੂੰ ਵੀ ਅਗਲੇ ਨੂੰ ਲੱਗਦਾ ਵੀ ਇਹਦੇ 2 ਗੇੜੇ ਮਰਵਾਤੇ ਨੇ, 500 ਮੈਨੂੰ ਆਪੇ ਦੇ ਦੇਣਾ। ਉਹੋ ਜਿਹੀਆਂ ਥਾਵਾਂ ਨੂੰ ਜੇਕਰ ਆਪਾਂ ਬਚਾ ਲਈਏ, ਅਗਲੇ ਨੂੰ ਜਾਪੇ ਵੀ ਮੇਰਾ 10 ਰੁਪਏ ਦੀ ਸਰਕਾਰੀ ਫੀਸ ਹੈ ਅਤੇ ਮੈਂ 10 ਹੀ ਦਿੱਤੇ ਆ ਅਤੇ 10 ਮਿੰਟਾਂ 'ਚ ਮੇਰਾ ਕੰਮ ਹੋ ਗਿਆ, ਉਹਦਾ ਪ੍ਰਭਾਵ ਲੋਕਾਂ 'ਚ ਜ਼ਿਆਦਾ ਪਊਗਾ। ਜਿਹੜਾ ਉੱਥੇ ਤਾਂ ਹੋ ਸਕਦਾ ਵੀ 10 ਰੁਪਏ ਸਰਕਾਰੀ ਫੀਸ ਦੀ ਜਗ੍ਹਾ ਦੇ ਉੱਪਰ ਅਗਲੇ ਨੂੰ 1000 ਦੇਣਾ ਪੈ ਜਾਵੇ, ਦਿਹਾੜੀਆਂ ਵੀ 2 ਭੱਜਣ, ਅਤੇ ਉਹ 1000 ਉਹਦਾ ਬਿਜਲੀ ਦਾ ਬਿੱਲ ਆਪਾਂ ਮਾਫ਼ ਕਰ ਦਈਏ, ਉਹਦੇ ਨਾਲੋਂ ਚੰਗਾ ਨਹੀਂ ਵੀ ਉਹਦਾ ਉਹ 1000 ਬਚਾ ਦਈਏ, ਨਾਲੇ ਤਾਂ ਭ੍ਰਿਸ਼ਟਾਚਾਰ ਮੁੱਕ ਜੂਗਾ। ਵੈਸੇ ਤਾਂ ਕਹਿੰਦੀ ਹੈ ਸਰਕਾਰ, ਅਸੀਂ ਨਹੀਂ ਕਹਿੰਦੇ ਵੀ ਭ੍ਰਿਸ਼ਟਾਚਾਰ ਜਿਹੜਾ ਜੀ ਉਹ ਖਤਮ ਨਹੀਂ ਕਰ ਰਹੇ, ਤੁਸੀਂ ਕਰ ਰਹੇ ਹੋ, ਚੰਗੀ ਗੱਲ ਆ, ਪਰ ਜਦ ਤੱਕ ਇਹ ਪੂਰੀ ਤਰ੍ਹਾਂ ਬੰਦ ਨਹੀਂ ਹੁੰਦਾ, ਉਨੀ ਦੇਰ ਤੱਕ ਲੋਕਾਂ ਦੇ ਥੱਲੇਲੇ ਲੈਵਲ ਤੱਕ, ਪਿੰਡਾਂ ਤੱਕ, ਗਲੀ ਮਹੱਲਿਆਂ ਤੱਕ ਆਵਾਜ਼ ਨਹੀਂ ਜਾਣੀ। ਅਤੇ ਜੇ ਉੱਥੇ ਆਵਾਜ਼ ਚੱਲ ਗਈ ਵੀ ਹਾਂ ਯਾਰ ਆਹ ਤਾਂ ਸਾਰਾ ਕੰਮ ਵਧੀਆ, ਯਾਰ ਤੁਸੀਂ ਅੱਗੇ ਗੱਲ ਕਰਦੇ WhatsApp ਵੀ ਸਾਰਾ ਕੁਛ ਔਨਲਾਈਨ ਹੋਣ ਲੱਗ ਪਿਆ, ਬਹੁਤ ਸਾਰੀਆਂ ਚੀਜ਼ਾਂ ਨੇ, ਜ਼ਰੂਰ ਉਹ 'ਤੇ ਕੰਮ ਕੀਤਾ ਜਾਵੇ ਜਿਹੜੀਆਂ ਚੀਜ਼ਾਂ ਔਨਲਾਈਨ ਕੀਤੀਆਂ ਜਾ ਸਕਦੀਆਂ। ਜੇ ਵੱਡੀਆਂ ਵੱਡੀਆਂ ਕੰਪਨੀਆਂ ਆਪਣਾ ਸਾਰਾ ਖਰੀਦੋ ਫਰੋਖਤ ਅਤੇ ਪਤਾ ਨਹੀਂ ਹੋਰ ਕਿਆ ਕੁਛ ਜਿਹੜਾ ਔਨਲਾਈਨ ਕਹਿੰਦੇ ਕਰ ਲਓ ਤੁਸੀਂ, ਅਸੀਂ ਤੁਹਾਡੇ ਘਰੇ ਪਹੁੰਚਾ ਦਿਆਂਗੇ, ਤੁਸੀਂ ਜਿੱਥੋਂ ਮਰਜ਼ੀ ਫੜ ਕੇ ਲੈ ਜਾਓ, ਅਤੇ ਸਰਕਾਰੀ ਕੰਮ ਵੀ ਇਸ ਤਰ੍ਹਾਂ ਕਰ ਲਿਆ ਜਾਵੇ। ਇੱਕ ਤਾਂ ਜਿਹੜਾ ਬੰਦਾ ਔਨਲਾਈਨ ਆਪਣਾ ਕੰਮ ਕਰਵਾਊਗਾ ਉਹਦਾ ਰਿਕਾਰਡ ਆਊਗਾ, ਔਨਲਾਈਨ ਜੇ ਉਹ ਫੀਸ ਭਰੂਗਾ ਤਾਂ ਸਿੱਧੀ ਖਜ਼ਾਨੇ 'ਚ ਆਊਗੀ, ਸਰਕਾਰ ਕੋਲ ਵੀ ਰਿਕਾਰਡ ਰਹੂਗਾ ਵੀ ਇਸ ਦਿਨ ਇੰਨੇ ਵੱਜ ਕੇ ਇੰਨੇ ਮਿੰਟ 'ਤੇ ਫਲਾਣੇ ਬੰਦੇ ਨੇ ਫਲਾਨੀ ਜਿਹੜੀ ਜਾਣਕਾਰੀ ਲੈਣੀ ਸੀ ਜਾਂ ਕੋਈ ਆਪਣਾ ਕੰਮ ਕਰਾਉਣਾ ਸੀ ਉਹਦੀ ਰਜਿਸਟ੍ਰੇਸ਼ਨ ਕਰਵਾਈ, ਇੰਨੀ ਤਰੀਕ ਨੂੰ ਇੰਨੇ ਵਜੇ ਤੱਕ ਉਹਨੂੰ ਉਹ ਸਰਵਿਸ ਮਿਲ ਗਈ। ਇਹਦਾ ਮਤਲਬ ਸਾਡਾ ਸਿਸਟਮ ਦਰੁਸਤ ਚੱਲ ਰਿਹਾ। ਇਹ ਜੇ ਆਪਾਂ ਕੰਮ ਕਰ ਲਈਏ ਤਾਂ ਉਹ ਜ਼ਿਆਦਾ ਵਧੀਆ। ਬਾਕੀ ਚਲੋ ਆਸ ਕਰਦੇ ਹਾਂ ਵੀ ਇਸ ਪਾਸੇ ਸਰਕਾਰ ਤੁਰੂਗੀ। ਇਹ ਨਾ ਕਰੀਏ ਆਪਾਂ WhatsApp ਅਗਲੇ ਕਹਿਣਾ ਇਹ ਹੁਣ ਫਰੀ ਦੇਣ ਦਾ ਬੱਤੀ, ਤੇ ਇਹ ਸਾਡੀ ਬੱਤੀ ਦਾ ਫਿਊਜ਼ ਕੱਢ ਦੇਈ। ਸੰਧਾਲੀਆ ਸਾਹਿਬ, ਮੈਂ ਇੱਕ ਸਲਾਹ ਦੇ ਦਿੰਦਾ ਸਰਕਾਰ ਨੂੰ। ਵੈਸੇ ਤਾਂ ਉਹਨਾਂ ਦੇ ਕੋਲੇ ਸਲਾਹਕਾਰ ਬਹੁਤ ਨੇ, ਪਰ ਫਿਰ ਵੀ ਸਲਾਹਕਾਰ ਦੇ ਦਿੱਲੀਓਂ ਆਏ ਨੇ, ਏਡੀ ਕਿਹੜੀ ਗੱਲ ਹੈ ਹੁਣ ਫਿਰ ਉਹਨਾਂ ਨੂੰ ਸਲਾਹ ਦਈਏ, ਆਪਾਂ ਤਾਂ ਸਿੱਧੀ ਉਹ ਦੇਣੀ ਮਹਾਰਾਜ ਨਾ। ਮੈਂ ਤਾਂ ਕਿਹਾ ਵੀ ਮਤਲਬ ਹੁਣ ਏਡੀ ਦੂਰੋਂ ਜੋ ਬੰਦੇ ਸੱਦੇ ਅਸੀਂ ਤਾਂ ਫੇਰ ਕਰਦੇ ਹਾਂ। ਮੈਂ ਤਾਂ ਸੰਧਾਲੀਆ ਸਾਹਿਬ ਇਹ ਕਹਿਣਾ ਹੈ ਕਿ ਦੇਖੋ ਪੰਜਾਬ ਦੇ ਲੋਕ ਨੇ, ਪੰਜਾਬ ਦੇ ਲੋਕਾਂ ਦੇ ਜ਼ਮੀਨੀ ਪੱਧਰ ਦਾ ਪਤਾ ਹੈ, ਪਿੰਡਾਂ ਦੇ ਵਿੱਚ ਕੀ ਹੁੰਦਾ ਹੈ। ਜਿਹੜੀ ਗੱਲ ਤੋਂ ਆਪਾਂ ਸਟਾਰਟ ਕੀਤਾ ਸੀ ਨਾ ਕਿ ਟ੍ਰੈਫਿਕ ਨਿਯਮ ਸਖਤ ਕਰ ਦਿੱਤੇ, ਜੁਰਮਾਨੇ ਲਾਤੇ, ਮੈਂ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ, ਟਰਾਂਸਪੋਰਟ ਮੰਤਰੀ ਸਾਹਿਬ ਲਾਲਜੀਤ ਸਿੰਘ ਭੁੱਲਰ ਹੋਰੀ ਨੇ ਨਾ, ਟਰਾਂਸਪੋਰਟ ਮੰਤਰੀ, ਉਹਨਾਂ ਨੂੰ ਚੰਗੇ ਤਰੀਕੇ ਪਤਾ ਹੋਣਾ ਕਿਉਂਕਿ ਪਿੰਡਾਂ ਦੇ ਵਿੱਚ ਰਹੇ ਨੇ, ਕਿ ਜੇ ਕਿਤੇ ਇਸ ਗੱਲ ਦੀ ਸਖਤੀ ਹੋ ਜਾਵੇ ਨਾ ਕਿ ਜਿਹੜਾ ਬੰਦਾ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਹੈ ਤਾਂ ਉਹਨੂੰ ਅਸੀਂ ਠੋਕਣਾ ਹੀ ਠੋਕਣਾ, ਜੁਰਮਾਨਾ 5,000 ਲੈਣਾ ਹੀ ਲੈਣਾ।
ਬੀਬੀਆਂ ਕਦੇ ਇਸ ਗੱਲ ਦਾ ਇਤਰਾਜ਼ ਨਹੀਂ ਕਰਨਗੀਆਂ ਕਿ ਸਰਕਾਰ ਨੇ 5000 ਜੁਰਮਾਨਾ ਪਾਤਾ। ਉਹਦਾ ਇੱਕ ਕਾਰਨ ਹੈ ਕਿਉਂਕਿ ਉਹ ਬੰਦਾ ਜਿਹੜਾ ਪੀ ਕੇ ਆਉਂਦਾ ਨਾ, ਜਿਹੜਾ ਫਿਰ ਫੜਿਆ ਜਾਂਦਾ ਹੀ, ਉਹ ਬੰਦਾ ਘਰੇ ਆ ਕੇ ਜੇ ਕਹੀਏ ਕਿ ਆਉਂਦਾ ਹੀ ਟੋਕਰਾ ਚੱਕ ਲੈਂਦਾ, ਹੁਣ ਮੈਂ ਪੱਠੇ ਪਾ ਲਵਾਂ, ਦਾਤੀ ਚੱਕ ਲੈਂਦਾ ਕਿ ਮੈਂ ਹੁਣ ਪੱਠੇ ਵੱਢੇ ਹੋਣਾ, ਜਾਂ ਆਉਂਦਾ ਹੀ ਕਹਿੰਦਾ ਕਿ ਕਿੱਦਾਂ ਫਿਰ ਠੀਕ ਹੈ, ਅੱਜ ਨਿਆਣਿਆਂ ਨੇ ਬਹੁਤਾ ਤੰਗ ਤਾਂ ਨਹੀਂ ਕੀਤਾ, ਲਿਆ 2 ਗਲਾਸ ਮੈਂ ਮਾਂਜ ਦਿੰਦਾ ਹੀ ਨਾ। ਹੋ ਸਕਦਾ ਘਰੇ ਆ ਕੇ ਹੱਡ ਵੀ ਸੇਕਦਾ ਹੋਵੇ, ਹੋ ਸਕਦਾ ਆਵਾ ਤਾਵਾ ਵੀ ਬੋਲਦਾ ਹੋਵੇ, ਹੋ ਸਕਦਾ ਕਿ ਆਂਢੀਆਂ ਗੁਆਂਢੀਆਂ ਦੇ ਗਲ ਵੀ ਪੈਂਦਾ ਹੋਵੇ। ਬੀਬੀਆਂ ਪਿੱਠ ਥਾਪੜਨਗੀਆਂ ਸਰਕਾਰ ਦੀ ਕਿ ਭਾਈ ਆਹ ਕੰਮ ਚੰਗਾ ਕੀਤਾ ਹੈ, ਇਹ ਜਿੱਥੇ ਜਾਂਦਾ ਸੀ ਉੱਥੇ ਬਹਿ ਜਾਂਦਾ ਸੀ, ਇੱਧਰ ਪਹੂ ਡਿੰਗੀ ਜਾਂਦੇ ਹੁੰਦੇ ਸੀ, ਉੱਥੋਂ ਤੁਰਦਾ ਨਹੀਂ ਸੀ। ਆਹ ਹੁਣ 2 ਵਾਰੀ ਸਰਕਾਰ ਨੇ 5-5 ਹਜ਼ਾਰ ਲਿਆ ਇਹਦੇ ਕੋਲੋਂ, ਨਾਲੇ ਲਾਇਸੈਂਸ ਲੈ ਲਿਆ, ਹੁਣ ਇਹਨੂੰ ਪਤਾ ਲੱਗੂਗਾ। ਉੱਦਾਂ ਵੀ ਤਾਂ 5-7 ਹਜ਼ਾਰ ਦੇ ਮਹੀਨੇ ਦੇ ਵਿੱਚ ਡੱਫ ਹੀ ਜਾਂਦਾ ਸੀ। ਮਾਫ਼ ਕਰਨਾ ਜਿਹੜੇ ਬੰਦੇ ਪੀਂਦੇ ਨੇ, ਮੈਂ ਤੁਹਾਨੂੰ ਨਹੀਂ ਕਹਿੰਦਾ, ਜਿਹੜੇ ਵੱਧ ਪੀਂਦੇ ਨੇ ਮੈਂ ਉਹਨਾਂ ਨੂੰ ਕਹਿ ਰਿਹਾ। ਇੱਕ ਬੀਬੀਆਂ ਖੁਸ਼, ਦੂਸਰਾ ਪੰਜਾਬ ਦੇ ਸਰਕਾਰ ਦੇ ਖਜ਼ਾਨੇ 'ਚ 4 ਪੈਸੇ ਆ ਜਾਣਗੇ, ਉਹ ਤੁਸੀਂ ਤਨਖਾਹਾਂ ਦੇਣ ਦੇ ਲਈ, ਪੈਨਸ਼ਨਾਂ ਦੇਣ ਦੇ ਲਈ, ਲੋਕ ਭਲਾਈ ਦੇ ਕੰਮਾਂ ਦੇ ਉੱਤੇ ਵਰਤੋਂ। ਤੀਸਰੀ ਗੱਲ, ਉਹ ਜਦੋਂ ਪੈਗ ਲਾ ਕੇ ਬੰਦੇ ਚਲਾਉਂਦੇ ਨੇ ਗੱਡੀ, ਐਕਸੀਡੈਂਟ ਹੁੰਦੇ ਨੇ, ਹਸਪਤਾਲਾਂ ਦੇ ਉੱਤੇ ਬੋਝ ਪੈਂਦਾ ਹੈ, ਉਹ ਫਿਰ ਕੇਸ ਅਦਾਲਤਾਂ 'ਚ ਜਾਂਦੇ ਆ, ਅਦਾਲਤਾਂ ਦੇ ਵਿੱਚ ਕੇਸਾਂ ਦੇ ਅੰਬਾਰ ਲੱਗਦੇ ਆ। ਤੇ ਸਭ ਤੋਂ ਵੱਡੀ ਗੱਲ, ਜਦੋਂ ਫਿਰ ਘਰ ਦੇ ਵਿੱਚੋਂ ਕਿਸੇ ਦਾ ਪਿਓ, ਕਿਸੇ ਦਾ ਪੁੱਤ, ਕਿਸੇ ਦਾ ਭਰਾ, ਕਿਸੇ ਦਾ ਪਤੀ ਚਲਿਆ ਜਾਂਦਾ, ਕਈ ਵਾਰੀ ਸਰਕਾਰ ਨੂੰ ਸੋਸ਼ਲ ਸਿਕਿਉਰਿਟੀ ਸਿਸਟਮ ਤਹਿਤ ਚਾਹੇ 500, ਚਾਹੇ 1000, ਚਾਹੇ 700 ਮਹੀਨੇ ਦੇ ਰੁਪਈਏ ਵੀ ਦੇਣੇ ਪੈਂਦੇ ਆ। ਉਹ ਵੀ ਬੋਝ ਘਟ ਜੂ, ਤੁਹਾਡੇ ਕੋਲੇ ਹਸਪਤਾਲਾਂ 'ਚ ਵੀ ਬੋਝ ਘਟ ਗਿਆ, ਦਵਾਈਆਂ ਦਾ ਬੋਝ ਵੀ ਘਟ ਗਿਆ, ਜਿਹੜੀ ਸਮਾਜਿਕ ਸੁਰੱਖਿਆ ਯੋਜਨਾ ਤਹਿਤ ਪੈਸੇ ਦੇਣੇ ਵੀ ਘਟ ਗਿਆ, ਸਰਕਾਰ ਦੇ ਖਜ਼ਾਨੇ 'ਚ 4 ਪੈਸੇ ਵੀ ਆ ਗਏ, ਬੀਬੀਆਂ ਦੇ ਵੋਟਾਂ ਵੀ ਪੱਕੀਆਂ। ਮੈਂ ਨਾ ਇੱਕ ਹੋਰ ਤਰੀਕਾ ਮੇਰੇ ਦਿਮਾਗ 'ਚ ਆਉਂਦਾ ਹੈ, ਬਹੁਤੀ ਗੱਲ ਤੇ ਮਹਿਕਮੇ 'ਚ ਮੁੰਡੇ ਕੁੜੀਆਂ ਨਵੇਂ ਭਰਤੀ ਕਰ ਲਓ, ਇੱਕ ਵੱਖਰਾ ਟ੍ਰੈਫਿਕ ਮਹਿਕਮਾ ਬਣਾ ਦਿਓ, ਉਹਨੂੰ ਤਨਖਾਹ ਭਾਵੇਂ ਨਾ ਦਿਓ, ਉਹਨਾਂ ਦਾ ਟਾਰਗੇਟ ਹੀ ਕਰ ਦਿਓ ਵੀ ਤੁਸੀਂ ਚਲਾਨ ਕੱਟਣੇ ਆ, ਵੀ ਚਲਾਨ ਕੱਟਣਾ, ਹੈਲਮਟ ਵਾਲੇ ਦੇ ਕੱਟ ਲਓ, ਤੁਸੀਂ ਆਪਣਾ ਬੈਲਟ ਵਾਲੇ ਦਾ ਕੱਟ ਲਓ, ਤੁਸੀਂ ਸ਼ਰਾਬ ਪੀਤੀ ਵਾਲੇ ਦਾ ਕੱਟ ਲਓ, ਜਿੰਨੇ ਤੁਸੀਂ ਚਲਾਨ ਕੱਟੋਗੇ ਉਸ ਚਲਾਨ ਦੇ ਪਰਸੈਂਟੇਜ ਦੇ ਹਿਸਾਬ ਨਾਲ ਤੁਹਾਡੇ ਪੈਸੇ ਲੈ ਵੀ, ਨਾਲੇ ਦੇ ਬੰਦੇ ਦੇ ਪੁੱਤ ਲੋਕ ਬਣ ਜਾਣਗੇ ਤੇ ਨਾਲੇ ਉਹਨਾਂ ਦੀ ਤਨਖਾਹ ਦਿੱਤੀ ਜਾਊਗੀ। ਅੱਛਾ, ਦੂਜੀ ਗੱਲ ਆਪਾਂ ਕਰਨੀ ਭੁੱਲ ਨਾ ਜਾਈਏ, ਮੂੰਗੀ ਦੀ ਤੁਸੀਂ ਗੱਲ ਕੀਤੀ ਸੀ, ਤੇ ਮੂੰਗੀ ਇੱਕ ਥਾਂ ਵਾਹੀ ਆ ਤੇ ਉੱਥੇ ਪਹੁੰਚੇ ਨੇ ਸੁਖਬੀਰ ਬਾਦਲ ਸਾਹਿਬ, ਤੇ ਉਹ ਕਹਿੰਦੇ ਆਹ ਦੇਖ ਲਓ ਜੀ, ਨਾ ਤੇ ਸਰਕਾਰ ਕੋਲੇ ਬੀਜ ਆ ਤੇ ਨਾ ਸਰਕਾਰ ਕੋਲੇ ਮੰਡੀਕਰਨ ਆ, ਤੇ ਫਿਰ ਜਿਹੜਾ ਖੇਤੀ ਵਿਭਿੰਨਤਾ ਦਾ ਆਪਾਂ ਗੱਲ ਕਰਦੇ ਹਾਂ ਉਹ ਕਿੱਥੋਂ ਹੋ ਸਕਦੀ ਆ। ਹੁਣ ਮੂੰਗੀ ਨੂੰ ਤੇ ਚਲੋ ਫਲ ਨਹੀਂ ਪਿਆ, ਪਰ ਇੰਨਾ ਵੀ ਵੋਟਾਂ ਲੱਭਣ ਦਾ ਕਰਕੇ ਬਾਦਲ ਸਾਹਿਬ ਉੱਥੇ ਜ਼ਰੂਰ ਪਹੁੰਚ ਗਏ। ਉਹ ਕਹਿੰਦੇ ਚਲੋ ਜਾਣੇ ਮੂੰਗੀ ਨੂੰ ਵੋਟਾਂ, ਮੂੰਗੀ ਨੂੰ ਚਲੋ ਫਲੀਆਂ ਭਾਵੇਂ ਨਹੀਂ ਲੱਗੀਆਂ, ਵੋਟਾਂ ਤੇ ਲੱਗਣਗੀਆਂ ਬਾਅਦ 'ਚ। ਕੋਈ ਮਾੜੀ ਗੱਲ ਨਹੀਂ ਕੀਤੀ ਸੰਧਾਲੀਆ ਸਾਹਿਬ। ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਸਾਹਿਬ, ਮੈਂਬਰ ਪਾਰਲੀਮੈਂਟ ਨੇ, ਉੱਥੇ ਗਏ। 55 ਏਕੜ ਮੂੰਗੀ ਉਸ ਸ਼ਖਸੀਅਤ ਨੇ ਜਿਹੜੀ ਉਹ ਬੀਜੀ ਸੀ, ਮੇਰੇ ਖਿਆਲ ਚਰਨਜੀਤ ਸਿੰਘ ਉਹਨਾਂ ਦਾ ਨਾਮ ਹੈ, ਸਰਪੰਚ ਸਾਹਿਬ ਨੇ ਸ਼ਾਇਦ, ਉਹਨਾਂ ਦੇ ਕੋਲੇ ਗਏ, ਜਾ ਕੇ ਦਿਖਾਇਆ ਉਹਨਾਂ ਨੇ ਸਾਰਾ ਕੁਛ। ਭਾਈ ਮੂੰਗੀ ਉਹਨਾਂ ਨੂੰ ਵਾਹੁਣੀ ਪਈ, ਹੋ ਗਈ ਮੂੰਗੀ, ਪੱਤੇ ਲੱਗ ਗਿਆ, ਬੇਲ ਵੱਡੀ ਹੋ ਗਈ, ਪਰ ਮੂੰਗੀ ਨਹੀਂ ਲੱਗੀ, ਉਹਨੂੰ ਜਿਹੜਾ ਫਲ ਸੀ ਲੱਗਣਾ ਨਾ ਉਹ ਨਹੀਂ ਲੱਗਿਆ। ਤੇ ਉੱਥੇ ਜਾ ਕੇ ਫਿਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਕਿ ਆਹ ਵੇਖ ਲਓ, ਭਗਵੰਤ ਮਾਨ ਹੋਰਾਂ ਦੀ ਸਰਕਾਰ ਨੂੰ ਲੋਕਾਂ ਨੇ ਮੂੰਗੀ ਬੀਜੀ ਆ, ਫਲ ਪਿਆ ਹੀ ਨਹੀਂ। ਅਜੇ 3 ਕੁ ਦਿਨ ਪਹਿਲਾਂ ਉਹ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰਤੀਨਿਧ ਜੱਸੀ ਬਰਾੜ ਹੋਰਾਂ ਨੇ ਜਾ ਕੇ, ਤੇ ਉਹ ਕਹਿੰਦੇ, ਉਹਨਾਂ ਨੇ ਸ਼ਰੇਆਮ ਕਿਹਾ ਸੀ ਕਿ ਮੈਂ ਅਕਾਲੀ ਦਲ ਨਾਲ ਸੰਬੰਧ ਰੱਖਦਾ, ਪਰ ਉਹ ਕਹਿੰਦੇ ਸੀ ਸਰਕਾਰ ਨੂੰ ਸਮਾਂ ਮਿਲਣਾ ਚਾਹੀਦਾ। ਤੇ ਨਾਲ ਉਹਨਾਂ ਨੇ ਖਾਸ ਤੌਰ ਤੇ ਕਿਹਾ ਸੀ, ਕਹਿੰਦੇ ਜੀ ਬੀਜ ਮਾਫੀਆ ਤੇ ਕਾਰਵਾਈ ਕਰੇ ਸਰਕਾਰ, ਮੈਂ ਰੁਪਈਏ ਨਹੀਂ ਮੰਗਦਾ ਕਿ ਮੈਨੂੰ 55 ਏਕੜ ਦੀ ਮੂੰਗੀ ਵਾਹੁਣੀ ਪੈ ਗਈ ਆ, ਤੁਸੀਂ ਮੈਨੂੰ ਰੁਪਈਏ ਦਿਓ। ਮੈਂ ਕਹਿੰਦਾ ਕਿ ਜਿੱਥੋਂ ਮੈਂ ਬੀਜ ਲਿਆਂਦਾ, ਜਾਂ ਇਦਾਂ ਦੇ ਹੋਰ ਵੀ ਬਹੁਤ ਸਾਰੇ ਜੇ ਬੀਜ ਵੇਚਣ ਵਾਲੇ ਨੇ ਜਿਨ੍ਹਾਂ ਨੇ ਕੰਮ ਖਰਾਬ ਕੀਤਾ, ਉਹਨਾਂ ਤੇ ਕਾਰਵਾਈ ਕਰੋ, ਅੱਗੋਂ ਕਿਸੇ ਹੋਰ ਨੂੰ ਨੁਕਸਾਨ ਨਾ ਹੋਵੇ। ਕਿਆ ਪੋਜ਼ਿਟਿਵ ਅਪਰੋਚ ਸੀ ਉਸ ਕਿਸਾਨ ਦੀ ਬਈ, ਵਧੀਆ ਤਰੀਕੇ ਨਾਲ ਉਹਨਾਂ ਨੇ ਵੀ ਕਿਹਾ। ਉਹ ਕਹਿੰਦੇ ਜੀ ਮੇਰੇ ਮਾਤਾ ਜੀ ਨੇ ਕਿਹਾ ਕਿ ਦੇਖ, ਸਿੱਧੂ ਮੂਸੇ ਵਾਲੇ ਦਾ ਕਤਲ ਕਰ ਦਿੱਤਾ ਕਿਸੇ ਨੇ, ਉਹਦੀਆਂ ਭਾਵੇਂ 10 ਫਸਲਾਂ ਖਰਾਬ ਹੋ ਜਾਂਦੀਆਂ, ਮੁੰਡਾ ਬਚਣਾ ਚਾਹੀਦਾ ਸੀ, ਇੱਦਾਂ ਹੀ ਆਪਾਂ ਕਾਹਨੂੰ, ਇੱਕ ਫਸਲ ਹੀ ਆ, ਤੂੰ ਪੁੱਤ ਰਹਿਣ ਦੇ, ਆਪਾਂ ਨਹੀਂ ਸੋਸ਼ਲ ਮੀਡੀਆ ਤੇ ਕੋਈ ਗੱਲ ਕਰਨੀ। ਉਹ ਕਹਿੰਦੇ ਮੈਂ ਆਪਣੇ ਮਾਤਾ ਜੀ ਨੂੰ ਕਿਹਾ, ਮਾਤਾ, ਬੀਬੀ, ਬੇਬੇ, ਮੈਂ ਨਹੀਂ ਗੱਲ ਕਰੂੰਗਾ, ਕੱਲ੍ਹ ਨੂੰ ਕਿਸੇ ਹੋਰ ਦਾ ਨੁਕਸਾਨ ਹੋਊਗਾ, ਆਪਾਂ ਗੱਲ ਕਰਨੀ ਹੈ। ਬਹੁਤ ਚੰਗਾ ਕੀਤਾ, ਮੁੱਦਾ ਲਿਆਂਦਾ। ਆਪਾਂ ਉਦਣ ਵੀ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਭਾਈ ਉਹ ਬੰਦੇ ਦੀ ਬਾਂਹ ਫੜੋ, ਉੱਦਾਂ ਦੇ ਬਾਕੀਆਂ ਦੀ ਬਾਂਹ ਫੜੋ ਤੇ ਬਾਂਹ ਮਰੋੜੋ ਸਭ ਤੋਂ ਪਹਿਲਾਂ ਉਹਨਾਂ ਦੀ, ਜਿਹੜੇ ਗਲਤ ਬੀਜ ਵੇਚਦੇ ਆ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਉੱਥੇ ਜਾ ਕੇ ਚੰਗਾ ਕੀਤਾ, ਇੱਕ ਐਮਪੀ ਦੇ ਤੌਰ ਤੇ ਜਦੋਂ ਉਹ ਗੱਲ ਕਰਦੇ ਆ ਉੱਥੇ ਜਾ ਕੇ, ਤਾਂ ਪ੍ਰਸ਼ਾਸਨ ਅਲਰਟ ਹੁੰਦਾ। ਅਸੀਂ ਬੇਨਤੀ ਇਹ ਵੀ ਕਰਦੇ ਹਾਂ, ਇੱਕ ਤਾਂ ਭਗਵੰਤ ਮਾਨ ਸਾਹਿਬ ਨੂੰ ਕਿ ਤੁਹਾਡੀ ਸਰਕਾਰ ਹੈ, ਖੇਤੀਬਾੜੀ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਸਰਕਾਰ ਹੈ, ਕਰੋ ਕੁਛ। ਦੂਸਰਾ, ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਪਾਰਲੀਮੈਂਟ ਦਾ ਸੈਸ਼ਨ ਆ ਜਾਣਾ, ਕਿਉਂਕਿ ਬੀਜ ਬਹੁਤੇ ਆਉਂਦੇ ਆ ਬਾਹਰੋਂ, ਚਾਹੇ ਨਰਮੇ ਦਾ ਚਾਹੇ ਕੋਈ ਹੋਰ ਹੈ। ਜਿਸ ਫਿਰੋਜ਼ਪੁਰ ਤੋਂ ਜਿੱਤਦੇ ਨੇ, ਜਿਸ ਬਠਿੰਡੇ ਤੋਂ ਬੀਬੀ ਬਾਦਲ ਜਿੱਤਦੇ ਨੇ, ਉਹ ਇੱਕ ਤਰ੍ਹਾਂ ਦੀ ਕਾਟਨ ਦੀ ਬੈਲਟ ਹੈ।
ਹੁਣ ਪਾਰਲੀਮੈਂਟ ਦੇ ਵਿੱਚ ਜਾ ਕੇ ਗੱਲ ਕੀਤੀ ਜਾਵੇ, ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲਿਆ ਜਾਵੇ ਕਿ ਭਾਈ ਬਾਹਰਲੇ ਸੂਬਿਆਂ ਜੋ ਬੀਜ ਆਉਂਦਾ ਹੈ ਥੋੜਾ ਜਿਹਾ ਕੁਛ ਉਹ ਵੀ ਕੰਟਰੋਲ ਕਰਨ। ਨਕਲੀ ਬੀਜ ਦੇਸ਼ 'ਚ ਬਣ ਕਿੱਦਾਂ ਜਾਵੇ, ਉਹ ਵਿਕਣ ਦੇ ਲਈ ਕਿੱਦਾਂ ਆ ਜਾਵੇ, ਦੁਕਾਨ ਦੇ ਉੱਤੇ ਆ ਕਿੱਦਾਂ ਜਾਵੇ। ਸਖਤੀ ਦੋਨਾਂ ਤਿੰਨਾਂ ਪਾਸਿਆਂ ਤੋਂ ਹੋਣੀ ਚਾਹੀਦੀ ਹੈ। ਗੱਲ ਫੇਰ ਬਣਦੀ ਹੈ ਵੋਟਾਂ ਦੇ ਲਈ ਮੂੰਗੀ, ਨਰਮਾ, ਕਿਸਾਨ, ਖੇਤੀ ਰੁਲ ਨਾ ਜਾਵੇ। ਇੱਥੇ ਆ ਦੇਖੋ ਫਿਰ ਆਪਾਂ ਕੈਲਕੂਲੇਟ ਕਰਕੇ ਦੱਸ ਦਿੰਦੇ ਹਾਂ। ਆਪਾਂ ਅੱਗੇ ਵੀ ਬੇਨਤੀ ਕੀਤੀ ਸੀ, ਮੂੰਗੀ ਦੀ ਗੱਲ ਕਰ ਲਈਏ। ਮੂੰਗੀ ਆਪਾਂ ਪਿਛਲੇ ਦਿਨ ਹੀ ਸੁਣਿਆ ਵੀ 7275 ਰੁਪਏ ਰੇਟ ਹੈ ਤੇ 6000 ਤੋਂ ਥੱਲੇ ਥੱਲੇ ਨੂੰ ਵਿਕੀ, ਕਿਉਂਕਿ ਆਮ ਤੌਰ ਤੇ ਪ੍ਰਾਈਵੇਟ ਪਲੇਅਰ ਹੈ ਜੀ। ਪ੍ਰਾਈਵੇਟ ਪਲੇਅਰ ਕਹਿੰਦਾ ਲੈ ਇੰਨੇ ਪੈਸੇ ਦੇਣੇ ਮੈਂ ਤਾਂ। ਹੁਣ ਮੈਂ ਮੋਟਾ ਜਿਹਾ ਅੰਦਾਜ਼ਾ ਲਾਉਂਦਾ ਸੀ ਵੀ ਜੇ 1 ਕੁਆਂਟਲ ਪਿੱਛੇ 1000 ਰੁਪਏ ਦਾ ਵੀ ਘਾਟਾ ਲਾ ਲਈਏ ਐਵਰੇਜ, ਤੇ ਮੰਨ ਲਓ ਜੇ ਕਿਸੇ ਨੇ 2-3 ਕਿੱਲੇ ਵੀ ਲਾਈ ਆ ਤੇ 2-3 ਕਿੱਲਿਆਂ ਦੇ ਵਿੱਚ ਮੋਟਾ ਆ 10-12 ਕੁਆਂਟਲ ਤੇ ਬਣ ਗਈ। ਹੁਣ 3 ਕਿੱਲਿਆਂ ਦੀ ਮੂੰਗੀ ਦੇ ਵਿੱਚ ਜੇ 12000 ਦਾ ਘਾਟਾ ਪੈ ਗਿਆ ਤੇ ਉਹਨੂੰ ਤੁਸੀਂ ਸਾਲ ਦੇ ਉੱਪਰ ਗੁਣਾ ਕਰੋ, ਸਾਲ ਦੇ 12000 ਦਾ ਘਾਟਾ। ਸਾਲ ਦੇ 12000 ਦਾ ਘਾਟਾ ਇਹ ਹੋ ਗਿਆ ਵੀ ਜੇ ਸਰਕਾਰ ਕਹਿੰਦੀ ਆ ਵੀ ਅਸੀਂ 2 ਹੀ ਮਹੀਨੇ ਬਿੱਲ ਲੈਣਾ, ਯਾਨੀ ਕਿ ਸਰਕਾਰ ਨੇ 6 ਬਿੱਲ ਲੈਣੇ ਆ ਸਿਰਫ ਸਾਲ ਦੇ, ਬਿਜਲੀ ਦੇ ਬਿੱਲ ਦੀ ਮੈਂ ਗੱਲ ਕਰਦਾ, ਤੇ 2-2000 ਰੁਪਈਆ ਤੇ ਨਹੀਂ ਉਹਦਾ ਬਿੱਲ ਆ ਚੱਲਿਆ ਸੀ ਜਿਹੜਾ ਉਹਨੂੰ ਆਲਰੇਡੀ ਇਸ ਕੰਮ ਦੇ ਵਿੱਚ ਘਾਟਾ ਪੈ ਚੱਲਿਆ। ਹੁਣ ਕਾਰਨ ਇਹ ਆ ਵੀ ਇੱਕ ਪਾਸੇ ਸਰਕਾਰ ਉਹਨੂੰ ਛੱਡ ਦੂ ਵੀ ਜਾਓ ਤੂੰ ਬਿਜਲੀ ਦਾ ਬਿੱਲ ਨਹੀਂ ਦਿੱਤਾ, ਤੁਸੀਂ ਆਪਾਂ ਪਿੱਠ ਥਾਪੜ ਲੈਂਦੇ ਆ, ਪਰ ਜਿੱਥੋਂ ਉਹਨੂੰ ਫਾਇਦਾ ਹੋਣਾ ਚਾਹੀਦਾ ਸੀ ਉਧਰ ਤੇ ਉਹਦਾ ਘਾਟਾ ਪੈ ਗਿਆ। ਤੇ ਹੋਇਆ ਕਿਉਂ? ਇਹ ਹੋਇਆ ਇਸ ਕਰਕੇ ਵੀ ਜਾਂ ਤੇ ਉਹ ਸਿਸਟਮ ਜਿਹੜਾ ਸੀਗਾ ਉਹ ਨਹੀਂ ਸੀ ਦਰੁਸਤ, ਜਿੱਥੇ ਉਹ ਵੇਚਣੀ ਸੀ ਜਾ ਕੇ ਉਹਨੇ, ਤੇ ਜਾਂ ਆਪਾਂ ਭਾਵੇਂ ਇਸ ਕੇਸ ਦੀ ਗੱਲ ਕਰ ਲਈਏ ਜਿੱਥੇ ਨਕਲੀ ਬੀਜ ਦੀ ਗੱਲ ਆਉਂਦੀ ਹੈ। ਨਕਲੀ ਬੀਜ ਇਕੱਲਾ ਮੂੰਗੀ ਦਾ ਨਹੀਂ, ਇਹਦੋਂ ਪਹਿਲਾਂ ਨਕਲੀ ਬੀਜ ਦਾ ਰੌਲਾ ਆਪਾਂ ਨਰਮੇ 'ਚ, ਕਪਾਹ 'ਚ ਸੁਣ ਕੇ ਹਟਿਆ। ਹੁਣ ਨਰਮੇ ਕਪਾਹ ਦਾ ਬੀਜ ਉੱਥੇ ਵੀ ਨਕਲੀ ਸੀਗਾ। ਹੁਣ ਤੁਸੀਂ ਆਪ ਸੋਚੋ ਵੀ ਜਿਹਨੂੰ ਜੇ ਮੰਨ ਲਓ 4 ਕਿੱਲੇ ਵੀ ਨਰਮਾ ਵਾਹੁਣਾ ਪੈ ਗਿਆ, ਉਹਦਾ ਤੇ ਕੀ ਪਤਾ ਬਿਜਲੀ ਦਾ ਬਿੱਲ ਕਿੰਨੇ ਸਾਲਾਂ ਦਾ ਜਿਹੜਾ ਉਹ ਉੱਥੇ ਪੈਲੀ 'ਚ ਹੀ ਵੜ ਗਿਆ, ਉਹਨੂੰ ਕੀ ਫਾਇਦਾ ਹੋਊਗਾ, ਉਹਨੂੰ ਕੀ ਭਾਅ ਹੋਊਗਾ। ਸੋ ਕਹਿਣ ਤੋਂ ਭਾਵੇਂ ਕਿ ਭ੍ਰਿਸ਼ਟਾਚਾਰ, ਕਰਪਸ਼ਨ ਚਾਹੇ ਕਿਸੇ ਵੀ ਤਰ੍ਹਾਂ ਦਾ, ਅਸਲ ਨਕੇਲ ਜੀ ਉਹਦੇ ਤੇ ਕੱਸ ਲਈ ਜਾਵੇ ਤੇ ਲੋਕਾਂ ਦੀ ਜਾਨ ਵੈਸੇ ਹੀ ਬੜੀ ਸੌਖੀ ਹੋ ਸਕਦੀ ਹੈ। ਅਸੀਂ ਵਾਰ-ਵਾਰ ਬੇਨਤੀ ਕਰਦੇ ਹਾਂ। ਸੰਧਾਲੀਆ ਸਾਹਿਬ ਤੁਸੀਂ ਬਿਲਕੁਲ ਠੀਕ ਕਿਹਾ, ਦਰੁਸਤ ਆਖਿਆ ਤੁਸੀਂ। ਦੇਖੋ ਭਾਵੇਂ ਆਪਾਂ ਅੱਜ ਦੂਰ ਬੈਠੇ ਹਾਂ, ਸਕਰੀਨਾਂ 2 ਲੱਗੀਆਂ, ਵਿਚਾਲਿਆਂ ਲਕੀਰ ਜੀ ਵਗੀ ਹੋਈ ਹੈ, ਪਰ ਇੱਕ ਗੱਲ ਸਰਕਾਰ ਨੂੰ ਐਨ ਚੰਗੇ ਤਰੀਕੇ ਮੰਨ ਕੇ ਚੱਲਣੀ ਚਾਹੀਦੀ ਹੈ ਕਿ ਤੁਸੀਂ ਥੋੜ੍ਹੀ ਸਖਤੀ ਕਰੋ। ਹਰਿਆਣੇ ਵਾਲੇ, ਗੁਜਰਾਤ ਵਾਲੇ, ਰਾਜਸਥਾਨ ਵਾਲੇ, ਕੇਂਦਰ ਵਾਲੇ ਤੇ ਪੰਜਾਬ ਵਾਲੇ ਸਖਤੀ ਕਰੋ। ਉਹਦਾ ਕਾਰਨ ਕੀ ਹੈ? ਨਕਲੀ ਬੀਜ ਆਉਂਦਾ ਸੰਧਾਲੀਆ ਸਾਹਿਬ, ਕਿਸਾਨ ਨੂੰ ਤਾਂ ਘਾਟਾ ਪੈਂਦਾ, ਸਰਕਾਰਾਂ ਬਹੁਤ ਘਾਟੇ ਜਾਂਦੀਆਂ। ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਘਾਟਾ ਪੂਰਾ ਕਰਾਂਗੇ ਜੇ ਕਿਸੇ ਦੀ ਮੂੰਗੀ ਸਸਤੀ ਵਿਕੀ ਹੈ। ਪਿਛਲੇ ਦਿਨੀ ਆਖਿਆ ਸੀ ਨਾ, ਮੰਨ ਲਓ 10,000 ਕਿਸਾਨਾਂ ਨੂੰ ਉਹਨਾਂ ਨੂੰ 5-5000 ਰੁਪਈਆ ਦੇਣਾ ਪੈਂਦਾ, ਕਿੰਨੇ ਕਰੋੜ ਬਣ ਗਿਆ? ਜੇ ਉਹ ਸਰਕਾਰ ਨੂੰ ਘਾਟਾ ਪੈਣਾ ਨਾ, ਸਰਕਾਰ ਦੇ ਪੱਲਿਓਂ ਜਾਣੇ ਆ, ਉਹੀ ਪੈਸੇ ਕਿਤੇ ਗ੍ਰਾਂਟ ਦੇ ਰੂਪ 'ਚ ਦੇਣੇ ਸੀ। ਤੇ ਜੇ ਕਿਤੇ ਸਖਤੀ ਇਹੀ ਡੀਲਰਾਂ ਤੇ, ਬੀਜ ਬਣਾਉਣ ਵਾਲਿਆਂ ਤੇ, ਬੀਜ ਵੇਚਣ ਵਾਲਿਆਂ ਤੇ, ਬੀਜ ਸਪਲਾਈ ਕਰਨ ਵਾਲਿਆਂ ਤੇ ਕਰ ਦੇਣ, ਸਰਕਾਰ ਦੇ ਵੀ ਪੈਸੇ ਬਚਣਗੇ। ਕਿਉਂਕਿ ਅੱਜ ਹੁਣ ਪਹਿਲਾਂ ਰੌਲਾ ਪੈਂਦਾ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ, ਇਲੈਕਟ੍ਰੋਨਿਕ ਮੀਡੀਆ 'ਚ ਖਬਰਾਂ ਜਾਂਦੀਆਂ ਜੀ, ਨਹੀਂ ਹੋਇਆ ਨਰਮਾ, ਪੈ ਗਈ ਚਿੱਟੀ ਮੱਖੀ, ਆ ਗਈ ਗੁਲਾਬੀ ਸੁੰਡੀ, ਇੱਧਰ ਮੂੰਗੀ ਜਿਹੜੀ ਹੈ ਉਹਦਾ ਝਾੜ ਹੀ ਨਹੀਂ ਨਿਕਲਿਆ, ਉਹ ਪੋਪਲੀ ਜੀ ਨਿਕਲ ਆਈ, ਉਹ ਖਰਾਬ ਨਿਕਲ ਆਈ, ਉਹਦਾ ਭਾਅ ਘੱਟ ਲੱਗਾ। ਜੇ ਕਿਤੇ ਸ਼ੁਰੂ ਜੀ ਸਖਤੀ ਕਰ ਦੇਣ, ਮੁੜ ਕੇ ਸਰਕਾਰ ਨੂੰ ਆ ਜਿਹੜੀ ਕੰਪਨਸੇਸ਼ਨ ਦੇਣੀ ਪੈਂਦੀ ਹੈ, ਮੁਆਵਜ਼ਾ ਦੇਣਾ ਪੈਂਦਾ ਹੈ, ਇਹ ਪੈਸੇ ਸਰਕਾਰ ਦੇ ਵੀ ਬਚ ਸਕਦੇ ਆ। ਤੇ ਜੇ ਕਿਤੇ ਇੱਧਰਲੇ ਪਾਸੇ ਨੂੰ ਗੱਲ ਹੋ ਜਾ ਤਾਂ, ਜੇ ਨਾ ਹੋਵੇ, ਜੇ ਕੋਈ ਵੀ ਨਾ ਹਿੱਲੇ, ਨਾ ਕੇਂਦਰ, ਨਾ ਪੰਜਾਬ, ਨਾ ਗੁਜਰਾਤ, ਨਾ ਹਰਿਆਣਾ, ਨਾ ਰਾਜਸਥਾਨ, ਫਿਰ ਸੰਧਾਲੀਆ ਸਾਹਿਬ ਕਿਤੇ ਨਾ ਕਿਤੇ ਲੋਕਾਂ ਨੂੰ ਲੱਗੂਗਾ ਯਾਰ ਕੋਈ ਹੱਥ ਤਾਂ ਨਹੀਂ ਮਿਲਿਆ ਆ, ਕਿਤੇ ਅੰਦਰ ਖਾਤੇ ਕੋਈ ਗੱਲ ਗੁੱਲੀ ਤਾਂ ਨਹੀਂ ਚੱਲਦੀ ਜਿਹੜੀ ਕਾਰਵਾਈ ਨਹੀਂ ਕੀਤੀ, ਮੁੜ ਕੇ ਪੈਸੇ ਟਕੇ ਦਾ ਐਲਾਨ ਕਰਦੇ ਫਿਰਦੇ ਆ। ਮੈਂ ਤਾਂ ਇਸੇ ਲਈ ਕਹਿ ਰਿਹਾ ਵੀ ਦੇਖੋ ਆਪਾਂ ਨੂੰ ਇੱਕ ਵੱਖਰੀ ਤਰ੍ਹਾਂ ਦਾ ਡਿਪਾਰਟਮੈਂਟ ਬੁਲਾਉਣਾ ਚਾਹੀਦਾ ਸਰਕਾਰ ਨੂੰ। ਆਪਾਂ ਤਾਂ ਇਹੀ ਬੇਨਤੀ ਕਰਦੇ ਵੀ ਜਦੋਂ ਲੱਗਦਾ ਉਹਨਾਂ ਨੂੰ ਵੀ ਪੁਲਿਸ ਮਹਿਕਮਾ ਜਿਹੜਾ ਯਾਰ ਪੁਲਿਸ ਝੋਰ ਭਰਤੀ ਨਹੀਂ ਕਰ ਸਕਦੇ, ਕੋਈ ਹੋਰ ਬਣਾ ਲਓ। ਹੁਣ ਤਾਂ ਸਰਕਾਰ ਆਪਣੀ ਵੀ ਉਹਦੇ ਵਿੱਚ ਆਹ ਲਓ ਜੀ, ਇੱਕ ਆਹ ਮਹਿਕਮਾ ਜੀ, ਆਹ ਭਰਤੀ ਹੈ ਜੀ, ਇਹਨਾਂ ਦਾ ਕੰਮ ਹੈ ਵੀ ਇੱਦਾਂ ਵਿਜੀਲੈਂਸ ਵਾਂਗੂ ਕੰਮ ਕਰਨਾ। ਉਹ ਚਾਹੇ ਟ੍ਰੈਫਿਕ ਨਿਯਮਾਂ 'ਤੇ ਕਰ ਲੈਣ, ਚਾਹੇ ਕੋਈ ਵਾਧ ਘਾਟ ਕਿਤੇ ਕੋਈ ਕਰਦਾ ਉਹਦੇ 'ਤੇ ਹੋਵੇ, ਤੇ ਜੋ ਕੁਛ ਵੀ ਉਹਦੇ ਵਿੱਚ ਫੜ ਕੇ ਚਲਾਨ ਕੀਤਾ ਜਾਊਗਾ ਉਹਦੇ 'ਚ ਤੁਹਾਡਾ ਮਿਹਨਤਾਨਾ। ਇਹ ਤਾਂ ਹੋ ਸਕਦਾ ਸਿਸਟਮ ਹਰੇਕ ਨੂੰ ਲੱਗੇ, ਕਿਉਂਕਿ ਬਾਅਦ 'ਚ ਕੱਲ੍ਹ ਨੂੰ ਹੋਰ ਧਰਨੇ ਪ੍ਰਦਰਸ਼ਨ ਹੁੰਦੇ, ਇੱਦਾਂ ਕਿੱਦਾਂ ਹੋ ਗਿਆ, ਅਸੀਂ ਸਰਕਾਰੀ ਤੌਰ 'ਤੇ ਲੱਗਿਆ, ਸਾਨੂੰ ਨੌਕਰੀ ਚਾਹੀਦੀ ਆ, ਸਾਨੂੰ ਪੈਸੇ ਚਾਹੀਦੇ, ਉਸ ਪਾਸੇ ਜਾਣ ਦਾ ਕਰਕੇ ਮੁੜ ਕੇ ਰੌਲਾ ਪੈ ਜਾਂਦਾ। ਪਰ ਜੇ ਪਹਿਲਾਂ ਹੀ ਮੰਨ ਲਓ ਅਸੂਲ ਹੀ ਬਣਾ ਲਿਆ ਵੀਰ ਮੇਰੇ, ਨਾ ਇਹਦੇ 'ਚ ਹੋਰ ਕੁਛ ਲੈਣਾ ਨਾ ਕੁਛ ਦੇਣਾ, ਸਿਰਫ ਤੇ ਸਿਰਫ ਕੰਮ ਇੰਨਾ ਵੀ ਤੁਸੀਂ ਕੰਮ ਕਰਨਾ, ਤੁਸੀਂ ਉੱਥੋਂ ਚੋਰ ਫੜਨੇ ਆ, ਉਸ ਚੋਰ ਨੇ ਜੋ ਕੁਛ ਵੀ ਚੋਰੀ ਇੱਧਰ ਉੱਧਰ ਘਪਲਾ ਕੀਤਾ ਉਹ ਤੁਸੀਂ ਫੜ ਕੇ ਨਸ਼ਰ ਕਰਨਾ, ਤੇ ਉਹਦੇ 'ਚੋਂ ਜੋ ਜੁਰਮਾਨਾ ਉਹਨੂੰ ਲੱਗਾ ਉਸ ਜੁਰਮਾਨੇ ਦੇ ਹਿਸਾਬ ਨਾਲ ਬਣਦਾ ਕਮਿਸ਼ਨ ਤੁਹਾਡਾ ਤਨਖਾਹ ਆ। ਹੋ ਸਕਦਾ ਸਿਸਟਮ ਵਿੱਚ ਚੱਲ ਪਵੇ, ਹੋ ਸਕਦਾ ਨਾ ਚੱਲ ਪਵੇ, ਪਰ ਜੇ ਹੁਣ ਆਪਣੇ ਕੋਲੇ ਬੰਦੇ ਹੀ ਹੈ ਨਹੀਂ, ਉਹ ਸਿਸਟਮ ਦਹਾਕਿਆਂ ਤੋਂ ਚੱਲੀ ਜਾ ਰਿਹਾ, ਗਾਂਹ ਵੀ ਚੱਲੀ ਜਾਊਗਾ, ਤੇ ਫਿਰ ਉਹ 'ਚ ਲੱਭਣਾ ਤੇ ਕੁਛ ਵੀ ਨਹੀਂ।
ਇਹ ਸੰਧਾਲੀਆ ਸਾਹਿਬ ਬਿਲਕੁਲ ਤੁਹਾਡੀ ਗੱਲ ਠੀਕ ਹੈ। ਹੁਣ ਥੋੜ੍ਹਾ ਜਿਹਾ ਆਪਾਂ ਸੋਸ਼ਲ ਮੀਡੀਆ ਵਾਲੇ ਪਾਸੇ ਚੱਲਣਾ ਹੈ। ਸੋਸ਼ਲ ਮੀਡੀਆ ਦੇ ਰਾਹੀਂ ਪਰਿਵਾਰ ਦੇ ਮੈਂਬਰ ਆਪਾਂ ਨੂੰ ਵੇਖ ਸੁਣ ਰਹੇ ਨੇ, ਟੀਵੀ ਦੇ ਰਾਹੀਂ ਵੀ ਵੇਖ ਸੁਣ ਰਹੇ। ਪੂਰੀ ਦੁਨੀਆ ਦੇ ਵਿੱਚ ਗੱਲ ਜਿਹੜੀ ਉਹ ਜਾ ਰਹੀ ਹੈ, ਆਦਾਨ ਪ੍ਰਦਾਨ ਵਿਚਾਰਾਂ ਦਾ ਹੋ ਰਿਹਾ, ਟਿੱਪਣੀਆਂ ਦੀ ਭਰਮਾਰ ਥੱਲੇ ਆ ਰਹੀ ਹੈ। ਸੋਸ਼ਲ ਮੀਡੀਆ ਜਦੋਂ ਆਇਆ ਸੀ ਤਾਂ ਲੋਕਾਂ ਨੂੰ ਇੱਕ ਮੰਚ ਮਿਲਿਆ, ਇੱਕ ਪਲੇਟਫਾਰਮ ਮਿਲਿਆ ਕਿ ਭਾਈ ਆਹ ਗੱਲ ਚੰਗੀ ਹੈ। ਕਿਉਂਕਿ ਉਦੋਂ ਇਹ ਗੱਲ ਚੱਲਦੀ ਸੀ ਜੀ, ਮੀਡੀਆ ਅਦਾਰੇ ਜਿਹੜੇ ਨੇ ਉਹ ਕਦੇ ਕੋਈ ਗੱਲ ਅੱਗੇ ਰੱਖਦੇ ਆ, ਕਦੇ ਨਹੀਂ ਰੱਖਦੇ, ਠੀਕ ਹੈ। ਫਿਰ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੂੰ ਕੋਈ ਪਾਬੰਦੀ ਨਹੀਂ ਹੈ। ਲੋਕ ਜੇ ਕਿਸੇ ਨਾਲ ਧੱਕਾ ਹੁੰਦਾ, ਕਿਤੇ ਕੋਈ ਕੰਮ ਹੋਣ ਵਾਲਾ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਰੂਪ ਦੇ ਵਿੱਚ ਇੱਕ ਮੰਚ, ਇੱਕ ਪਲੇਟਫਾਰਮ ਮਿਲਿਆ। ਉਹਦੇ ਤੋਂ ਬਾਅਦ ਵਰਤੋਂ ਦੁਰਵਰਤੋਂ ਕਰਨ ਵਾਲੇ ਬਹੁਤ ਆ ਗਏ। ਸੋਸ਼ਲ ਮੀਡੀਆ ਦੇ ਉੱਤੇ ਵੀ ਕਾਬੂ ਕਰਨ ਵਾਲੇ ਬਹੁਤ ਆ ਗਏ। IT ਸੈੱਲ, ਇਹ ਸ਼ਬਦ ਨਹੀਂ ਸੀ ਅਸੀਂ ਕਦੇ ਸੁਣਿਆ, ਪਰ ਜਦੋਂ ਪੋਲੀਟੀਕਲ ਪਾਰਟੀਜ਼ ਨੇ, ਕਾਰੋਬਾਰੀ ਘਰਾਣਿਆਂ ਨੇ ਇਹ ਦੇਖਿਆ ਕਿ ਭਾਈ ਆਹ ਸੋਸ਼ਲ ਮੀਡੀਆ ਦੇ ਉੱਤੇ ਵੀ ਮੁਹਿੰਮ ਚੱਲ ਸਕਦੀ ਹੈ, ਵੇਵ ਚਲਾਈ ਜਾ ਸਕਦੀ ਹੈ, ਹੱਕ ਜਾਂ ਵਿਰੋਧ 'ਚ IT ਸੈੱਲ ਬਣ ਗਏ। ਆਮ ਲੋਕ ਫਿਰ ਉਧਰਲੇ ਪਾਸੇ ਨੂੰ ਤੁਰ ਪੈਂਦੇ ਆ। ਅਸੀਂ ਕਦੇ ਕਿਸੇ ਦੇ ਹੱਕ 'ਚ ਹੋ ਜਾਂਦੇ, ਵਿਰੋਧ ਦੇ ਵਿੱਚ। ਪਰ ਇੱਕ ਨਵੇਂ ਤਰ੍ਹਾਂ ਦੀ ਡਿਬੇਟ ਕਲਾਕਾਰ ਨੇ ਬੱਬੂ ਮਾਨ ਵਿਵਾਦਾਂ 'ਚ ਵੀ ਰਹਿੰਦੇ ਆ। ਕਈ ਗੀਤਾਂ ਦੇ ਉੱਤੇ ਇਤਰਾਜ਼ ਬਹੁਤ ਹੁੰਦੇ ਆ, ਕਈ ਗੀਤ ਲੋਕ ਪੱਖੀ ਬਹੁਤ ਹੁੰਦੇ ਆ। ਹੁਣ ਬੱਬੂ ਮਾਨ ਹੋਰਾਂ ਨੇ ਇੱਕ ਸ਼ੋਅ ਦੇ ਵਿੱਚ, ਕਿਉਂਕਿ ਉਹਨਾਂ ਦੇ ਹੱਕ 'ਚ ਲਿਖਣ ਵਾਲੇ ਵੀ ਬਹੁਤ ਨੇ, ਵਿਰੋਧ 'ਚ ਲਿਖਣ ਵਾਲਿਆਂ ਦੀ ਵੀ ਕਮੀ ਕੋਈ ਨਹੀਂ, ਉਹਨਾਂ ਨੇ ਕਿਹਾ, ਉਹ ਕਹਿੰਦੇ ਜੀ ਮੈਂ ਆਪਣੇ ਗੀਤਾਂ ਦੀ CD ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਹੈ, ਧਾਰਮਿਕ ਤੇ ਸਮਾਜਿਕ ਗੀਤਾਂ ਦੀ CD, ਕਿ ਜਿਹੜੇ ਮੈਂ ਹੁਣ ਤੱਕ ਧਾਰਮਿਕ ਗੀਤ ਗਾਏ ਨੇ, ਸਮਾਜਿਕ ਗੀਤ ਗਾਏ ਨੇ, ਜਿਨ੍ਹਾਂ ਦੇ ਵਿੱਚ ਜਾਗਰੂਕਤਾ ਹੈ, ਜਿਨ੍ਹਾਂ ਦੇ ਵਿੱਚ ਸਮਾਜ ਸੁਧਾਰ ਦੀ ਗੱਲ ਹੈ। ਨਾਲ ਹੀ ਉਹਨਾਂ ਨੇ ਕਹਿ ਦਿੱਤਾ, ਉਹ ਕਹਿੰਦੇ ਜੀ ਬੜਾ ਬੋਲਿਆ ਜਾ ਰਿਹਾ ਮੇਰੇ ਖਿਲਾਫ, ਪ੍ਰਚਾਰ ਕੀਤਾ ਜਾ ਰਿਹਾ। ਉਹ ਕਹਿੰਦੇ ਮੈਂ ਸਿਰੇ ਦੀ ਥਾਂ ਤੇ, ਸਰਵਉੱਚ ਥਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਗੀਤਾਂ ਦੀ CD ਭੇਜਤੀ। ਜੇ ਉਹਨਾਂ ਨੂੰ ਲੱਗੂਗਾ ਕਿ ਮੈਂ ਠੀਕ ਹਾਂ ਤਾਂ ਫਿਰ ਉਹ ਮੈਨੂੰ ਦੱਸ ਦੇਣਗੇ। ਜੇ ਉਹਨਾਂ ਨੂੰ ਲੱਗੂਗਾ ਮੈਂ ਗਲਤ ਹਾਂ, ਕਿ ਮੇਰੇ ਨਹੀਂ ਜੀ ਠੀਕ ਨਹੀਂ, ਬੱਬੂ ਮਾਨ ਦਾ ਲਿਖਣਾ ਤੇ ਬੱਬੂ ਮਾਨ ਦਾ ਗਾਉਣਾ ਠੀਕ ਨਹੀਂ, ਮੈਂ ਕਹਿੰਦੇ ਜੀ ਹੱਥ ਜੋੜ ਕੇ ਮੱਥਾ ਟੇਕ ਕੇ ਮਾਫੀ ਮੰਗੂ ਤੇ ਸੰਗਤਾਂ ਦੇ ਜੋੜੇ ਸਾਫ਼ ਕਰੂੰਗਾ, ਉੱਥੇ ਮੈਂ ਮਾਫੀ ਮੰਗੂੰਗਾ। ਦੂਸਰੀ ਗੱਲ, ਪਰ ਉਹ ਕਹਿੰਦੇ ਜੇ ਮੇਰੇ ਉਹਨਾਂ ਗੀਤਾਂ ਨੂੰ ਸੁਣ ਕੇ ਜਾਂ ਵੇਖ ਕੇ, ਪੜ੍ਹ ਕੇ, ਜੋ ਵੀ ਹੈ, ਮੈਨੂੰ ਉਹਨਾਂ ਨੇ ਕਹਿ ਦਿੱਤਾ ਨਹੀਂ ਜੀ ਠੀਕ ਹੈ, ਕੋਈ ਗਲਤੀ ਨਹੀਂ, ਫਿਰ ਕਹਿੰਦੇ ਜੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਮੇਰੇ ਖਿਲਾਫ ਪ੍ਰਚਾਰ ਕਰ ਰਹੇ ਹੈ, ਨਫ਼ਰਤ ਫੈਲਾ ਰਹੇ ਹੈ, ਕਹਿੰਦੇ ਮੈਂ ਉਹਨਾਂ ਨੂੰ ਵੀ ਕਹਿੰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਕੋਈ ਨਹੀਂ, ਫਿਰ ਤੁਹਾਨੂੰ ਵੀ ਅੱਗੇ ਆ ਕੇ ਮਾਫੀ ਮੰਗਣੀ ਪਊਗੀ, ਕਿਉਂਕਿ ਮੈਂ ਸਰਵਉੱਚ ਥਾਂ ਦੇ ਉੱਤੇ ਪਹੁੰਚ ਗਿਆ। ਹੁਣ ਸੰਧਾਲੀਆ ਸਾਹਿਬ ਦੇਖੋ, ਕੋਈ ਬੰਦਾ ਬੱਬੂ ਮਾਨ ਨੂੰ ਪਸੰਦ ਕਰਦਾ ਹੈ, ਕੋਈ ਨਹੀਂ ਕਰਦਾ, ਵੱਖਰੀ ਗੱਲ ਹੈ। ਪਰ ਜਦੋਂ ਅਗਲੇ ਬੰਦੇ ਨੇ ਕਲੀਅਰ ਕੀਤਾ ਕਿ ਭਾਈ ਜੇ ਮੈਂ ਗਲਤ ਹੋਇਆ ਮੈਂ ਮਾਫੀ ਮੰਗ ਲੂੰ, ਮੈਂ ਸੰਗਤਾਂ ਦੇ ਜੋੜੇ ਝਾੜੂ, ਪਰ ਜੇ ਉਹ ਕਹਿੰਦੇ ਜੀ ਮੇਰੇ ਉੱਤੇ ਕੋਈ ਇਦਾਂ ਦੀ ਗੱਲ ਨਾ ਹੋਈ, ਉਹਨਾਂ ਨੂੰ ਕੋਈ ਇਤਰਾਜ਼ ਨਾ ਹੋਇਆ, ਫਿਰ ਤੁਹਾਨੂੰ ਮਾਫੀ ਮੰਗਣੀ ਪਊ। ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਨੂੰ ਇਸ ਮੁੱਦੇ ਦੇ ਉੱਤੇ ਥੋੜ੍ਹਾ ਜਿਹਾ ਹਿਰਦਾ ਵਿਸ਼ਾਲ ਰੱਖਣਾ ਚਾਹੀਦਾ ਕਿ ਨਹੀਂ? ਬਿਲਕੁਲ ਰੱਖਣਾ ਚਾਹੀਦਾ। ਬਾਕੀ ਮੈਂ ਬੜਾ ਹੈਰਾਨ ਹੈ, ਕਿਉਂਕਿ ਬਹੁਤਾ ਮੈਂ ਇਸ ਮਸਲੇ ਨੂੰ ਅਜੇ ਜਾਣਦਾ ਨਹੀਂ ਵੀ ਮਾਨ ਸਾਹਿਬ ਸੋਸ਼ਲ ਮੀਡੀਆ ਤੋਂ ਪ੍ਰੈਸ਼ਰਾਈਜ਼ ਹੋ ਕੇ ਜੇ ਇਸ ਤਰ੍ਹਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਵੀ ਉਹਨਾਂ ਨੇ ਪਹੁੰਚ ਕੀਤੀ ਹੈ, ਤੇ ਬੜੀ ਹੈਰਾਨੀ ਵਾਲੀ ਗੱਲ ਹੈ। ਕਿਉਂਕਿ ਸੋਸ਼ਲ ਮੀਡੀਆ ਜਿਹੜਾ ਉਹ ਇੱਕ ਤਰਫਾ ਨਹੀਂ ਚੱਲਦਾ। ਸੋਸ਼ਲ ਮੀਡੀਆ 'ਤੇ ਮੈਨੂੰ ਲੱਗਦਾ ਵੀ ਆਮ ਤੌਰ 'ਤੇ ਜਿੱਦਾਂ ਮੌਸਮ ਹੁੰਦਾ ਵੀ ਹੁਣ ਗਰਮੀ ਹੈ, ਹੁਣ ਪੱਤਝੜ ਹੈ, ਹੁਣ ਬਸੰਤ ਰੁੱਤ ਹੈ, ਹੁਣ ਥੋੜ੍ਹਾ ਜਿਹਾ ਸਿਆਲ ਆ ਗਿਆ, ਹੁਣ ਬਹੁਤ ਜ਼ਿਆਦਾ ਸਿਆਲ ਆ ਗਿਆ, ਹੁਣ ਤਾਂ ਬਰਫ਼ ਪੈ ਗਈ, ਹੁਣ ਬਰਸਾਤ ਆ ਗਈ, ਹੁਣ ਔੜ ਲੱਗ ਗਈ। ਉਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਵੀ ਚੱਲਦਾ ਵੀ ਉਹ 10 ਕੁ ਦਿਨ ਇੱਕ ਪਾਸੇ ਉਲਾਰ ਹੁੰਦਾ, 11ਵੇਂ ਦਿਨ ਤੋਂ ਕਿਸੇ ਹੋਰ ਪਾਸੇ ਤੁਰ ਪੈਂਦਾ, ਫਿਰ 10-15 ਦਿਨ ਕਿਸੇ ਹੋਰ ਪਾਸੇ ਚੱਲਦਾ। ਸੋ ਮੈਨੂੰ ਲੱਗਦਾ ਹੁੰਦਾ ਕਿ ਇਹ ਸੋਸ਼ਲ ਮੀਡੀਆ ਤੋਂ ਜਿੰਨਾ ਹੋ ਸਕੇ ਉਨਾ ਕੁ ਪਰਹੇਜ਼ ਕਰਨਾ ਚਾਹੀਦਾ। ਹਾਂ, ਜਿੰਨੀ ਕੁ ਸਹੀ ਜਾਣਕਾਰੀ ਆਪਾਂ ਨੂੰ ਚਾਹੀਦੀ ਉਨੀ ਕੁ ਜ਼ਰੂਰ ਲਓ। ਜੇ ਤੁਹਾਨੂੰ ਲੱਗਦਾ ਵੀ ਇਹ ਜਾਣਕਾਰੀ ਨਹੀਂ ਸਹੀ ਤਾਂ ਉਹਨੂੰ 2-3 ਰਿਸੋਰਸਿਸ ਚੋਂ ਜਾਂ ਸੋਰਸਿਸ ਤੋਂ ਤੁਸੀਂ ਰੀਚੈਕ ਕਰ ਲਓ, ਫਿਰ ਤੁਹਾਨੂੰ ਉਹਦੇ ਤੋਂ ਅਥੈਂਟਿਕ ਇਨਫੋਰਮੇਸ਼ਨ ਮਿਲ ਜਾਏਗੀ ਕਿ ਅਸਲ ਗੱਲ ਕੀ ਹੈ ਅਤੇ ਰੌਲਾ ਕਿਹੜੀ ਚੀਜ਼ ਦਾ। ਬਾਕੀ ਚਲੋ, ਜੇ ਬੱਬੂ ਮਾਨ ਸਾਹਿਬ ਨੇ ਹੁਣ ਆਪਣੇ ਆਪ ਨੂੰ ਕਚਹਿਰੀ 'ਚ ਰੱਖ ਦਿੱਤਾ ਤਾਂ ਆਪਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਕਿ ਹੁਣ ਕੀ ਗੱਲ ਸਾਹਮਣੇ ਆਉਂਦੀ ਹੈ। ਬਾਕੀ ਸੋਸ਼ਲ ਮੀਡੀਆ 'ਤੇ ਦੇਖੋ ਇੰਨਾ ਪਾਵਰਫੁਲ ਹੋ ਗਿਆ ਵੀ ਬਾਬੇ ਹੋਰੀਂ ਪੈਰੋਲ 'ਤੇ ਆਏ ਆ ਬਾਹਰ, ਅਤੇ ਉਹ ਨਾਲ ਦੀ ਨਾਲ ਹੀ ਉਹਨਾਂ ਨੇ ਸਤਸੰਗ ਸ਼ੁਰੂ ਕਰਤਾ। ਰੋਜ਼ ਹੀ ਕਹਿੰਦੇ ਔਨਲਾਈਨ ਸਤਸੰਗ ਹੁੰਦਾ, ਲੱਖਾਂ ਲੋਕ ਵੇਖਦੇ YouTube 'ਤੇ। ਉੱਤੇ ਨਾਲੇ ਬਾਬਿਆਂ ਨੇ ਉਜਰ ਵੀ ਕੀਤਾ, ਉਹ ਕਹਿੰਦੇ ਮੈਂ ਪਤਲਾ ਕਾਹਦਾ ਹੋ ਗਿਆ ਯਾਰ, ਮੇਰੇ ਪ੍ਰੇਮੀਆਂ ਦੇ ਬਾਬਾ ਹੀ ਨਕਲੀ ਇਹ। ਨਹੀਂ, ਤੁਸੀਂ ਸਭ ਤੋਂ ਵੱਡੀ ਗੱਲ ਦੇਖੋ, ਕਹਿੰਦੇ ਮੈਂ ਕਾਨੂੰਨ ਨੂੰ ਮੰਨਣ ਵਾਲਾ ਬੰਦਾ, ਕਾਨੂੰਨ ਨੂੰ ਮੰਨਣ ਵਾਲਾ ਬੰਦਾ, ਤੇ ਆਪਾਂ ਕਾਨੂੰਨ ਦੇ ਮੁਤਾਬਕ ਚੱਲਦੇ ਹਾਂ। ਕਹਿੰਦੇ ਦੇਖੋ ਮੇਰੇ ਖਿਲਾਫ ਪ੍ਰਚਾਰ ਕੀਤਾ ਸੀ ਕਿ ਨਕਲੀ ਬਾਬਾ ਹੈ, ਅਸਲੀ ਬਾਬਾ ਅਗਵਾ ਕਰ ਲਿਆ, ਇਹ ਲੰਮਾ ਹੋ ਗਿਆ, ਇਹ ਛੋਟਾ ਹੋ ਗਿਆ, ਇਹਦੀਆਂ ਪੈਰਾਂ ਦੀਆਂ ਉਂਗਲੀਆਂ ਇੱਦਾਂ ਤੇ ਉੱਦਾਂ। ਉਹ ਕਹਿੰਦੇ ਮੈਂ ਪਤਲਾ ਹੋਇਆ, ਮੇਰੇ ਤੇ ਦੋਸ਼ ਲੱਗਣ ਲੱਗ ਪਿਆ, ਪਰ ਕਹਿੰਦੇ ਅਦਾਲਤ ਤੇ ਯਕੀਨ ਹੀ ਇੰਨਾ, ਕਿਉਂਕਿ ਮਾਣਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ, ਰੱਦ ਹੋ ਗਈ ਸੀ ਉਹ ਕਿ ਭਾਈ ਇਹ ਨਕਲੀ ਬਾਬਾ।
ਉਹ ਕਹਿੰਦੇ ਅਦਾਲਤ ਨੇ ਜਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ, ਇਸ ਕਰਕੇ ਇਦਾਂ ਦੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਭਾਈ ਤੁਹਾਨੂੰ ਆਉਣਾ ਨਹੀਂ ਚਾਹੀਦਾ। ਪਰ ਤੁਸੀਂ ਸੰਧਾਲੀਆ ਸਾਹਿਬ ਦੇਖੋ, ਪੈਰੋਲ ਦੇ ਉੱਤੇ ਆਏ ਨੇ, ਸਤਸੰਗ ਚੱਲਦਾ ਹੈ, ਕੰਮ ਉਹਨਾਂ ਨੇ ਫੇਰ ਸ਼ੁਰੂ ਕਰ ਦਿੱਤਾ। ਬਾਗਪਤ ਯੂਪੀ ਦੇ ਵਿੱਚ ਆਸ਼ਰਮ ਹੈ, ਉੱਥੇ ਉਹ ਬੈਠੇ ਆ ਤੇ ਠੀਕ ਹੈ ਭਾਈ, ਮੌਜਾਂ ਨੇ, ਕਦੇ ਖੇਡਦਿਆਂ ਦੀ ਵੀਡੀਓ ਆਉਂਦੀ ਹੈ, ਕਦੇ ਪ੍ਰਚਾਰ ਕਰਦਿਆਂ ਦੀ ਵੀਡੀਓ ਆਉਂਦੀ ਹੈ, ਠੀਕ ਹੈ ਭਾਈ, ਗੱਲ ਤਾਂ ਫਿਰ ਤੁਰਿਆ ਕੰਮ। ਫਿਰ ਅਗਲੇ ਕਹਿ ਹੀ ਸਕਦੇ ਆ ਕਿ ਭਾਈ ਮੇਰੇ ਤੇ ਪ੍ਰਚਾਰ ਗਲਤ ਦੋਸ਼ ਲੱਗਦੇ ਆ। ਨਹੀਂ, ਪਰ ਜੇ ਮੰਨ ਲਓ ਸਾਲ 'ਚ ਜਿੱਦਾਂ 70-75 ਦਿਨ ਮਿਲ ਹੀ ਜਾਇਆ ਕਰਨੇ ਬਾਹਰ ਰਹਿਣ ਦੇ, ਤੇ ਫਿਰ ਤੇ ਠੀਕ ਹੈ, ਫਿਰ ਤੇ ਕੋਈ ਗੱਲ ਨਹੀਂ ਏਡੀ। 20-25 ਸਾਲ ਤੇ ਬੜੇ ਆਰਾਮ ਨਾਲ ਲੰਘ ਜਾਣੇ ਇੱਦਾਂ ਹੀ। ਨਹੀਂ, ਗੱਲ ਤੁਹਾਡੀ ਠੀਕ ਹੈ। ਉਧਰ ਜਗਦੀਪ ਧਨਖੜ ਹੋਰੀ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਉਮੀਦਵਾਰ ਹੋਣਗੇ ਜੀ ਹੁਣ NDA ਦੇ, ਯਾਨੀ ਕਿ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੀਆਂ ਸਹਿਯੋਗੀ ਧਿਰਾਂ। ਪਹਿਲਾਂ ਚਰਚਾ ਚੱਲਦੀ ਸੀ ਕਿ ਹੋ ਸਕਦਾ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪੰਜਾਬ ਲੋਕ ਕਾਂਗਰਸ ਦਾ। ਇੱਕ ਵੇਲਾ ਸੀ ਉਧਰ ਕੈਪਟਨ ਸਾਹਿਬ ਸਿਹਤਯਾਬ ਹੋਏ, ਵਿਦੇਸ਼ ਤੋਂ ਇਲਾਜ ਕਰਾ ਕੇ ਭਾਰਤ ਵਾਲੇ ਪਾਸੇ ਨੂੰ ਪਰਤਣ ਦੀ ਤਿਆਰੀ ਕਰ ਰਹੇ ਸੀ, ਬੈਗ ਦੇ ਵਿੱਚ ਸਮਾਨ ਪਾ ਰਹੇ ਸੀ। ਚਰਚਾ ਚੱਲ ਪਈ ਕਿ ਪੰਜਾਬ ਲੋਕ ਕਾਂਗਰਸ ਯਾਨੀ ਕਿ ਕੈਪਟਨ ਸਾਹਿਬ ਦੀ ਪ੍ਰਧਾਨਗੀ ਵਾਲੀ ਪਾਰਟੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ 'ਚ ਮਰਜ ਹੋ ਜੂ, ਉਹਦਾ ਆਪਣਾ ਵਜੂਦ, ਅਸਤਿਤਵ ਜਿਹੜਾ ਉਹਦਾ ਖਤਮ ਹੋ ਜੂ, ਉਹ ਭਾਜਪਾ ਦਾ ਹਿੱਸਾ ਬਣ ਜਾਣਗੇ ਤੇ ਇੱਕ ਘੱਟ ਗਿਣਤੀ ਦੇ ਪ੍ਰਤੀਨਿਧ ਦੇ ਰੂਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਉਮੀਦਵਾਰ ਬਣਾਇਆ ਜਾ ਸਕਦਾ ਹੈ। ਫਿਰ ਇੱਕ ਹੋਰ ਸ਼ਖਸੀਅਤ ਦੇ ਬਾਰੇ ਚਰਚਾ ਚੱਲੀ ਕਿ ਭਾਈ ਉਹਨਾਂ ਨੂੰ ਹੁਣ ਰਾਜ ਸਭਾ ਦੇ ਮੈਂਬਰ ਨਹੀਂ ਬਣਾਇਆ ਗਿਆ ਤੇ ਐਤਕੀ ਹੋ ਸਕਦਾ ਕਿ ਉਪ ਰਾਸ਼ਟਰਪਤੀ ਦੇ ਉਮੀਦਵਾਰ ਉਹ ਹੋਣ। ਪਰ ਭਾਰਤੀ ਜਨਤਾ ਪਾਰਟੀ ਤੇ ਉਹਦੀਆਂ ਸਹਿਯੋਗੀ ਧਿਰਾਂ ਨੇ ਜਗਦੀਪ ਧਨਖੜ, ਜਿਹੜੇ ਕਿ ਪੱਛਮੀ ਬੰਗਾਲ ਦੇ ਰਾਜਪਾਲ, ਜਿਹੜੇ ਰਹੇ, MP ਰਹੇ, MLA ਰਹੇ, ਕੇਂਦਰ ਸਰਕਾਰ ਦੇ ਵਿੱਚ ਮਿਨਿਸਟਰ ਰਹੇ, ਉਹਨਾਂ ਨੂੰ ਕਹਿ ਦਿੱਤਾ ਕਿ ਭਾਈ ਤੁਸੀਂ ਹੁਣ ਉਪ ਰਾਸ਼ਟਰਪਤੀ ਦੇ ਕੈਂਡੀਡੇਟ ਸਾਡੇ ਵੱਲੋਂ ਹੋਣਗੇ। ਤੇ ਸੰਧਾਲੀਆ ਸਾਹਿਬ ਬੀਬੀ ਮਮਤਾ ਬੈਨਰਜੀ ਦੇ ਨਾਲ ਉਹ ਮੁੱਖ ਮੰਤਰੀ ਤੇ ਉਹ ਰਾਜਪਾਲ ਵਾਹਵਾ ਖੜਕਦਾ ਰਿਹਾ ਕੰਮ। ਇਹਦੇ ਤੋਂ ਬਿਨਾਂ ਕਿਉਂਕਿ ਜਾਟ ਭਾਈਚਾਰੇ ਨਾਲ ਸੰਬੰਧ ਰੱਖਦੇ ਆ, ਕਿਸਾਨੀ ਨਾਲ ਸੰਬੰਧ ਰੱਖਦੇ ਆ, ਹੋ ਸਕਦਾ ਹੈ ਕਿ ਇਧਰਲੇ ਪਾਸੇ ਹਰਿਆਣਾ, ਥੋੜ੍ਹਾ ਜਿਹਾ ਰਾਜਸਥਾਨ, ਉੱਥੇ ਵੋਟਾਂ ਵੀ ਆ ਰਹੀਆਂ, ਉਧਰਲੇ ਪਾਸੇ ਯੂਪੀ ਦਾ ਪੱਛਮੀ ਹਿੱਸਾ ਜਿੱਥੇ ਕਿਸਾਨ ਅੰਦੋਲਨ ਨੇ ਪ੍ਰਭਾਵ ਪਾਇਆ ਸੀ, ਉੱਥੇ ਇਸ ਭਾਈਚਾਰੇ ਦੀਆਂ ਵੋਟਾਂ ਵਾਹਵਾ ਨੇ। ਮੈਂ ਨਹੀਂ ਕਹਿੰਦਾ ਕਿ ਉਪ ਰਾਸ਼ਟਰਪਤੀ ਦੇ ਅਹੁਦੇ 'ਤੇ ਜਾ ਕੇ ਤਾਂ ਕੁਝ ਵੀ ਨਹੀਂ ਕਰ ਸਕਦੇ ਪ੍ਰਚਾਰ ਇੱਦਾਂ ਦਾ, ਪਰ ਕਿਤੇ ਨਾ ਕਿਤੇ ਧਨਖੜ ਸਾਹਿਬ ਦਾ ਇਸ ਮੁੱਦੇ ਦੇ ਉੱਤੇ ਉਮੀਦਵਾਰ ਬਣਨਾ ਕਿ ਭਾਈ ਉਪ ਰਾਸ਼ਟਰਪਤੀ ਦੇ ਕੈਂਡੀਡੇਟ ਉਹ ਹੋਣਗੇ, ਬਹੁਤ ਸਾਰੀਆਂ ਚਰਚਾਵਾਂ ਛਿੜ ਗਈਆਂ ਜੀ। ਚਰਚਾਵਾਂ ਛਿੜਕਾਂ ਦੇ ਗਈਆਂ, ਚਰਚਾਵਾਂ ਤਾਂ ਸਗੋਂ ਬੰਦ ਹੋ ਗਈਆਂ। ਕਿ ਆਹ ਜਿਹੜੀ ਤੁਸੀਂ ਸਟੋਰੀ ਪਹਿਲਾਂ ਦੱਸੀ ਹੈ, ਬਹੁਤਾ ਕਰਕੇ ਪੰਜਾਬ 'ਚ ਤਾਂ ਚਰਚਾ ਉਸੇ ਚੀਜ਼ ਦੀ ਸੀ ਵੀ ਸ਼ਾਇਦ ਕੈਪਟਨ ਸਾਹਿਬ ਦੀ ਗੱਲ ਬਣ ਜਾਵੇ। ਪਰ ਚਲੋ ਕੋਈ ਗੱਲ ਨਹੀਂ, ਕੈਪਟਨ ਸਾਹਿਬ ਹੋ ਸਕਦਾ ਵੀ ਅਜੇ ਆਖਣ ਵੀ ਨਹੀਂ, ਅਜੇ ਮੇਰੇ ਲਈ ਇਹ ਗੱਲ ਠੀਕ ਨਹੀਂ, ਹੋਰ 6 ਮਹੀਨੇ ਕੱਢ ਕੇ ਕਿਸੇ ਨਾ ਕਿਸੇ ਸਟੇਟ ਦਾ ਰਾਜਪਾਲ ਉਹਨਾਂ ਨੂੰ ਲਾਇਆ ਜਾ ਸਕਦਾ। ਸੋ ਮਰਜਰ ਵਾਲੀਆਂ ਉਮੀਦਾਂ ਅਜੇ ਵੀ ਬਾਕੀ ਨੇ, ਇੰਨੀ ਛੇਤੀ ਦਿਲ ਨਹੀਂ ਛੱਡਣ ਦੀ ਲੋੜ ਹੈਗੀ। ਬਾਕੀ ਸਮਾਂ ਪ੍ਰੋਗਰਾਮ ਦਾ WhatsApp ਮੁੱਕ ਗਿਆ ਤੇ ਹੁਣ ਧੰਨਵਾਦ ਕਰੀਏ ਤੁਹਾਡਾ। ਬਹੁਤ ਸ਼ੁਕਰੀਆ ਜੀ ਸੰਧਾਲੀਆ ਸਾਹਿਬ। ਤੇ ਮੈਂ ਫਿਰ ਇੱਕ ਵਾਰੀ ਬੇਨਤੀ ਕਰਦੇ ਹਾਂ ਭਾਈ, ਜੇ ਕਿਸੇ ਨੂੰ ਲੱਗਿਆ ਕਿ ਭਾਈ ਉਹ ਟ੍ਰੈਫਿਕ ਵਾਲੇ ਮੁੱਦੇ ਦੇ ਉੱਤੇ, ਪੀ ਕੇ ਚਲਾਉਣ ਵਾਲੇ ਮੁੱਦੇ ਤੇ ਕੋਈ ਮਾੜਾ ਮੋਟਾ ਉਹ ਅੱਗੇ ਪਿੱਛੇ ਕਹਿ ਗਿਆ ਹੋਵੇ ਤਾਂ ਕੋਈ ਗੱਲ ਨਹੀਂ ਭਾਈ, ਪਰ ਥੋੜ੍ਹਾ ਜਿਹਾ ਹਿਸਾਬ ਕਿਤਾਬ ਜਿਹਾ ਰੱਖਿਓ। ਚਲੋ ਧੰਨਵਾਦ ਜੀ, ਸ਼ੁਕਰੀਆ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿਣਾ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।